ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਰੇਡੀਓ ਵਰਸਾ NZ 107 FM ਪ੍ਰੋਗਰਾਮ ਸਿੱਖ ਪਾਤਸ਼ਾਹੀ ਵਿੱਚ। ਆਪਾਂ ਕਰੀਬ 9 ਵਜੇ ਤਾਈਂ ਹੈਗੇ ਆ ਜੀ, ਤੇ ਅਗਲੀ ਗੱਲ ਕਰਨ ਤੋਂ ਪਹਿਲਾਂ ਇੱਕ ਵੀਰ ਦਾ ਮੈਸੇਜ ਆਇਆ ਜੀ। ਉਹ ਕਹਿੰਦੇ ਮੇਰਾ ਫੋਨ ਨਹੀਂ ਲੱਗਿਆ ਤੇ ਤੁਸੀਂ ਫੋਨ ਕਰ ਦਿਓ, ਗੱਲ ਕੋਈ ਜ਼ਰੂਰੀ ਗੱਲ ਨਾ ਹੋਵੇ ਉਹਨਾਂ ਦੀ। ਆਪਾਂ ਦੇਖ ਲੈਂਦੇ ਆ ਜੇ ਮਿਲ ਗਿਆ ਨੰਬਰ ਉਹਨਾਂ ਦਾ, ਉਸ ਤੋਂ ਬਾਅਦ ਆਪਾਂ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਫਤਿਹ। ਮੈਂ ਮਾਨਸਾ ਤੋਂ ਬੋਲਦਾ ਜੀ, ਬਲਵਿੰਦਰ ਸਿੰਘ। ਹਾਂਜੀ, ਤੇ ਮੈਂ ਪੰਥਪ੍ਰੀਤ ਵਾਲੀ ਗੱਲ ਕਰਨੀ ਸੀ। ਪੰਥਪ੍ਰੀਤ ਦਾ ਪਹਿਲਾਂ ਮੈਂ ਮੇਰੀ ਵਰਕਸ਼ਾਪ ਸੀ ਇੱਥੇ। ਇੱਕ ਸੈਕਿੰਡ ਜੀ, ਅਸੀਂ ਇਸ ਵੇਲੇ ਰੇਡੀਓ ਵਿਰਸਾ ਤੇ ਪ੍ਰੋਗਰਾਮ ਚੱਲ ਰਿਹਾ ਤੇ ਤੁਸੀਂ ਆਉਂਦੇ ਰਿਆਂ ਸਰੋਤੇ ਸੁਣ ਰਹੇ ਤੁਹਾਨੂੰ। ਹਾਂ, ਬਸ ਇਹੀ ਮੈਂ ਗੱਲ ਕਰਨੀ, ਆਉਂਦੇ ਹੀ ਗੱਲ ਕਰਨੀ। ਠੀਕ ਹੈ ਜੀ। ਹਾਂਜੀ, ਅੱਛਾ, ਇੱਥੇ ਮੇਰੀ ਵਰਕਸ਼ਾਪ ਹੈ ਜੀ, ਟਰੈਕਟਰ ਮਕੈਨਿਕ ਸੀ ਮੈਂ ਪਹਿਲਾਂ, ਹੁਣ ਤਾਂ ਬੜਾ ਹੋਰ ਕੰਮ ਕਰਨ ਲੱਗ ਗਿਆ, ਮੈਂ ਵਿਹਲੇ ਹੁੰਦਾ। ਠੀਕ ਹੈ ਜੀ। ਤੇ ਪੰਥਪ੍ਰੀਤ ਦੇ ਦੀਵਾਨ ਸੁਣਦੇ ਹੁੰਦੇ ਤੇ ਮੈਨੂੰ ਕਈ ਗੱਲਾਂ ਕੁੱਟ ਕਰ ਗਈਆਂ ਉਹਦੀਆਂ, ਜਿਵੇਂ ਉਹ ਕਹਿੰਦਾ ਹੁੰਦਾ, ਤੁਸੀਂ ਵੀ ਸੁਣਦੇ ਰਹੇ ਹੋ। ਹਾਂਜੀ। ਤੇ ਉਹ ਮੈਨੂੰ ਐਂ ਲੱਗਿਆ ਵੀ ਭਾਈ ਜੀ ਹੋਰ ਤਾਂ ਸਾਰੇ ਘਰਾਂ 'ਚ ਜਾ ਕੇ ਛਕਦੇ ਨੇ ਪ੍ਰਸ਼ਾਦਾ, ਉਹ ਆਪ ਲੰਗਰ 'ਚ ਬੈਠ ਕੇ ਛਕਦਾ। ਮੈਨੂੰ ਚੰਗੀ ਲੱਗੀ ਗੱਲ। ਹਾਂਜੀ। ਤੇ ਦੀਵਾਨ 'ਚ ਆਪਦੇ 'ਚ ਉਹ ਕਹਿੰਦਾ ਹੁੰਦਾ ਵੀ ਭਾਈ ਪਹਿਲਾਂ ਉਹ ਰਜਨੀ ਦੀ ਕਹਾਣੀ ਸੁਣਾਉਂਦਾ ਹੁੰਦਾ ਵੀ ਐਂ ਹੋ ਗਿਆ, ਕਾਲੇ ਕਾਂ ਉਹ ਚਿੱਟੇ ਹੋ ਕੇ ਨਿਕਲ ਗਏ। ਹਾਂਜੀ। ਤੇ ਮੈਂ ਉਹਨੂੰ ਉਹ ਤਾਂ ਗੱਲ ਤਾਂ ਨਹੀਂ ਕਰ ਸਕਿਆ ਸੀ, ਮੈਂ ਇਹਨਾਂ ਨੂੰ ਮੋੜ ਹੀ ਨਹੀਂ ਆਉਣ ਦੇਣਾ ਮੈਨੂੰ ਤਾਂ ਇਹਨਾਂ ਨੇ। ਹਾਂਜੀ। ਤੇ ਅਖੀਰ ਨੂੰ ਮੈਂ ਚਿੱਠੀ ਪਾਤੀ ਭਾਈ ਭਾਈ ਨਾ ਤਾਂ ਇਹ ਉਹ ਨੇ, ਤੇ ਇੱਕ ਤੂੰ ਐ ਦੱਸਿਆ ਕਰ ਵੀ ਮਾਸ ਬਾਰੇ ਸ਼ਰੇਆਮ ਨਾ ਸਟੇਜ ਤੇ ਨਾ ਕਿਹਾ ਕਰ ਵੀ ਖਾਣਾ ਗਲਤ ਹੈ, ਇਹ ਹਲੇ ਹੋਰ ਖੋਜ ਦੀ ਲੋੜ ਹੈ। ਤੇ ਸਾਡੇ ਜਵਾਰ ਕੇ ਇੱਥੇ ਦੀਵਾਨ ਆ ਗਏ ਇਹਦੇ। ਹਾਂਜੀ। ਮੈਨੂੰ ਤਾਂ ਭਾਈ ਖੜਾ ਕਰ ਲਿਆ, ਜਿਹਨੇ ਚਿੱਠੀ ਪਾਈ ਹੈ ਖੜਾ ਹੋ ਜੇ। ਜੇ ਮੈਂ ਉੱਥੇ ਖੜਾ ਹੋ ਜਾਂਦੇ, ਲੈ ਇਹ ਐਡੇ ਮਹਾਂਪੁਰਸ਼ ਨਾਲ ਸਿਆਣਾ ਆ ਗਿਆ ਦਿਖਾਣ। ਉਹ ਭਾਈ ਜਦੋਂ ਇਹ ਨਾਲ ਜਾਂਦਾ ਹੁੰਦਾ ਇਹ ਛੱਡਣ ਸਰੂਪ, ਹਾਂਜੀ, ਉਦੋਂ ਜਦੋਂ ਨਾਲ ਆਇਆ ਮੈਂ ਦੱਸਤਾ ਜੀ, ਮੈਂ ਕਿਹਾ ਮੈਂ ਚਿੱਠੀ ਪਾਈ ਸੀ। ਐਸਾ ਇੰਨਾ ਕਹਿ ਸਕਿਆ ਵੀ ਮੈਨੂੰ ਭਾਈ ਤੂੰ ਬੜਾ ਵਿਦਵਾਨ ਹੈ। ਮੈਂ ਕਿਹਾ ਦੇਖ ਲੈ ਮੈਂ ਐਂ ਵੀ ਲਿਖਿਆ ਚਿੱਠੀ, ਮੈਨੂੰ ਮਾੜੇ ਜੇ ਮੇਰੇ ਐ 2 ਅੱਖਰ ਲਿਖ ਕੇ ਪਾ ਦਿਓ ਵੀ ਮੇਰੇ ਤੇਰੇ ਵਿਚਾਰ ਠੀਕ ਨੇ ਜਾਂ ਗਲਤ ਨੇ, ਮੈਨੂੰ ਇੰਨੇ ਹੋਇਆ, ਹੋਰ ਮੈਨੂੰ ਕੋਈ ਉਹ ਨਹੀਂ। ਮੈਨੂੰ ਚਿੱਠੀ ਤਾਂ ਵਾਪਸ ਕਰਦੀ, 2 ਅੱਖਰ ਨਹੀਂ ਲਿਖ ਸਕਿਆ ਵੀ ਗਲਤ ਹੈ ਜਾਂ ਠੀਕ ਹੈ। ਇਹ ਨੇ ਭਾਈ, ਇਹ ਜਦੋਂ 2 ਅੱਖਰ ਨਹੀਂ ਲਿਖ ਸਕਿਆ ਕਿ ਉਹ ਗੱਲਾਂ ਜਿਹੜੀਆਂ ਤੁਸੀਂ ਲਿਖੀਆਂ ਆ ਕਮੀਨੇ ਕਹਿੰਦੇ ਸੱਚੀ ਕਮੀਨੇ ਨੇ ਇਹ। ਨਹੀਂ ਜੀ, ਨਾਲੇ ਉਹ ਗੱਲ ਜਦੋਂ ਆਪਣੇ ਮੁੰਡੇ ਦੇ ਉੱਤੇ ਆਈ ਫੇਰ ਸਾਰੀ ਸਵੀਕਾਰ ਕਰ ਲਈ ਆ। ਹਾਂ ਸੱਚ, ਮੈਂ ਜਦੋਂ ਮੁੰਡੇ ਦੇ ਉੱਤੇ ਆਈ ਫੇਰ ਮੰਨਿਆ, ਤੁਸੀਂ ਮਨਾ ਲਿਆ। ਨਹੀਂ ਤਾਂ ਗੱਲ ਤਾਂ ਉਹਦੇ ਵਿੱਚ ਵੈਸੇ ਵੀ ਜੀ ਤੁਸੀਂ ਦੇਖੋ ਨਾ, ਜਦੋਂ ਨਾ ਤੁਸੀਂ ਡਾਕਟਰ ਨਾਲ ਕਿਸੇ ਨਾਲ ਇਮਾਨਦਾਰੀ ਨਾਲ ਪੁੱਛ ਕੇ ਦੇਖਿਓ, ਉਹ ਤੁਹਾਨੂੰ ਸਾਫ਼ ਦੱਸ ਦਊਗਾ ਵੀ ਜਿੰਨਾ ਵਧੀਆ ਪਚਣ ਦੇ ਲਈ ਵੈਜੀਟੇਰੀਅਨ ਖਾਣਾ ਹੈ ਨਾ, ਸਿਹਤ ਲਈ ਜਿੰਨਾ ਚੰਗਾ ਉਹ ਆ। ਤੁਸੀਂ ਆਪ ਵੀ ਦੇਖੋ ਨਾ, ਜੇ ਤੁਸੀਂ ਕਿਸੇ ਫੂਡ ਪ੍ਰੋਸੈਸਰ ਚ ਪਾਓ, ਉਹਦੇ ਚ ਗੋਭੀ ਪਾ ਲਓ, ਲੇਟਸ ਪਾ ਲਓ, ਮੂਲੀਆਂ, ਗਾਜਰਾਂ, ਬੈਂਗਣ ਪਾ ਕੇ ਉਹਨੂੰ ਕੁਤਰ ਕੇ ਦੇਖੋ, ਪਾਣੀ ਬਣ ਜਾਣਾ ਉਹਦਾ। ਠੀਕ ਹੈ ਜੀ। ਤੇ ਦੂਜੇ ਪਾਸੇ ਉਹਦੇ ਚ ਲੈਮ ਸਿੱਟੋ, ਉਹਦੇ ਵਿੱਚ ਬੀਫ ਪਾਓ, ਉਹਦੇ ਚ ਕੁੱਕੜ ਮੁਰਗਾ ਪਾਓ। ਠੀਕ ਹੈ। ਹੁਣ ਰੱਖ ਕੇ ਦੇਖ ਲਓ ਤੁਸੀਂ ਏਦਾਂ। ਠੀਕ ਹੈ। ਉਹ ਅੰਦਰ ਵੀ ਜਾ ਕੇ ਉਨੀ ਸਾਨੂੰ ਭੁਲੇਖਾ ਆ, ਅਸੀਂ ਇਹ ਕਹੀ ਜਾਂਦੇ ਵੀ ਦੇਖੋ ਜੀ ਜਿਹੜੀਆਂ ਦਾਲਾਂ ਸਬਜ਼ੀਆਂ ਆ ਇਹ ਤਾਂ ਖਾਣ ਤੋਂ ਬਾਅਦ, ਪਚਣ ਤੋਂ ਬਾਅਦ ਫਿਰ ਮਸਲ ਬਣਦੇ ਆ। ਜਦੋਂ ਮੀਟ ਖਾਂਦੇ ਉਹ ਮਸਲ ਬਣੇ ਬਣਾਏ ਜਾ ਕੇ, ਏਦਾਂ ਨਹੀਂ ਹੈਗਾ ਵੀ ਉਹ ਤੁਹਾਡੇ ਜਾ ਕੇ ਸਿੱਧੇ ਪੱਟ ਦੇ ਵਿੱਚ ਟਿਕ ਗਿਆ, ਇੱਕ ਮੁਰਗੇ ਦਾ ਪੀਸ ਇੱਕ ਬਾਂਹ 'ਚ ਟਿਕ ਗਿਆ। ਏਦਾਂ ਥੋੜੀ, ਪਹਿਲਾਂ ਤਾਂ ਜਾ ਕੇ ਅੰਦਰ ਤੁਹਾਡੇ ਬਲੈਡਰ 'ਚ ਡਿੱਗਦਾ ਨਾ, ਉਹ ਪਹਿਲਾਂ ਤਾਂ ਕੁਤਰ ਹੁੰਦਾ, ਉਹ ਪਚਦਾ ਆ ਹਨਾ, ਉਹਦੇ ਵਿੱਚੋਂ ਕਿੰਨਾ ਜ਼ਿਆਦਾ। ਹੁਣ ਜਿੰਨੀ ਸਾਡੇ ਬੰਦਿਆਂ ਨੂੰ, ਜਾਣੀ ਜਿਹੜੇ ਬੰਦੇ ਬੇਲੋੜਾ ਕਰਦੇ ਆ, ਉਹਨਾਂ ਨੂੰ ਕਿੱਦਾਂ ਜਿਹੜੀਆਂ ਸਮੱਸਿਆਵਾਂ ਵੱਧਦੀਆਂ। ਤੇ ਉਹ ਮੇਰੇ ਨਾਲ ਇੱਕ ਵਾਰੀ ਡਾਕਟਰ ਦੇ ਨਾ, ਅਸੀਂ ਇਹ ਮੈਨੂੰ ਲੱਗਦਾ ਆ ਪਈ 25 ਸਾਲ ਪੁਰਾਣੀ ਗੱਲ ਆ। ਉਦੋਂ 25 ਤੋਂ ਵੀ ਜ਼ਿਆਦਾ ਹੀ ਆ। ਮੈਂ ਨਿਊਜ਼ੀਲੈਂਡ ਆਇਆ ਹੀ ਸੀਗਾ ਜਾਣੀ, ਤੇ ਆਇਆ ਤੇ ਮੈਂ ਉਦੋਂ ਇਦਾਂ ਜਾਣੀ ਨਵਾਂ ਅੰਮ੍ਰਿਤ ਛਕਿਆ ਸੀ, ਅਜੇ ਅਸੀਂ ਮੀਟ ਖਾਣ ਨਹੀਂ ਸੀ ਲੱਗੇ।
ਤੇ ਉਹ ਡਾਕਟਰ ਦੇ ਗਿਆ ਤੇ ਹੋਇਆ ਕੋਈ ਚੇਤਾ ਨਹੀਂ ਮੈਨੂੰ, ਕੋਈ ਪ੍ਰੋਬਲਮ ਸੀ ਏਦਾਂ ਕਰਕੇ। ਉਹ ਕਹਿੰਦਾ ਵੀ ਇੰਸ਼ੋਰੈਂਸ ਸੀਗਾ, ਉਹ ਕਹਿੰਦਾ ਟੈਸਟ ਕਰਾਉਣਾ ਪੈਣਾ। ਤੇ ਜਦੋਂ ਉਹਨੇ ਮੈਨੂੰ ਪੁੱਛਿਆ ਨਾ, ਕਹਿੰਦਾ ਵੀ ਤੂੰ ਮੀਟ ਤੇ ਨੌਨ ਵੈਜ ਖਾ ਲੈਣਾ? ਮੈਂ ਕਿਹਾ ਨਹੀਂ। ਕਹਿੰਦਾ ਫਿਰ ਕੋਈ ਪ੍ਰੋਬਲਮ ਨਹੀਂ, ਕਹਿੰਦਾ ਫਿਰ ਬਹੁਤ ਈਜ਼ੀ ਹੈ। ਅੱਛਾ। ਵੀ ਉਹ ਕਰਕੇ ਵੀ ਉਹ ਚੱਕ ਕੇ, ਨਹੀਂ ਤਾਂ ਜਿਹੜੇ ਜਰਮ ਵਗੈਰਾ ਜੋ ਕੁਛ ਅੰਦਰ ਪੇਟ ਦੇ ਵਿੱਚ ਵੱਧਦੀਆਂ ਸਮੱਸਿਆਵਾਂ, ਉਹ ਹੁਣ ਸਿੱਧੀ ਗੱਲ ਆ ਇਹ ਜਾਣੀ। ਤੇ ਇਹਨੂੰ ਤੁਹਾਨੂੰ ਬਲ ਫੇਰ ਪਾਉਣ ਦੀ ਕੀ ਲੋੜ ਆ? ਤੁਸੀਂ ਕਿਉਂ ਇਹਦੇ ਲੱਗੇ ਹੋ ਕਰਨ? ਹੁਣ ਫਿਜ਼ੀਕਲ ਤੌਰ ਤੇ ਜੇ ਕਹਿਣਾ ਵੀ ਆ ਤੁਸੀਂ, ਹੁਣ ਉਦਾਂ ਵੀ ਜੇ ਕੋਈ ਬੰਦਾ ਇਹ ਦੇਖੇ ਵੀ ਉਹਨੇ ਸਬਜ਼ੀ ਲਿਆਉਣੀ ਆ, ਉਹ ਸਬਜ਼ੀ ਚਾਹੇ ਉਹਨੂੰ ਗਾਰਡਨ ਚੋਂ ਕੱਟਣੀ ਪਵੇ, ਹੁਣ ਖੇਤ ਚ ਜਾ ਕੇ ਗੋਭੀ ਦੇ ਫੁੱਲ ਲਿਆਉਣੇ ਕੱਟ ਕੇ, ਉਹ ਤਾਂ ਨਿਆਣੇ ਨੂੰ ਭਾਵੇਂ ਭੇਜ ਦਿਓ 5 ਸਾਲ ਦੇ ਨੂੰ, ਤੇ 2 ਮੁਰਗੇ ਛਿੱਲ ਕੇ ਕਰਨੇ ਆ, ਉਹਦੇ ਲਈ ਕੋਈ ਵੀ ਬੰਦਾ ਕਰ ਲਊਗਾ? ਫਿਰ ਕਿੰਨੀ ਮਿਹਨਤ ਹੁੰਦੀ ਹੈ ਉਹਦੇ ਉੱਤੇ। ਠੀਕ ਹੈ ਜੀ। ਠੀਕ। ਉਹ ਇਹਨਾਂ ਦੇ ਕੋਲ ਇੰਨੀਆਂ ਦਲੀਲਾਂ ਸੀ ਕਹਿਣ ਦੇ ਲਈ, ਹਨਾ। ਫਿਰ ਤੁਸੀਂ ਵੈਸੇ ਗੁਰਦੁਆਰੇ ਸੰਗਤ ਦੇ ਵਿੱਚ ਜਿੱਦਾਂ ਕਰਦੇ ਆ, ਹੁਣ ਜੇ ਘਰ ਦੇ ਵਿੱਚ ਮੰਨ ਲਓ ਤੁਹਾਡਾ 5-6 ਸਾਲ ਦਾ ਨਿਆਣਾ, ਹਨਾ, ਤੁਹਾਡੀ ਲੜਕੀ ਆ, ਘਰ ਚ ਔਰਤਾਂ, ਇਕੱਠੇ ਤੁਸੀਂ ਗੋਭੀਆਂ ਗਾਜਰਾਂ ਕੱਟ ਕੇ ਦੇਖ ਲਓ, ਏਦਾਂ ਕੱਟੀ ਜਾਂਦੇ, ਸਾਰੇ ਕਰੀ ਜਾਂਦੇ ਆ, ਤੇ ਉਹ ਸਾਰਿਆਂ ਦੇ ਵਿੱਚ ਬੈਠ ਕੇ ਮੁਰਗਾ ਤੇ ਉਹ ਬੱਕਰਾ ਤੇ ਉਹਨੂੰ ਵੱਢ ਕੇ ਦੇਖੋ ਕਰਕੇ, ਜਿੱਦਾਂ ਖੂਨ ਦੇ ਛਿੱਟੇ ਪੈਂਦੇ ਆ, ਜੋ ਕੁਛ ਆਲੇ ਦੁਆਲੇ ਹੁੰਦਾ। ਮਤਲਬ ਕਿੰਨਾ ਲੱਗਦਾ ਆਪਣੇ ਆਪ ਦੇ ਵਿੱਚ, ਜਾਨੀ ਕਿੰਨਾ ਕੁਝ ਸੀਗਾ ਜਿਹੜਾ ਕਹਿ ਕੇ ਲੋਕਾਂ ਨੂੰ ਕਨਵਿੰਸ ਕਰ ਸਕਦੇ ਸੀ ਵੀ ਅਸੀਂ ਸਾਦਾ ਜੀਵਨ ਜੀਏ ਭਾਈ। ਪਰ ਧਰਮ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਧਰਮ ਦਾ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ। ਠੀਕ ਹੈ ਜੀ। ਨਾ ਖਾਣ ਦੇ ਨਾਲ ਨਾ ਖਾਣ ਦੇ ਨਾਲ, ਇਹ ਸਰੀਰ ਦੇ ਲਈ, ਤੁਹਾਡੇ ਸਰੀਰ ਦੇ ਲਈ ਆ ਤੁਹਾਡੇ। ਬਿਲਕੁਲ ਠੀਕ ਹੈ ਨਾ। ਹੁਣ ਚਿੱਟੇ ਕੱਪੜੇ ਵਾਲਾ ਬੰਦਾ ਕੋ ਕਥਾਕਾਰ ਕੋ ਪ੍ਰਚਾਰ ਕਿਆ, ਉਹ ਜੇ ਸਬਜ਼ੀ ਕੱਟ ਕੇ ਬਣਾਊਗਾ, ਕਿੰਨਾ ਖਤਰਾ ਉਹਦੇ ਕੱਪੜੇ ਖਰਾਬ ਹੋਣ ਦਾ। ਉਹਦੇ ਬਰਾਬਰ ਜੇ ਮੁਰਗਾ ਕੱਟ ਕੇ ਬਣਾਉਣਾ ਉਹਨੇ। ਠੀਕ ਹੈ। ਕਿੰਨੇ ਬੰਦੇ ਆ ਜਿਨ੍ਹਾਂ ਨੇ ਸਬਜ਼ੀ ਕੱਟਦਿਆਂ ਨੇ ਏਦਾਂ ਹੱਥ ਲੱਗਦਾ ਹੋਵੇ ਮੂੰਹ ਨੂੰ ਜਾਂ ਅੱਖਾਂ ਨੂੰ, ਕਹੇ ਵੀ ਮੈਂ ਨਹੀਂ ਲਾਉਣਾ, ਮੈਂ ਗੋਭੀ ਕੱਟਦਾ ਸੀ। ਹੁਣ ਉਹਦੇ ਬਰਾਬਰ ਜਦੋਂ ਕਿੰਨਾ ਕੁਛ ਜਿਹੜਾ ਕਨਵਿੰਸ ਆਰਾਮ ਨਾਲ ਕਰ ਸਕਦੇ ਸੀ ਇਹ, ਪਰ ਨਾ ਭਾਈ ਇਹਨਾਂ ਨੇ ਧਰਮ ਨਾਲ ਜੋੜ ਕੇ ਉਹ ਚੀਜ਼ ਨੂੰ, ਔਰ ਅੰਦਰੋਂ ਜਿਹੜੀ ਆਪਣੀ ਲਾਲਸਾ ਆ, ਠੀਕ, ਉਹ ਕਾਇਮ ਰੱਖੀ ਆ ਅੰਦਰ। ਚਾਹਨਾ ਜਿੱਦਾਂ ਹਰੇਕ ਦੇ ਅੰਦਰ ਜਿਹੜੀ ਤੜਫ ਆ ਉਹ ਵਧਾਈ ਆ ਨਹੀਂ, ਔਰ ਚੋਰੀ ਹਰੇਕ ਬੰਦਾ ਇਸ ਚੀਜ਼ ਨੂੰ ਚੋਰੀ ਦੇ ਨਾਲ ਜੋੜ ਕੇ। ਠੀਕ ਹੈ। ਠੀਕ ਹੈ। ਨਹੀਂ ਜੀ, ਥੈਂਕ ਯੂ ਜੀ ਤੁਹਾਡਾ। ਬਾਕੀ ਹਾਂਜੀ, ਪ੍ਰਭ ਦੀ ਬਾਰੇ ਗੱਲ ਕਰਨੀ ਸੀ, ਕਰ ਲਾਂ? ਹਾਂਜੀ ਕਰ ਲਓ ਜੀ, ਕੋਈ ਨਹੀਂ। ਅੱਛਾ, ਉਹ ਭਾਈ ਜਿਹੜਾ ਇਹਨੇ ਢੱਡਰੀਆਂ ਇਹਦਾ ਜਵਾਬ ਦਿੱਤਾ, ਉਹ 1% ਵੀ ਸਹੀ ਜਵਾਬ ਨਹੀਂ ਦਿੱਤਾ। ਸਾਡਾ ਮੰਨਣਾ ਸੀ ਪਹਿਲਾਂ ਵੀ ਭਾਈ, ਹੁਣ ਤਾਂ ਸਾਡੇ ਇਲਾਕੇ 'ਚ ਵੀ ਜਾਣ ਲੱਗ ਗਏ ਵੀ ਜਿਹੜੇ ਬਾਹਰ ਜਾਂਦੇ ਨੇ ਸਾਡੇ ਨਾਲ ਹੁਸ਼ਿਆਰ ਨੇ। ਇਹ ਤਾਂ ਹੁਣ ਪਤਾ ਲੱਗਿਆ ਵੀ ਸਾਡੇ ਨਾਲੋਂ ਵੀ ਕਮਲੇ ਨੇ। ਸਾਡੇ ਇੱਕ ਸਰਪੰਚ ਆਉਂਦਾ ਹੁੰਦਾ, ਉਹ ਗੱਲ ਸੁਣਾਉਂਦਾ ਹੁੰਦਾ, ਸਾਡੇ ਯਾਰ ਸਿੱਧਰਾ ਜਿਹਾ ਸੀਗਾ ਕੋਈ ਬੰਦਾ, ਹਾਂਜੀ, ਘਰੋਂ ਸੀ ਚੰਗਾ, ਤੇ ਉਹ ਵਿਆਹ ਕਰਾਤਾ ਉਹੀ ਜੀ ਕੁੜੀ ਨਾਲ। ਹਾਂਜੀ। ਸਾਡੇ ਪਿੰਡ ਆਏ ਤੇ ਭਾਈ ਉਹ ਜਦੋਂ ਹੁਣ ਕੁੜੀਆਂ ਤੋੜਨ ਗਈਆਂ, ਘੋੜੀ ਨਾਲ ਸੀ ਉਹਦੇ, ਤੇ ਗਾਹਾਂ ਦੂਰ ਜਾ ਕੇ ਕਹਿੰਦੀ, ਉਹ ਕੁੜੀ ਕਹਿੰਦੀ ਇਹਦੀ ਬਿਠਾ ਲੈ, ਹੁਣ ਇਹਨੂੰ ਚੜ ਜੀਏ। ਉਹਦਾ ਲੱਜਤੀ ਆ ਗਈ, ਇਹਦਾ ਮੇਰੇ ਨਾਲ ਵੀ ਕਮਲੀ ਵੀ ਘੋੜੀ ਬਹਿੰਦੀ ਨੀ ਹੁੰਦੀ ਜਿਹੜਾ। ਉਹ ਭਾਈ ਇਹਦਾ ਸਾਡੇ ਨਾਲ ਵੀ ਕਮਲੇ ਨੇ। ਇੱਕ ਸਹੀ ਜਵਾਬ ਇੱਕ ਦਾ ਵੀ ਨਹੀਂ ਦਿੱਤਾ ਢੱਡਰੀਆਂ ਵਾਲੇ ਦਾ ਇਹਨਾਂ ਨੇ। ਨਾ ਜੀ, ਨਹੀਂ। ਨਾਲੇ ਦੇਖੋ ਜਿਹੜੀ ਕਾਮਨ ਸੈਂਸ ਆ ਨਾ ਜੀ, ਉਹਦਾ ਜਿਹੜਾ ਨਾ ਬਾਹਰ ਅਸੀਂ ਜਦੋਂ ਆਉਂਦੇ ਆ ਬਾਹਰਲੇ ਮੁਲਕਾਂ 'ਚ, ਜਾਂ ਜਿਹੜਾ ਪੇਸ਼ਾ ਆ ਸਾਡਾ, ਤੁਸੀਂ ਮਕੈਨਿਕ ਆ, ਇੱਕ ਬੰਦਾ ਡਾਕਟਰ ਆ, ਇੱਕ ਬੰਦਾ ਇੰਜੀਨੀਅਰ ਆ, ਉਹ ਸਾਰਾ ਕੁਝ ਜਿਹੜਾ ਆ ਉਹ ਹੈਗੀ ਸਕਿੱਲ। ਉਹ ਪੜ੍ਹਾਈ ਉਹ ਸਿੱਖ ਸਕਦੇ ਤੁਸੀਂ ਬਾਹਰੋਂ। ਜਿਹੜਾ ਸੁਭਾਅ ਆ ਤੁਹਾਡਾ, ਜਿਹੜੀ ਤੁਹਾਡੀ ਕਾਮਨ ਸੈਂਸ ਆ, ਉਹ ਬਾਹਰੋਂ ਨਹੀਂ ਮਿਲਣੀ, ਉਹ ਤੁਹਾਨੂੰ ਘੜਨੀ ਪੈਣੀ ਆ। ਠੀਕ ਹੈ ਜੀ। ਉਹ ਕਿਸੇ 'ਚ, ਉਹ ਅਨਪੜ੍ਹ ਬੰਦੇ 'ਚ ਵੀ ਹੋ ਸਕਦੀ ਆ। ਹਾਂ, ਬਥੇਰੇ ਅਨਪੜ੍ਹ ਹੁੰਦੇ ਆ। ਹਾਂ, ਜਿਹਨੇ ਕਮਾਈ ਨਹੀਂ ਹੈਗੀ, ਉਹ ਚਾਹੇ ਡਾਕਟਰ ਬਣ ਕੇ ਪ੍ਰਧਾਨ ਮੰਤਰੀ ਬਣ ਜਾਏ, ਚਾਹੇ। ਹੁਣ ਕਈ ਲੀਡਰ ਨਹੀਂ ਹੁੰਦੇ, ਵੱਡੇ ਲੀਡਰ ਬੇਥਵੀਆਂ ਮਾਰਦੇ ਆ, ਏਦਾਂ ਬੰਦਾ ਕਹਿੰਦਾ ਯਾਰ ਇਹਨੂੰ ਅਕਲ ਹੀ ਨਹੀਂ ਹੈਗੀ, ਜਾਨੀ ਇੰਨਾ ਵੀ ਨਹੀਂ ਪਤਾ ਇਹਨੂੰ। ਪਰ ਉਹ ਹਾਂ, ਜਿਹੜੇ ਵਿਸ਼ੇ 'ਚ ਹੈਗਾ ਆ, ਹੁਣ ਡਾਕਟਰ ਆ ਬੰਦਾ, ਇੰਜੀਨੀਅਰ ਆ, ਜਦੋਂ ਇੰਜੀਨੀਅਰਿੰਗ ਦੇ ਵਿਸ਼ੇ 'ਚ ਬੰਦਾ ਕਹਿੰਦਾ 96% ਮਾਰਕਸ ਆਏ ਦੇ, ਇੰਨੇ ਬ੍ਰਿਜ ਬਣਾਤੇ, ਇੰਨੀਆਂ ਬਿਲਡਿੰਗਾਂ ਡਿਜ਼ਾਈਨ ਕਰਤੀਆਂ ਨੇ, ਪਰ ਜਦੋਂ ਤੁਸੀਂ ਆਮ ਬੈਠ ਕੇ ਗੱਲ ਕਰਦੇ ਕਾਮਨ ਸੈਂਸ ਦੇ ਵਿੱਚ, ਇੰਨਾ ਭੈੜਾ ਤੁਸੀਂ ਕਹਿੰਦੇ ਯਾਰ ਇਹਨੂੰ ਪਤਾ ਹੀ ਨਹੀਂ ਗੱਲ ਕਿੱਥੇ ਕਰਨੀ ਕਿੱਥੇ ਨਹੀਂ ਕਰਨੀ। ਠੀਕ ਹੈ। ਹਾਂਜੀ, ਕੋਈ ਨਹੀਂ ਜੀ, ਦੇਖੀ ਜਾਂਦੇ ਹੁਣ ਤਾਂ ਆਪਾਂ ਕੱਲੇ। ਅੱਛਾ, ਮੈਨੂੰ ਇੱਕ ਮਿੰਟ,
ਆਫ 에ਅਰ ਗੱਲ ਕਰ ਲਿਓ ਜਦੋਂ ਕਦੇ ਮੇਰਾ ਮਿਲਦਾ ਨਹੀਂ ਮੈਥੋਂ ਨੰਬਰ ਤੁਹਾਡਾ। ਕੋਈ ਨਹੀਂ ਜੀ, ਮੈਂ ਜਦੋਂ ਕਦੇ ਤੁਹਾਨੂੰ ਵੇਲ ਹੋਵੇ ਕੋਈ ਨਹੀਂ, ਮੈਂ ਤੁਸੀਂ ਇਹ ਤੇ ਆਪਣੇ ਜਿੱਦਾਂ ਪਹਿਲਾਂ ਤੇ ਕੀਤਾ ਹੀ ਸੀ ਮੈਸੇਜ ਨਾ। ਅੱਛਾ ਬਸ ਠੀਕ ਹੈ, ਕਰ ਦੂੰ। ਤੁਸੀਂ ਉਸੇ WhatsApp ਵਾਲੇ ਨੰਬਰ ਤੇ ਮੈਸੇਜ ਕਰ ਦਿਓ ਮੈਨੂੰ ਜਦੋਂ ਟਾਈਮ ਹੋਵੇ ਤੁਹਾਡੇ ਕੋਲ। ਚੰਗਾ ਜੀ, ਧੰਨਵਾਦ। ਤੇ ਮੈਂ ਤੁਸੀਂ ਸਾਹਨੇ ਵਾਲੀ ਤੁਹਾਡਾ ਸਾਹਨੇ ਵਾਲੀ ਪਿੰਡ ਦਾ ਮੇਰਾ ਹੈਗਾ ਜੀ, ਮੈਂ ਰਹਿਣਾ ਮਾਨਸਾ। ਨਹੀਂ ਕੋਈ ਨਹੀਂ ਜੀ, ਕੋਈ ਨਹੀਂ, ਬਸ ਮੈਂ ਮੇਰੇ ਅਖਬਾਰ ਚ ਸਪੋਕਸਮੈਨ ਚ ਵੀ ਚਿੱਠੀਆਂ ਜੁਟੀਆਂ ਛਪਦੀਆਂ ਰਹੀਆਂ ਨੇ ਪਹਿਲਾਂ। ਠੀਕ ਹੈ ਜੀ, ਠੀਕ ਆ। ਹਾਂ ਜੀ ਠੀਕ ਹੈ ਜੀ, ਕੋਈ ਨਹੀਂ, ਮੈਂ ਨੰਬਰ ਲੱਗਾ ਸੀ ਸੇਵ ਕਰਨ ਤਾਂ ਮੈਂ ਤਾਂ ਪੁੱਛਿਆ ਸੀ ਤੁਹਾਡਾ, ਉਹਦੇ ਉੱਤੇ ਮੇਰੇ ਕੋਲ ਪਹਿਲਾਂ ਸੇਵ ਨਹੀਂ ਹੋਇਆ। ਠੀਕ ਹੈ, ਤੁਸੀਂ ਮੈਸੇਜ ਕਰ ਦਿਓ ਤੇ ਕੋਈ ਗੱਲ, ਨੋ ਵਰੀ, ਥੈਂਕ ਯੂ ਜੀ। ਚੰਗਾ ਜੀ, ਅੱਛਾ ਜ਼ਰੂਰੀ ਆ ਜੀ ਜਿਹੜਾ ਆਪਣਾ ਜਦੋਂ ਨਾ ਜੋ ਕੁਛ ਅਸੀਂ ਦੇਖਦੇ ਹਾਂ ਆਲੇ ਦੁਆਲੇ, ਹਾਂਜੀ ਠੀਕ ਹੈ, ਜਿੱਦਾਂ ਦਾ ਵਾਪਰ ਰਿਹਾ ਆ, ਹਾਂਜੀ, ਉਹਦੇ ਵਿੱਚ ਜੇ ਅਸੀਂ ਇੱਕ ਸੁਰਤਾ ਜਿਹੜੀ ਆ ਆਪ ਧਿਆਨ ਲਾ ਕੇ ਕਰਾਂਗੇ ਤੇ ਸਾਨੂੰ ਲੱਭ ਜਾਣਾ ਵੀ ਠੀਕ ਕੀ ਆ ਗਲਤ ਕੀ ਆ, ਪਛਾਣ ਵੀ ਹੋ ਜਾਣਾ। ਠੀਕ ਹੈ, ਉਹਦੇ ਲਈ ਲੋੜ ਜਿਹੜੀ ਆ, ਤੁਸੀਂ ਹੁਣ ਗੋਲਡੀ ਨੂੰ, ਵਰਿੰਦਰ ਸਿੰਘ ਗੋਲਡੀ ਨੂੰ ਕੱਲ ਅੰਗਰੇਜ਼ ਹੁਣਾਂ ਨੇ ਕਾਫੀ ਉਹਦੀਆਂ ਪੋਸਟਾਂ ਜਿਹੜੀਆਂ ਉਹ ਡਿਸਕਸ ਕੀਤੀਆਂ ਹਨਾ, ਜਿਹੜੇ ਬੰਦੇ ਇਹਨਾਂ ਦੇ ਗੱਲ ਜਦੋਂ ਆਪਣੀ ਗੁਰੂ ਵਾਲੇ ਮਸਲੇ ਦੇ ਉੱਤੇ ਸਾਡੇ ਇੱਥੇ ਹੋਈ ਆ ਹਨਾ, ਹੁਣ ਉਹਦੇ ਵਿੱਚ ਧੁੰਦੇ ਹੁਣਾਂ ਨੂੰ, ਪੰਥਪ੍ਰੀਤ ਹੁਣਾਂ ਨੂੰ ਇਹ ਗੱਲ ਜਿਹੜੀ ਆ, ਇਸ ਗੱਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ, ਬੋਲਣਾ ਚਾਹੀਦਾ ਸੀ ਅੱਗੇ ਹੋ ਕੇ ਪਈ ਨਹੀਂ ਯਾਰ, ਜਿੱਦਾਂ ਤੁਸੀਂ ਕਹਿੰਦੇ ਆ ਨਾ, ਇਦਾਂ ਨਹੀਂ ਹੈਗੀ, ਅਸੀਂ ਜਾਂਦੇ ਰਹੇ, ਇਹ ਕਮਜ਼ੋਰੀਆਂ ਹੈਗੀਆਂ ਉਹਨਾਂ 'ਚ, ਬੰਦਿਆਂ 'ਚ ਇਹ ਗੱਲਾਂ ਹੈਗੀਆਂ। ਠੀਕ ਹੈ, ਪਰ ਆ ਜੋ ਤੁਸੀਂ ਕਹਿ ਰਹੇ ਨਾ ਵੀ ਗੁਰੂ ਨੂੰ ਇਦਾਂ ਕਹਿੰਦੇ ਆ, ਠੀਕ ਹੈ, ਇਦਾਂ ਨਹੀਂ ਹੈਗੀ, ਜਾਣਦੇ ਸੀ ਉਹ। ਠੀਕ ਹੈ, ਹੁਣ ਉਹਨੇ ਜਾਣ ਬੁੱਝ ਕੇ ਜਿਹੜੀ ਕਮਿਊਨਿਟੀ, ਸਾਨੂੰ ਕੋਈ ਬੰਦਾ ਦੱਸੇ ਵੀ ਅਸੀਂ ਕਿਸੇ ਬੰਦੇ ਦਾ ਵਿਰੋਧ ਕਰਦਿਆਂ ਨੇ, ਉਹ ਕਿਸੇ ਨਜਾਇਜ਼ ਗੱਲ ਦੇ ਉੱਤੇ ਉਹਦੇ ਗਲ ਪਏ ਹੋਈਏ, ਉਹਦਾ ਜਿਹੜਾ ਗੁਣ ਆ ਉਹਨੂੰ ਲੁਕੋਇਆ ਹੋਵੇ ਵੀ ਨਹੀਂ ਆ ਚੀਜ਼ ਹੈ ਨਹੀਂ, ਕੋਈ ਕਿਸੇ ਤੇ ਨਜਾਇਜ਼ ਇਦਾਂ ਦਾ ਇਲਜ਼ਾਮ ਲਾਤਾ ਹੋਵੇ। ਠੀਕ ਹੈ, ਆਪਣੇ ਸਾਨੂੰ ਇਹ ਲੱਗਦਾ ਹੈ ਵੀ ਉਹਦੇ ਝੂਠੇ ਪੈ ਜਾਣਾ ਸੀ। ਜੇ ਅਗਲਾ ਸਾਹਮਣੇ ਆ ਗਿਆ, ਹੁਣ ਰੇਡੀਓ ਤੇ ਬੈਠੇ ਆ ਅਸੀਂ, ਇੱਥੇ ਗੱਲ ਅਗਲਾ ਫੋਨ ਕਰ ਲਵੇ, ਬਿਲਕੁਲ ਗੱਲ ਕਿੱਦਾਂ ਕਹੀ ਤੁਸੀਂ। ਹਾਂ, ਇੱਕ ਗੱਲ ਉਹ ਹੁੰਦੀ ਆ ਵੀ ਕਈ ਵਾਰੀ ਅਗਲੇ ਨੂੰ ਖਿਜਾਉਣ ਦੇ ਲਈ, ਚੜਾਉਣ ਦੇ ਲਈ ਮਜ਼ਾਕ ਦੇ ਵਿੱਚ ਕੋਈ ਗੱਲ ਕਹਿ ਦਈਏ ਜਾਣੀ ਵੱਖਰੀ ਗੱਲ ਆ, ਨਹੀਂ ਤਾਂ ਸੀਰੀਅਸਲੀ ਕਦੇ ਨਹੀਂ ਸਾਨੂੰ ਇਦਾਂ ਆਪਣੇ ਆਪ ਦੇ ਵਿੱਚ ਲੱਗਦਾ ਹੁੰਦਾ ਵੀ ਜੇ ਇਹ ਐਂਗਲ ਫੜਿਆ ਅਸੀਂ ਤੇ ਇਹ ਚੋਂ ਕਿਸੇ ਵੀ ਵੇਲੇ ਝੂਠੇ ਪੈ ਜਾਣਾ। ਠੀਕ ਹੈ, ਤੇ ਉਹ ਚੀਜ਼ ਚਾਹੀਦੀ ਆ ਸਾਨੂੰ ਫੇਰ ਲਈ ਜਾਣੀ ਜਿਹੜਾ ਆ ਉਹ ਜੇ ਕਿਤੇ ਕਰਦੇ। ਹੁਣ ਕੁਲਵਿੰਦਰ ਸਿੰਘ ਬਠਿੰਡਾ, ਪੰਥਪ੍ਰੀਤ ਹੁਣੀ, ਵੈਸੇ ਵੀ ਜਿਹੜੇ ਪੰਥਪ੍ਰੀਤ ਦੇ ਮਗਰ ਬੰਦੇ ਆ ਨਾ, ਮੈਂ ਕਹਿੰਦਾ ਸਾਰਿਆਂ ਤੋਂ ਜ਼ਿਆਦਾ ਮਾਝੀ ਤੇ ਢਪਾਲੀ ਆ ਨਾ, ਉਹਨਾਂ ਨੂੰ ਕੋਈ ਬੰਦਾ ਦੱਸੇ ਉਹਨੇ ਕਿੱਥੋਂ ਟ੍ਰੇਨਿੰਗ ਲਈ ਆ। ਪ੍ਰਭਦੀ ਪੁੱਛਦਾ ਸੀ ਨਾ ਵੀ ਜਾਗਰੂਕਤਾ ਦਾ ਸਰਟੀਫਿਕੇਟ ਕਿੱਥੋਂ ਲਿਆ, ਉਹ ਬੰਦੇ ਨੇ ਟ੍ਰੇਨਿੰਗ ਵੀ ਉਹਨਾਂ ਨੇ ਕਿੱਥੋਂ ਲਈ ਆ, ਦੱਸੋ। ਸਿਰਫ ਪੰਥਪ੍ਰੀਤ ਨੂੰ ਸੁਣ ਕੇ ਜਿੰਨੇ ਵੀ ਬੰਦੇ ਪੰਥਪ੍ਰੀਤ ਦੇ ਮਗਰ ਕਥਾ ਕਰ ਆ, ਉਹ ਸਾਰੇ ਇਦਾਂ ਹੀ ਆ ਵੀ ਸੁਣਦੇ ਸੀ, ਸੁਣ ਕੇ ਇਦਾਂ ਕਰਕੇ ਉਹ ਲਾਪੇ ਬੋਲਣ, ਨਕਲ ਮਾਰ ਕੇ। ਹੁਣ ਉਹਦੇ ਸ਼ੁਰੂ ਦੇ ਵਿੱਚ ਜਿਹੜੀ ਗੱਲ ਉਹ ਕਪੂਰ ਕਹਿੰਦਾ ਨਾ ਵੀ ਜਿਹੜਾ ਸਭ ਤੋਂ ਔਖਾ ਕਾਰਜ ਆ ਸਾਡੇ ਲਈ, ਉਹ ਸਾਡੇ ਆਪਣਿਆਂ ਦੇ ਗਲਤ ਵਿਹਾਰ ਦਾ ਵਿਰੋਧ ਕਰਨ ਦਾ ਆ, ਉਹ ਨਹੀਂ ਹੁੰਦਾ ਸਭ, ਬਿਲਕੁਲ ਨਹੀਂ ਹੁੰਦਾ। ਹੁਣ ਉੱਥੇ ਜੇ ਪੰਥਪ੍ਰੀਤ ਕਿਤੇ ਇਹ ਸੋਚਦਾ ਵੀ ਇਹ ਬੰਦੇ ਜਿੱਦਾਂ ਮਾਝੀ ਢਪਾਲੀ ਹੋਣੀ ਆ, ਇਹ ਇੰਨੀ ਏਡੀਆਂ ਗੱਲਾਂ ਮਾਰਦੇ ਆ ਇਦਾਂ, ਉਦੋਂ ਪੰਥਪ੍ਰੀਤ ਨੇ ਬਹੁਤ ਚੀਕਾਂ ਮਾਰੀਆਂ ਜਦੋਂ ਢਪਾਲੀ ਤੇ ਕੇਸ ਪਿਆ ਨਾ, ਉਦੋਂ ਜਿੰਨਿਆਂ ਜਣਿਆਂ ਨੇ ਵੀ ਜਸਵਿੰਦਰ ਨੂੰ ਫੋਨ ਕੀਤਾ, ਇਦਾਂ ਗੱਲ ਕੀਤੀ ਇਹਨਾਂ ਵੀ ਭਾਈ ਉਹ ਬੰਦੇ ਤੇ ਕੇਸ ਪੈ ਗਿਆ, ਉਹਦਾ ਰੌਲਾ ਪਿਆ ਵੀ ਤੁਸੀਂ ਮਦਦ ਕਰੋ ਉਹਦੀ, ਖੜੋ ਤੁਸੀਂ ਮਾਰੋ ਤਾਂ ਦਬਕਾ। ਹੁਣ ਪੰਥਪ੍ਰੀਤ ਮਾਰ ਦਿੰਦਾ ਦਬਕਾ ਇੱਕ ਵਾਰੀ ਵੀ ਕਿਸ ਬੰਦੇ ਨੇ ਕੀਤਾ ਕੇਸ ਭਾਈ ਸਾਡੇ ਮੇਰੇ ਤੇ ਕਰੇ, ਮੈਂ ਕਹਿੰਦਾ ਗੱਲ ਇਹ ਬਿਲਕੁਲ ਹਨਾ। ਹੁਣ ਮੰਨ ਲਓ 50 ਪ੍ਰਚਾਰਕ ਇੱਕ ਦਿਨ ਇੱਕ ਬੋਲ ਦਿੰਦਾ, ਇੱਕ ਦਿਨ ਦੂਆ ਬੋਲ ਦਿੰਦਾ ਹਨਾ, ਗੱਲ ਹੈਗੀ ਆ ਇਹ, ਜਵਾਬ ਦਿਓ ਸਾਨੂੰ, ਚਾਹੇ ਉਹ ਕਾਲੀ ਦੇਵੀ ਦੇ ਬਾਰੇ ਆ, ਚਾਹੇ ਸ਼ਿਵ ਜੀ ਬਾਰੇ ਆ ਹਨਾ। ਤੁਸੀਂ ਉਦਾਂ ਕਹਿੰਦੇ ਕਰਦੇ ਅਸੀਂ ਗੱਲ ਸੱਚ ਕਹਿੰਦੇ ਆ, ਗੁਰਬਾਣੀ ਗੁਰੂ ਆ ਜੀ, ਗੁਰੂ ਤੁਰਕੀ ਬਾਣੀ ਆ ਇਹ, ਹੁਣ ਤੁਰਕੀ ਬਾਣੀ ਉੱਥੇ ਬੋਲੋ ਤਾਂ ਜਰਾ ਫੇ ਕਹੋ ਤਾਂ ਕਿ ਪਾਂਡੇ ਤੁਮਰਾ ਰਾਮਚੰਦ ਉਹ ਵੀ ਆਵਤ ਦੇਖਿਆ ਥਾ ਹਨਾ, ਸ਼ਿਵ ਜੀ ਦੇ ਬਾਰੇ ਜੋ ਕਿਸੇ ਧੌਲੇ ਬਲਦ ਦੀ ਗੱਲ ਆਈ ਉਹ ਕਹੋ ਤਾਂ ਠੀਕ। ਉਹ ਹੁਣ ਜਦੋਂ ਢਪਾਲੀ ਦੇ ਉੱਤੇ ਪਈ ਜਾਣੀ, ਉਦੋਂ ਫੇਰ ਨਹੀਂ ਇਹੀ ਜਵਾਬ ਦਿੱਤਾ ਜਸਵਿੰਦਰ ਨੂੰ, ਇਹਨਾਂ ਨੂੰ ਜਿੰਨਿਆਂ ਨੇ ਵੀ ਫੋਨ ਕਰਕੇ ਕਿਹਾ ਇਦਾਂ, ਕਹਿੰਦੇ ਲੈ ਸਾਨੂੰ ਕਿਹੜਾ ਪੁੱਛ ਕੇ ਬੋਲੇ ਆ, ਆਪਣੀ ਮਰਜ਼ੀ ਨਾਲ ਪੰਗਾ ਲਿਆ ਹੀ ਨਹੀਂ। ਠੀਕ ਹੈ, ਹੁਣ ਜਦ ਕਿ ਇਹ ਗੱਲ ਉਹਨਾਂ ਦੇ ਬੋਲਣ ਤੋਂ ਪਹਿਲਾਂ ਕਹਿਣੀ ਚਾਹੀਦੀ ਸੀ ਵੀ ਭਾਈ ਤੁਹਾਡਾ ਨਾਂ ਆ, ਮੇਰੇ ਨਾਲ ਜੁੜਿਆ ਆ, ਜਿਹੜੀ ਵੀ ਗੱਲ ਬੋਲਣੀ ਆ ਮਸ਼ਹੂਰ ਹੋਣ ਲਈ ਨਾ ਕਿਤੇ ਬੋਲਿਓ, ਨਹੀਂ ਤਾਂ ਨਵੇਂ ਮੁੰਡਿਆਂ ਨੂੰ ਹੁੰਦੀ ਆ। ਧੁੰਦਾ ਜੀ ਦੇ ਪਿੱਛੇ ਕਿੰਨੇ ਮੁੰਡੇ ਕਥਾਕਾਰ ਆਏ ਆ, ਉਹ ਇਦਾਂ ਬੋਲੀ ਜਾਂਦੇ ਆ, ਤਾਂ ਹੁਣ ਤਾਂ ਫੇਰ ਠੱਲ ਪੈ ਗਈ ਨਾ
ਛਬੀਲ ਲੱਗਣ ਤੋਂ ਬਾਅਦ ਤਾਂ ਇਦਾਂ ਮੁਰਝਾ ਜਾਏਗਾ ਹੀ ਜਾਣੀ। ਠੀਕ, ਉਹ ਤੋਂ ਪਹਿਲਾਂ ਤਾਂ ਨਾ ਟਕਸਾਲ ਬਾਰੇ, 10ਮ ਗ੍ਰੰਥ ਬਾਰੇ, ਬਲਜੀਤ ਸਿੰਘ ਦਿੱਲੀ ਵਾਲੇ ਦੀਆਂ ਵੀਡੀਓ ਸਾਰੀਆਂ ਸੁਣ ਕੇ ਦੇਖਿਓ ਤੁਸੀਂ, ਤੁਹਾਨੂੰ ਪਤਾ ਲੱਗ ਜਾਣਾ। ਏਦਾਂ ਬੋਲਦਾ ਜਾਣੀ ਬੰਦਾ ਕਹੇ ਵੀ ਯਾਰ ਹੈ ਕੀ ਆ ਇਹ, ਔਕਾਤ ਕੀ ਹੈ, ਬਸ ਉਸੇ ਵੇਲੇ ਫਿਰ ਪੈਰਾਂ ਤੇ ਡਿੱਗ ਪੈਣਾ ਜਦੋਂ ਫੋਨ ਕਰਨਾ ਕਿਸੇ ਨੇ। ਠੀਕ ਹੈ, ਹੁਣ ਅਮਰੀਕ ਸਿੰਘ ਚੰਡੀਗੜ੍ਹ ਵਾਲਾ ਜਜ਼ਬਾਤੀ ਹੋ ਕੇ ਉਹ ਚੀਜ਼ ਨੂੰ ਜਾਣੀ ਤੁਹਾਨੂੰ ਸੰਸਥਾ ਨੂੰ ਜ਼ਿੰਮੇਵਾਰੀ ਚੱਕ ਕੇ, ਹੁਣ ਖਾਸ ਕਰਕੇ ਜਦੋਂ ਪੰਥਪ੍ਰੀਤ ਦੀ ਗੱਲ ਆਉਂਦੀ ਆ, ਕਿਉਂਕਿ ਉਹ ਕੋਈ ਟ੍ਰੇਨਿੰਗ ਨਹੀਂ ਸੀ ਹੋਈ, ਉਹ ਸਿਰਫ ਇਹ ਤੋਂ ਸੁਣ ਕੇ ਲੱਗੇ ਸੀ, ਇਹਦਾ ਨਾਂ ਜੁੜਦਾ ਸੀ। ਇਹਨੂੰ ਚਾਹੀਦਾ ਸੀਗਾ ਵੀ ਉਹ ਟਾਈਮ ਦੇ ਨਾਲ ਜਦੋਂ ਗੱਲ ਉਹ ਕਰਦੇ ਸੀ, ਟਾਈਮ ਟੂ ਟਾਈਮ ਬਿਠਾ ਕੇ ਉਹਨਾਂ ਦੀਆਂ ਮੀਟਿੰਗਾਂ ਕਰਕੇ ਵੀ ਭਾਈ ਏਦਾਂ ਕਰਕੇ ਐਵੇਂ ਨਾ ਮੇਰੀ ਰੀਸੇ ਬੋਲੀ ਜਾਇਓ, ਜਿਹੜੀਆਂ ਗੱਲਾਂ ਮੈਂ ਕਹਿੰਦਾ ਉਹਦੇ ਪਿੱਛੇ ਇੱਕ ਤਾਂ ਤੱਥ ਆ, ਮੇਰਾ ਤਜਰਬਾ ਆ, ਦੂਜੀ ਗੱਲ ਮੈਂ ਰਿਸਕ ਲੈ ਕੇ ਬੋਲ ਰਿਹਾ। ਮੈਂ ਤਾਂ ਉਹਨਾਂ ਦਿਨਾਂ ਚ ਬੋਲਦਾ ਸੀ ਜਦੋਂ ਸੁਣਨੇ ਵਾਲੇ 10 ਬੰਦੇ ਨਹੀਂ ਸੀ ਹੁੰਦੇ, ਬਾਬੇ ਗੋਲੀ ਮਾਰਨ ਨੂੰ ਫਿਰਦੇ ਸੀ। ਠੀਕ ਹੈ, ਤੁਸੀਂ ਲੱਗੇ ਆ ਉਦੋਂ ਜਦੋਂ ਮੇਰੇ ਮੂਹਰੇ 4-5 ਹਜ਼ਾਰ ਬੰਦਾ ਬੈਠ ਕੇ ਸੁਣਨ ਲੱਗਾ ਆ, ਜਦੋਂ ਮਹੀਨੇ ਦੇ 30-40 ਦੀਵਾਨ ਬੁੱਕ ਹੁੰਦੇ ਆ, ਤੁਸੀਂ ਉਹ ਚੀਜ਼ ਨੂੰ ਦੇਖ ਕੇ ਲੱਗੇ ਆ, ਤੁਸੀਂ ਵਿਰੋਧ ਨਹੀਂ ਸਿਆ ਜੇ। ਇਸ ਕਰਕੇ ਜਿਹੜੀ ਗੱਲ ਕਿਸੇ ਦੀ ਬੇਇੱਜ਼ਤੀ ਕਰਨ ਵਾਲੀ, ਕਿਸੇ ਦੇ ਵਿਰੁੱਧ ਕਹਿਣੀ ਆ, ਉਹ ਇਹ ਸੋਚ ਕੇ ਕਿਹੋ ਵੀ ਇਹਦੇ ਉੱਤੇ ਸਵਾਲ ਉੱਠਣੇ ਆ, ਤੁਹਾਡੇ ਤੇ ਕੇਸ ਹੋਣੇ ਆ, ਇਹ ਗੱਲ ਪਹਿਲਾਂ ਕਹਿੰਦਾ, ਉਦੋਂ ਨਹੀਂ ਕਹੀ। ਪਰ ਜਦੋਂ ਗੱਲ ਪੈ ਗਈ ਫਿਰ ਅਗਲੇ ਨੂੰ ਕਹਿੰਦਾ ਮੈਂ ਥੋੜਾ, ਉਹਨੂੰ ਇਹ ਗੁੱਸਾ ਤਾਂ ਅੰਦਰ ਸੀਗਾ ਉਹਦੇ ਪੰਥਪ੍ਰੀਤ ਦੇ, ਇਹ ਤਾਂ ਗਰੰਟੀ ਆ, ਉਹਨੂੰ ਲੱਗਦਾ ਹੋਣਾ ਵੀ ਦੇ ਫੁਕਰੇ ਕਿੱਦਾਂ ਫੁਕਰੀਆਂ ਮਾਰੀ ਜਾਂਦੇ, ਪਰ ਟੋਕਿਆ ਨਹੀਂ, ਉਹ ਕੱਢਿਆ ਉਦੋਂ ਜਦੋਂ ਕੇਸ ਪੈ ਗਿਆ, ਕਹਿੰਦਾ ਮੈਂ ਕਿਹਾ ਸੀ ਤੁਹਾਨੂੰ ਬੋਲਣ ਨੂੰ, ਆਪਣੀ ਮਰਜ਼ੀ ਨਾਲ ਲਿਆ ਪੰਗਾ, ਕਰੋ ਨਜਿੱਠੋ ਹੁਣ। ਠੀਕ ਹੈ, ਉਹ ਚੀਜ਼ ਜਾਣੀ ਜਿਹੜੀ ਇਦਾਂ ਸਾਰੇ ਅੰਦਰ ਕਿਤੇ ਨਾ ਕਿਤੇ ਜਿਹੜੀ ਆ ਚਾਹੀਦੀ ਸੀ ਵੀ ਜੇ ਉਹਨੂੰ ਕਾਬੂ ਕਰਕੇ ਆਪ ਫੇਰ ਲਈ ਆਪੇ ਡੀਲ ਕਰਦੇ। ਹੁਣ ਕੁਲਵਿੰਦਰ ਬਠਿੰਡੇ ਵਰਗੇ ਬੰਦੇ ਨਾ ਨੂੰ ਅਕਲ ਨਾ ਥੋ, ਹਨਾ, ਉਹਨਾਂ ਨੇ ਚੱਕ ਕੇ ਸਾਡੇ ਇੱਥੇ ਆ ਬੈਠੇ ਨਿਊਜ਼ੀਲੈਂਡ, ਇਹਨਾਂ ਨੂੰ ਕੰਮੇ ਹੀ ਇਹ ਆ ਵੀ ਇਨੀ ਉਦਾਂ ਟੱਬਰ ਚ ਬੈਠ ਕੇ ਮੈਂ ਗਰੰਟੀ ਦਿੰਨਾ, ਇੱਕ ਆਪਣੇ ਘਰ ਚ ਬੈਠ ਕੇ ਕੋਈ ਨਹੀਂ ਰੇਡੀਓ ਸੁਣਦਾ ਹੁਣ। ਠੀਕ ਹੈ ਜੀ, ਠੀਕ ਹੈ। ਦੂਜੀ ਗੱਲ ਇਹ ਆ ਜਿਹੜੇ ਸਾਡੇ ਵਿਰੁੱਧ ਜਿਹੜੀਆਂ ਕਰਦੇ ਵੀ ਆ, ਇਹ ਜਿਹੜੀਆਂ ਆਡੀਓ ਵੀ ਕਰਦੇ ਆ, ਉਹਨਾਂ ਚੋਂ ਕੋਈ ਵੀ ਬੰਦਾ ਆਪਣੇ ਪਰਸਨਲ ਫੇਸਬੁੱਕ ਦੇ ਉੱਤੇ ਸ਼ੇਅਰ ਨਹੀਂ ਕਰਦਾ। ਠੀਕ ਹੈ, ਕਿਉਂਕਿ ਪਤਾ ਆ ਵੀ ਟੀਵੀਆਂ ਨੇ ਸੁਣਨੀਆਂ, ਟੱਬਰਾਂ ਨੇ ਦੇਖਣੀਆਂ, ਰਿਸ਼ਤੇਦਾਰਾਂ ਨੇ ਦੇਖਣੀ, ਕਹਿਣਾ ਕਿ ਜੱਬਲੀਆਂ ਮਾਰਨ ਲੱਗੇ ਹੋ ਤੁਸੀਂ, ਕੁਝ ਸਹੀ ਕੰਮ ਕਰ ਲਓ ਤਾਂ। ਠੀਕ ਹੈ, ਉਹ ਇੱਕ ਲੋਗੜ ਦੇ ਉੱਤੇ ਪਾ ਕੇ ਪੇਜ ਦੇ ਉੱਤੇ ਤੇ ਆਰਾਮ ਨਾਲ ਤਸੱਲੀ ਕਰਕੇ ਬਹਿ ਜਾਂਦੇ। ਠੀਕ ਹੈ, ਹੁਣ ਜੇ ਉਹ ਤੋਂ ਬਾਅਦ ਜਿਹੜੇ ਇਲਜ਼ਾਮ ਵੀ ਲੱਗਦੇ ਆ, ਜਿਹੜੀ ਗੱਲ ਵੀ ਹੁੰਦੀ ਜਿਹੜੀ ਸਾਡੇ ਵਿਰੁੱਧ ਵੀ ਕਰਨੀ ਆ, ਉਹਦੇ ਲਈ ਵੀ ਕਿਸੇ ਗੱਲ ਦੇ ਉੱਤੇ ਖੜੇ ਨਹੀਂ ਹੁੰਦੇ। ਠੀਕ ਹੈ, ਬਸ ਇੱਕ ਪਾਸਾ ਜਾਣੀ ਕਰਕੇ ਵੀ ਅਸੀਂ ਉਹਨਾਂ ਨੂੰ, ਜਿੱਦਾਂ ਹੁਣ ਅਸੀਂ ਢੱਡਰੀਆਂ ਵਾਲਿਆਂ ਦੇ ਹੱਕ 'ਚ ਬੋਲਦੇ ਆ ਤੇ ਪ੍ਰਚਾਰਕਾਂ ਦੇ ਬਾਰੇ ਕੋਈ ਗੱਲ ਕਹਿ ਦਈਦੀ ਆ, ਉਹਦੇ ਉਲਟ ਉਹਨਾਂ ਨੂੰ ਲੱਗਦਾ ਵੀ ਉਹ ਢੱਡਰੀਆਂ ਵਾਲੇ ਦੇ ਵਿਰੁੱਧ ਬੋਲਣਗੇ ਤੇ ਪ੍ਰਚਾਰਕਾਂ ਦੇ ਹੱਕ 'ਚ ਬੋਲਣਗੇ। ਠੀਕ ਹੈ, ਠੀਕ ਹੈ, ਨਾ ਕੋਈ ਉਹਦੇ ਪਿੱਛੇ ਤਰਕ ਆ, ਨਾ ਕੋਈ ਲੌਜਿਕ ਆ, ਹਨਾ। ਤੇ ਜ਼ਰੂਰ ਜੀ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਵੀ ਬੰਦਾ ਇਸ ਤਰੀਕੇ ਨਾਲ ਕਰਦਾ, ਹਨਾ, ਹੁਣ ਉਹ ਸੌਰੀ ਜਿਹੜੀ ਮੈਂ ਗੱਲ ਕਹਿਣ ਲੱਗਾ ਸੀ ਵੀ ਇਹ ਬੰਦੇ ਉਦਾਂ ਨਹੀਂ ਰੇਡੀਓ ਸੁਣਦੇ, ਪਰ ਇਸ ਮਕਸਦ ਨਾਲ ਗੱਡੀਆਂ 'ਚ ਬਹਿ ਕੇ, ਟਰੱਕਾਂ 'ਚ ਬਹਿ ਕੇ, ਕਾਰਾਂ 'ਚ ਬਹਿ ਕੇ ਜਾਂ ਰਾਤ ਨੂੰ ਕੰਨਾਂ ਤੇ ਲਾ ਕੇ ਸੁਣਦੇ ਆ ਵੀ ਇਹਦੇ ਵਿੱਚੋਂ ਗਲਤੀ ਕਿੱਥੋਂ ਫੜੀਏ। ਬਿਲਕੁਲ ਜੀ, ਠੀਕ ਹੈ। ਹੁਣ ਜਿਹੜਾ ਸਾਡੇ ਵਿਰੁੱਧ ਸ਼ਿਕਾਇਤਾਂ ਦੀ ਮੁਹਿੰਮ ਸੀ, ਉਹ ਵੀ ਇਹਦੇ ਵਿੱਚੋਂ ਨਿਕਲੀ ਆ, ਜਦ ਕਿ ਸ਼ਿਕਾਇਤ ਦਾ ਹੱਕ ਜਿਹੜਾ ਨਾ ਉਸ ਬੰਦੇ ਨੂੰ ਆ ਜਿਹੜਾ ਬੰਦਾ ਉਹਦਾ ਬੈਨੀਫਿਟ, ਉਹਦੇ ਸੰਬੰਧ 'ਚ ਕੁਝ ਕਰ ਰਿਹਾ ਆ, ਉਹ ਸ਼ਿਕਾਇਤ ਲਾ ਸਕਦਾ, ਉਹ ਕੰਪਲੇਂਟ ਕਰ ਸਕਦਾ। ਠੀਕ ਹੈ, ਹੁਣ ਘਰ ਦੇ ਵਿੱਚ ਦਾਲ ਸਬਜ਼ੀ ਆ, ਕੋਈ ਇੱਥੇ ਹੁਣ ਗੁਰਦੁਆਰੇ 'ਚ ਆ, ਠੀਕ ਹੈ, ਗੁਰਦੁਆਰੇ 'ਚ ਲੰਗਰ ਬਣਦਾ, ਕੁਝ ਹੋ ਰਿਹਾ ਆ, ਜਿਹੜਾ ਬੰਦਾ ਇੱਥੇ ਆਉਂਦਾ ਉਹ ਤਾਂ ਕਹੇ ਵੀ ਲੂਣ ਘਟਿਆ। ਠੀਕ ਹੈ, ਹੁਣ ਜਿਹੜਾ ਬੰਦਾ ਆਉਂਦਾ ਨਹੀਂ, ਜੇ ਉਹ ਇਦਾਂ ਰੋਜ਼ 10 ਮਿੰਟ ਕੱਢ ਕੇ ਸਾਰੇ ਪਤੀਲੇ 'ਚ ਥੋੜੀ ਥੋੜੀ ਇਦਾਂ ਦਾਲ ਸਬਜ਼ੀ ਦਾ ਪਾ ਕੇ, ਹਨਾ, ਦੇਖ ਕੇ ਇਦਾਂ ਚੱਲ ਜਵੇ, ਮੁੜ ਕੇ ਦੂਜੇ ਦਿਨ ਫੇਰ ਚੱਲ ਗਿਆ, ਜਿੱਦਣ ਉਹਨੂੰ ਕਿਹਾ ਵੀ ਮਿਰਚ ਜ਼ਿਆਦੇ ਆ, ਮਿਰਚ ਜ਼ਿਆਦੇ, ਸੰਗ ਚ ਰੌਲਾ ਪਾਉਣ ਲੱਗ ਪਵੇ ਆ ਕੇ, ਉਹਨੂੰ ਤਾਂ ਅਗਲਾ ਕਹੂਗਾ ਵੀ ਤੂੰ ਛਕੂ ਲੈਣਾ ਤੈਂ, ਜਦੋਂ ਤੂੰ ਆਉਂਦਾ ਨਹੀਂ ਗੁਰਦੇ, ਤੂੰ ਲੰਗਰ ਨਹੀਂ ਛਕਣਾ, ਹਨਾ, ਵੀ ਤੈਨੂੰ ਸਾਨੂੰ ਤਾਂ 15 ਦਿਨ ਹੋ ਗਏ ਤੈਨੂੰ ਦੇਖਦੇ ਨੂੰ, ਵੀ ਤੂੰ ਅੱਧੀ ਕੜਛੀ ਪਾ ਕੇ ਕੋਲੀ ਦੇ ਵਿੱਚ ਪਰੇ ਹੋ ਕੇ ਖਾ ਕੇ ਨਿਕਲ ਜਾਂਦਾ ਸੀ, ਉਹਨੂੰ ਤੂੰ ਇਹੀ ਲੱਭਦਾ ਸੀ, ਤੂੰ ਨੁਕਸ ਲੱਭਦਾ ਸੀ, ਉਹਨੂੰ ਥੋੜਾ ਹੱਕ ਆ, ਕੋਈ ਹੱਕ ਨਹੀਂ, ਹਨਾ। ਹੁਣ ਘਰ ਦੇ ਵਿੱਚ ਜਿਹੜਾ ਬੰਦਾ ਜ਼ਿੰਮੇਵਾਰੀ ਨਿਭਾਉਂਦਾ ਆ, ਠੀਕ ਹੈ, ਹੁਣ ਤੁਸੀਂ ਆਪਣੇ ਵਾਈਫ ਤੁਹਾਡੀ ਦਾਲ ਸਬਜ਼ੀ ਬਣਾਉਂਦੀ ਆ, ਤੁਸੀਂ ਤਾਂ ਕਹਿ ਦਵੋ ਉਹਨੂੰ ਵੀ ਲੂਣ ਘਟਿਆ, ਹਨਾ। ਜੇ ਗੁਆਂਢੀ ਆ ਕੇ ਕਹੇ ਵੀ ਮੈਨੂੰ ਵੜ ਜੇ ਦਾਲ ਦਿਖਾ ਲਓ ਤੁਸੀਂ ਆਪਣੀ, 2 ਚਮਚੇ ਦਿਓ, ਹਨਾ, ਵੀ ਮੈਂ ਖਾ ਕੇ ਫਿਰ ਨੁਕਸ ਕੱਢਣਾ ਮੈਂ ਜਾਣੀ, ਉਹਦਾ ਸੁਣੋਗੇ ਤੁਸੀਂ? ਹੁਣ ਜਦੋਂ ਤੁਸੀਂ ਇਹਦੇ ਬੈਨੀਫਿਟ ਹੀ ਨਹੀਂ ਲੈਣਾ ਚਾਹੁੰਦੇ ਕੋਈ, ਤੁਹਾਨੂੰ ਲੱਗਦਾ ਠੀਕ ਹੀ ਨਹੀਂ, ਫਿਰ ਤੁਸੀਂ ਨਾ ਸੁਣੋ। ਸਹੀ ਗੱਲ ਹੈ, ਹਨਾ।
ਤੁਸੀਂ ਸਾਰੀ ਰਾਤ ਆਪਣੀ ਖੱਜਲ ਕਰਦੇ ਆ, ਜਾਗਦੇ, ਫਿਰ ਬਲੱਡ ਪ੍ਰੈਸ਼ਰ ਵਧਾਉਨੇ ਆ, ਹਨਾ, ਫਿਰ ਉਹਦੇ ਵਿੱਚੋਂ ਮਿਹਨਤ ਕਰਕੇ ਲੱਭਦੇ ਆ, ਤੇ 30 ਸੈਕਿੰਡ ਦਾ ਲੱਭ ਗਿਆ ਵੀ ਇਹ ਗੱਲ ਫਲਾਨੀ ਨੂੰ ਕਹੀ ਆ, ਹਨਾ, ਫਿਰ ਉਹ ਬਣਾ ਕੇ WhatsApp ਦੇ ਉੱਤੇ ਫਿਰ ਭੇਜਦੇ ਆ, ਹਨਾ। ਹੁਣ ਚੱਕ ਕੇ ਕਦੇ ਤੁਸੀਂ ਇਦਾਂ ਕਹਿੰਦੇ ਵੀ ਸਿੱਖੀ ਦਾ ਨੁਕਸਾਨ ਕਰ ਰਿਹਾ, ਕਦੇ ਆਹ ਕਰ ਰਹੇ ਆ, ਹਨਾ। ਉਹਦੇ ਇਸ ਮੈਂਟਲਿਟੀ ਦੇ ਵਿੱਚੋਂ ਉਹ ਜਿਹੜੀ ਗੁਰੂ ਦੀ ਨਿੰਦੇ ਵਾਲੀ ਗੱਲ ਆ ਉਹ ਨਿਕਲੀ ਆ। ਠੀਕ ਹੈ ਜੀ। ਕੋਈ ਵੀ ਬੰਦਾ ਉਹ ਗੱਲ ਕਰੇ ਸਾਡੇ ਨਾਲ, ਜਿਹੜਾ ਬੰਦਾ ਰੈਗੂਲਰ ਰੇਡੀਓ ਸੁਣਦਾ ਆ, ਉਹ ਔਨ 에ਅਰ ਗੱਲ ਕਰੇ। ਹਾਂਜੀ ਹਾਂਜੀ। ਤੇ ਮੈਂ ਉਹ ਤੋਂ ਮਹੀਨਾ ਪਹਿਲਾਂ ਤੇ ਮਹੀਨਾ ਬਾਅਦ ਚ ਮੈਂ ਸੁਣਿਆ, ਮੈਨੂੰ ਆਹ ਗੱਲ ਗਲਤ ਲੱਗੀ ਆ। ਕੋਈ ਨਹੀਂ ਹੋਊਗਾ। ਜਿਹੜੇ ਬੰਦਿਆਂ ਨੇ ਰੌਲਾ ਪਾਇਆ ਉਹਨਾਂ ਚੋਂ ਕੋਈ ਵੀ ਬੰਦਾ ਰੇਡੀਓ ਨਹੀਂ ਸੁਣਦਾ। ਬਿਲਕੁਲ। ਉਹਨਾਂ ਦਾ ਕੋਈ ਮਕਸਦ ਨਹੀਂ ਸੁਣਨ ਦੇ ਨਾਲ, ਉਹਨਾਂ ਨੂੰ ਤਾਂ ਛੱਡ ਦੇਣਾ ਚਾਹੀਦਾ ਸੀ। ਹਾਂਜੀ। ਜਿੱਥੇ ਤੁਸੀਂ ਜਾਂਦੇ ਨਹੀਂ, ਜਿਸ ਗੁਰਦੁਆਰੇ ਜਾਂਦੇ ਨਹੀਂ, ਉੱਥੇ ਲੂਣ ਵੱਧ ਵੀ ਹੋਵੇ, ਹਾਂਜੀ, ਤੁਹਾਨੂੰ ਕੀ? ਬਿਲਕੁਲ ਬਿਲਕੁਲ। ਫਿਰ ਤੁਸੀਂ ਕਹਿੰਦੇ ਸਾਡਾ ਗੁਰੂ, ਤੁਹਾਡਾ ਗੁਰੂ ਨਾਲ ਕੀ ਲੈਣਾ ਦੇਣਾ ਭਾਈ? ਕਿਹੜਾ ਬੰਦਾ ਇਹਨਾਂ ਚੋਂ ਜਿਹੜਾ ਕਹਿੰਦਾ ਗੁਰੂ ਨਾਲ ਲੈਣਾ ਦੇਣਾ ਆ? ਹਾਂਜੀ, ਠੀਕ ਹੈ। ਹੁਣ ਸਾਡੇ ਆਪਣੇ ਸਾਰਿਆਂ ਦੇ ਉੱਤੇ ਆ, ਸਾਨੂੰ ਸਾਰਿਆਂ ਨੂੰ ਪਤਾ ਵੀ ਮੇਰਾ ਨਿੱਜ ਕਿੰਨਾ ਆ। ਹਾਂਜੀ, ਠੀਕ ਹੈ। ਮੇਰਾ ਹੁਣ ਅਸੀਂ ਆ, ਕੋਈ ਬੰਦਾ ਹੈਂਕੜ, ਮੇਰੇ ਵਰਗਾ ਬੰਦਾ ਆਪਣੀ ਹੈਂਕੜ ਲਈ ਕਰਦਾ, ਇਦਾਂ ਲਿਫਟ ਥੋੜੇ ਜਾਣਾ ਅਸੀਂ। ਹਾਂਜੀ। ਹੁਣ ਅਸੀਂ ਇੱਥੇ ਬੈਠ ਕੇ ਇਦਾਂ ਰੌਲਾ ਪਾਈ ਜਾਈਏ ਵੀ ਗੁਰੂ ਦੀ ਖਾਤਰ ਅਸੀਂ ਪਰਵਾਹ ਨਹੀਂ ਕਰੀਦੀ। ਅਸੀਂ ਇੱਕ ਵਾਰ ਵੀ ਕੋਈ ਬੰਦਾ ਦੱਸਦਾ ਵੀ ਅਸੀਂ 5 ਸਾਲਾਂ 'ਚ ਇਹ ਗੱਲ ਇੱਥੇ ਕਹਿ ਦਿੱਤੀ ਹੋਵੇ ਵੀ ਸਾਨੂੰ ਗੁਰੂ ਦਾ ਫਿਕਰ ਬਹੁਤ ਆ, ਤਾਂ ਬੋਲਦੇ ਆ ਅਸੀਂ। ਹਾਂਜੀ। ਵੀ ਅਸੀਂ ਏਦਾਂ ਗੁਰੂ ਦੇ ਬਾਰੇ ਨੁਕਸਾਨ ਹੁੰਦਾ ਅਸੀਂ ਹੋਣ ਨਹੀਂ ਦਿਆਂਗੇ। ਚਾਹੇ ਭਗਤ ਰਵਿਦਾਸ ਜਿਹੜਾ ਉਹਦੇ ਨਾਲ ਸੰਬੰਧਿਤ ਸਾਡਾ, ਚਾਹੇ ਕਾਮਰੇਡਾਂ ਨਾਲ ਹੋਇਆ, ਅਸੀਂ ਕਿਤੇ ਵੀ ਇਹ ਚੀਜ਼ ਨਹੀਂ ਇਹ ਆਪਣਾ ਮੋਹਰੇ ਰੱਖੀ ਵੀ ਸਾਨੂੰ ਗੁਰੂ ਦੀ ਸਾਡੇ ਦੀ ਨਿੰਦਿਆ ਹੋ ਰਹੀ ਆ, ਤਾਂ ਨਹੀਂ। ਅਸੀਂ ਗੱਲ ਸਮਾਜ ਦੀ ਆ, ਗੱਲ ਵੈਸੇ ਲੌਜਿਕ ਤੋਂ ਰਹਿ ਤੇ ਆ ਜਿਹੜੀ ਕਰਦੀ, ਜਿਹਦੇ ਉੱਤੇ ਅਸੀਂ ਸਟੈਂਡ ਲਿਆ। ਠੀਕ ਹੈ। ਇਹ ਚਲੋ ਆਪਣੇ ਆਪ ਦੇ ਵਿੱਚ ਕਰ ਰਹੇ ਆ ਜੋ, ਪਰ ਜਿਹੜੇ ਜ਼ਿੰਮੇਵਾਰ ਬੰਦੇ, ਜਿਹੜੇ ਆਗੂ ਬੰਦੇ ਇਹਨਾਂ ਦੇ, ਉਹਨਾਂ ਨੂੰ ਬੇਨਤੀ ਆ ਵੀ ਇਦਾਂ ਨਹੀਂ ਸਰਨਾ। ਤੁਸੀਂ ਇਹ ਗੱਲਾਂ ਦੇ ਲਈ ਆਪ ਕੇਅਰਫੁਲ ਹੋਇਆ ਕਰੋ। ਜਦੋਂ ਸਮਾਂ ਰਹਿੰਦੇ ਤੇ ਜਦੋਂ ਸ਼ੁਰੂ ਹੁੰਦਾ ਕੁਛ, ਜਦੋਂ ਹਿਲਜੁਲ ਸ਼ੁਰੂ ਹੁੰਦੀ ਆ, ਉਦੋਂ ਇਹਨਾਂ ਨੂੰ ਚਾਹੀਦਾ ਵੀ ਸਟੈਂਡ ਲੈਣ, ਆਵਾਜ਼ ਉੱਚੀ ਕਰਕੇ ਕਹਿਣ ਅਗਲੇ ਨੂੰ ਵੀ ਨਾ ਭਾਈ ਇਹ ਗੱਲ ਨਾ ਕਰੋ, ਇਹ ਠੀਕ ਨਹੀਂ ਹੈਗੀ। ਬਿਲਕੁਲ ਬਿਲਕੁਲ। ਫਿਰ ਚਲੋ ਆਪਾਂ ਗੱਲ ਕਰਨੀ ਆ ਜੀ, ਇੱਕ ਧੁੰਦਾ ਜੀ ਦਾ ਕਲਿੱਪ ਆ ਛੋਟਾ ਜਿਹਾ, ਇਹਨੂੰ ਸੁਣਿਓ। ਇੱਕ ਦੋ ਗੱਲਾਂ ਮੈਂ ਪਹਿਲਾਂ ਗੱਲ ਕਰਦਾ ਸੀਗਾ ਵੀ ਇਹ ਬੰਦੇ ਜਿਹੜੀ ਵੀ ਗੱਲ ਕਹਿੰਦੇ ਆ ਉਹਦੀ ਜ਼ਿੰਮੇਵਾਰੀ ਨਹੀਂ ਲੈਂਦੇ। ਬਿਲਕੁਲ ਜੀ। ਠੀਕ ਹੈ। ਜਿਹੜੀ ਵੈਸੇ ਵੀ ਹੁਣ ਪੰਥਪ੍ਰੀਤ ਦਾ ਮੀਟ ਵਾਲੀ ਗੱਲ ਤੋਂ ਹੋ ਹੀ ਗਿਆ ਆ, ਬਾਕੀ ਜਿੱਥੇ ਜਿਹੜੀ ਗੁਰੂ ਦੇ ਪ੍ਰਤੀ ਜਿਹੜੀ ਗੱਲ ਆ, ਦੇ ਗੁਰੂ ਦੀ ਗੱਲ ਆ, ਉਹ ਤੇ ਕਿੰਨੀ ਦੁਵਿਧਾ ਆ, ਉਹ ਦੀਦੀ ਸਾਰਿਆਂ ਨੂੰ। ਔਰ ਇੱਕ ਚੀਜ਼ ਜਿਹੜੀ ਆ ਨਾ, ਉਹ ਸਾਨੂੰ ਇਹਨਾਂ ਦੇ ਵਿੱਚ ਖਟਕੀ ਆ ਵੀ ਜੇ ਸਾਡੇ ਆਗੂ ਇਸੇ ਤਰ੍ਹਾਂ ਕੰਮ ਕਰਦੇ ਰਹੇ ਤੇ ਅਸੀਂ ਕਿਹੜੇ ਬਦਲਾਅ ਦੀ ਆਸ ਰੱਖਾਂਗੇ? ਕੋਈ ਨਹੀਂ। ਜਦ ਕਿ ਜਦੋਂ ਤੁਸੀਂ ਸੁਧਾਰ ਦੀ ਗੱਲ ਕਰਨੀ ਆ, ਮੰਨ ਲਓ ਘਰ 'ਚ ਆ ਤੁਸੀਂ, ਘਰ ਦੇ ਵਿੱਚ 5 ਜੀ ਰਹਿੰਦੇ ਆ, ਘਰ ਲਿਆ ਤੁਸੀਂ, ਘਰ ਲਿਆ, ਉਹਦੇ ਵਿੱਚ ਕਿਹੜੇ ਬੰਦੇ ਨੂੰ ਇਹ ਹੱਕ ਆ ਕਹਿਣ ਦਾ ਵੀ ਭਾਈ ਆਪਾਂ ਨਾਲ ਇੱਕ ਕਮਰਾ ਹੋਰ ਬਣਾ ਲਈਏ, ਵੀ ਜਾਂ ਆ ਜਿਹੜੀ ਗੱਭੇ ਕੰਧ ਆ ਨਾ, ਇਹਦਾ ਫਾਇਦਾ ਕੋਈ ਨਹੀਂ ਹੈਗਾ, ਇਹਨੂੰ ਢਾਹ ਲਈਏ ਆਪਾਂ, ਕਮਰਾ ਖੁੱਲਾ ਹੋ ਜਾਵੇ। ਜਿਹੜਾ ਬੰਦਾ ਜ਼ਿੰਮੇਵਾਰ ਨਹੀਂ ਹੈਗਾ, ਜਿਹੜਾ ਬੰਦਾ ਕੁਝ ਕਰ ਨਹੀਂ ਰਿਹਾ, ਜਿਹੜਾ ਗਾਹਾਂ ਲਈ ਫਿਕਰਮੰਦ ਨਹੀਂ ਹੈਗਾ, ਉਹਨੂੰ ਹੱਕ ਹੈਗਾ ਇਹ ਕਹਿਣੇ ਦਾ? ਨਾ ਜੀ ਨਾ, ਬਿਲਕੁਲ ਨਹੀਂ। ਜਿਹੜਾ ਬੰਦਾ ਜਾਨੀ ਕਾਰ ਨਹੀਂ ਧੋ ਸਕਦਾ, ਕੋਈ ਪੱਠੇ ਨਹੀਂ ਲਿਆ ਸਕਦਾ, ਕੋਈ ਡੱਖਾ ਨਹੀਂ ਤੋੜ ਰਿਹਾ, ਜੇ ਉਹ ਕਹੇ ਵੀ 2 ਕਮਰੇ ਹੋਰ ਨਾ ਵਧਾ ਲਈਏ ਆਪਾਂ, ਸੁਣਦੇ ਤੁਸੀਂ ਗੱਲ ਉਹਦੀ? ਨਾ ਜੀ, ਕਦੇ ਵੀ ਨਹੀਂ। ਹੁਣ ਜਿਹੜਾ ਆਗੂ ਆ, ਜਿਹੜੇ ਕਥਾਕਾਰ ਆ, ਇਸ ਵੇਲੇ ਪ੍ਰਚਾਰਕ ਆ ਜਿਹੜੇ ਸਾਡੇ, ਇਹੀ ਜਿਹੜੀ ਧਿਰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੇ ਕਾਬਜ ਹੋ ਕੇ ਬੈਠੀ ਆ ਨਾ, ਜਿਹੜੀ ਟਕਸਾਲ ਵਾਲੀ, ਨਾਨਕਸਰੀਆਂ ਵਾਲੀ ਹੈ, ਉਹਨੂੰ ਤਾਂ ਉਹਦਾ ਖੰਡਨ ਕਰਤਾ ਅਸੀਂ, ਉਹਨੂੰ ਤਾਂ ਅਸੀਂ ਚੋਰ ਕਹਿਤਾ, ਨਿਖਿਧ ਕਹਿਤਾ। ਤਾਂ ਹੁਣ ਜਿਹੜਾ ਬਾਕੀ ਬਚਿਆ ਸਮਾਜ, ਜਿਨ੍ਹਾਂ ਨੂੰ ਇਹਨਾਂ ਪ੍ਰਚਾਰਕਾਂ ਨੇ ਸਿਖਾਇਆ ਆ ਵੀ ਉਹ ਬੰਦੇ ਠੀਕ ਨਹੀਂ, ਉਹ ਅਗਵਾਈ ਕਿਤੋਂ ਲੈਣ? ਇਹੀ ਹੈ ਮੋਰੇ ਸਟੇਜਾਂ ਤੇ ਬੈਠੇ। ਹੁਣ ਤੁਸੀਂ ਇੱਕ ਬੰਦਾ ਆ, ਮੈਂ ਬੱਸ ਸਟੈਂਡ ਖੜਾ, ਮੈਂ ਬੱਸੇ ਚੜ੍ਹਨ ਲੱਗਾ, ਹਨਾ, ਤੁਸੀਂ ਆ ਕੇ ਮੈਨੂੰ ਕਹਿ ਦਿੰਦੇ ਆ ਪਈ ਤੂੰ ਬਠਿੰਡੇ ਜਾਣਾ, ਮੈਂ ਕਹਿਣਾ ਇਸ ਬੱਸੇ ਨਾ ਚੜੀ, ਮੈਂ ਫਿਰ ਪੁੱਛੂੰਗਾ ਨਾ ਕਿਹੜੀ ਚ ਜਾਣਾ, ਹੁਣ ਇਹ ਦੱਸੋ ਨਾ ਤੁਸੀਂ, ਫਿਰ ਮੈਂ ਤੁਹਾਡਾ ਕਹਿਣਾ ਮੰਨੂਗਾ? ਨਾ ਜੀ, ਨਹੀਂ ਨਾ। ਜੇ ਤੁਸੀਂ ਇਹ ਕਹਿ ਦਵੋ ਵੀ ਇਹ ਬੱਸ ਨਾ ਚੜੀ, ਇਹ ਬੱਸ ਰੁਕ ਰੁਕ ਕੇ ਜਾਂਦੀ ਆ, ਮੈਂ ਅੱਗੇ ਜਾਣਾ ਆ, ਇਹ ਕਈ ਪਿੰਡਾਂ ਵਿੱਚ ਹੀ ਘੁੰਮ ਕੇ ਜਾਣੀ ਆ, ਮੂਹਰੇ ਤਾਂ ਲੱਗਾ ਬਠਿੰਡੇ ਦਾ ਸਾਈਨ, ਠੀਕ ਹੈ, ਵੀ ਜਿਹੜਾ 2 ਘੰਟੇ ਦਾ ਰਾਹ ਆ 3.5 ਘੰਟਿਆਂ ਚ ਕਰਨਾ, ਆ ਫੜ ਬੱਸ, ਇਹ ਫਲਾਣੇ ਸ਼ਹਿਰ ਵਿੱਚ ਹੀ ਹੋ ਕੇ ਸਿੱਧੀ ਜਾਣੀ ਆ, ਫੇਰ ਤੁਸੀਂ ਗੱਲ ਸੁਣੋਗੇ। ਬਿਲਕੁਲ ਜੀ। ਜੇ ਹੁਣ ਤੁਹਾਨੂੰ ਜੇ ਤੁਸੀਂ ਮੈਨੂੰ ਕਹਿੰਦੇ ਆ ਵੀ ਇਹ ਚ ਨਾ ਚੜ, ਤੇ ਮੈਂ ਕਹਾਂ ਫੇਰ ਕਾਰਨ ਕੀ ਆ ਉਹ ਦੱਸੋ ਨਾ, ਉਹ ਤੁਸੀਂ ਕਹੋ ਵੀ ਮਿਹਨਤ ਕਰ,
ਆਪ ਕਰੋ, ਖੋਜ ਕਰੋ ਤੁਸੀਂ। ਹਾਂਜੀ ਠੀਕ ਹੈ। ਹੁਣ ਸਾਡੇ ਨਾਲ ਪ੍ਰਚਾਰ ਕਿਸੇ ਨਹੀਂ ਕਰਦੇ। ਬਿਲਕੁਲ। ਫਿਰ ਬਾਬਿਆਂ ਦੇ ਜਾਣਾ, ਨਹੀਂ ਚੋਰਿਆ ਹੋ ਉੱਥੇ ਟਕਸਾਲ ਕੋ ਜਾਣਾ, ਨਹੀਂ ਹਨਾ। ਫਿਰ ਕਰੀਏ ਕੀ? ਹਾਂਜੀ, ਗੁਰੂ ਗ੍ਰੰਥ ਸਾਹਿਬ ਪੜੋ, ਆਪ ਖੋਜ ਕਰੋ। ਹਾਂਜੀ, ਫਿਰ ਬੰਦਾ ਕਹੇ ਵੀ ਤੁਸੀਂ ਹੱਦ ਹੋ ਗਈ, ਤੁਸੀਂ ਜਾਣੀ। ਹੁਣ ਉਹ ਗੱਲ ਇਹ ਆ ਵੀ ਮੈਦਾਨ ਤਿਆਰ ਕੀਤਾ, ਹਾਂਜੀ, ਫੀਲਡ ਤਿਆਰ ਹੋਇਆ ਆ, ਹਰੇਕ ਜਣੇ ਨੇ ਉਹੀ ਕੁਛ ਕੀਤਾ। ਇਹ ਪੋਲਿਟਿਕਸ ਵਿੱਚ ਇਹ ਕੁਛ ਹੁੰਦਾ। ਆਮ ਆਦਮੀ ਪਾਰਟੀ ਨੇ ਇਹ ਕੀਤਾ, ਉਹਨੇ ਚੱਕ ਲਿਆ ਵੀ ਲੋਕ ਇਧਰੋਂ ਵੀ ਦੁਖੀ ਆ, ਇਧਰੋਂ ਵੀ ਦੁਖੀ ਆ। ਹਾਂਜੀ, ਠੀਕ ਆ। ਇੱਕ ਵੱਖਰੀ ਧਾਰਾ ਜਿਹੜੀ ਆ, ਹਾਲਾਂਕਿ ਜਦੋਂ ਕੇਜਰੀਵਾਲ ਹੁਣੀ ਅੰਨਾ ਹਜ਼ਾਰੇ ਦੇ ਨਾਲ ਸ਼ੁਰੂ ਹੋਏ ਆ, ਸਾਰਿਆਂ ਨੂੰ ਪਤਾ ਵੀ ਪਿੱਛੇ ਉਹਦੇ ਭਾਜਪਾ ਕੀ ਕੁਛ ਸੀਗਾ। ਕਾਂਗਰਸ ਦਾ ਰਾਜ ਸੀ। ਮਨਮੋਹਨ ਸਿੰਘ ਨੂੰ ਡੈਮੇਜ ਕਰਨ ਲਈ ਕੁਛ ਲੱਭ ਨਹੀਂ ਸੀ ਰਿਹਾ, ਹਾਂਜੀ, ਕਿਉਂਕਿ ਉਹਦੀ ਛਵੀ ਬੜੀ ਵਧੀਆ ਸੀ। ਠੀਕ ਹੈ। ਹੁਣ ਕਰਪਸ਼ਨ ਦਾ ਕਿਹੜਾ ਇਲਜ਼ਾਮ ਲਾਉਂਦੇ ਉਹਦੇ ਉੱਤੇ? ਹਾਂਜੀ ਹਾਂਜੀ, ਠੀਕ ਹੈ। ਬਸ ਵੀ ਉਹ ਹਾਂ ਚੀਜ਼ਾਂ ਕਰਕੇ ਨਾ, ਇੱਕ ਲੋਕਪਾਲ ਬਿੱਲ ਚਾਹੀਦਾ, ਕਾਹ ਚਾਹੀਦਾ, ਹਨਾ, ਸਾਰਾ ਜਿਹੜਾ ਲੇਖਾ ਜੋਖਾ ਹੋਣਾ ਚਾਹੀਦਾ, ਇਹ ਚੀਜ਼ਾਂ ਉਸ ਵੇਲੇ ਸ਼ੁਰੂ ਹੋਈਆਂ। ਠੀਕ ਹੈ ਜੀ। ਉਹਨੂੰ ਕਰਕੇ ਆਪਣੀ ਜਗ੍ਹਾ ਬਣਾਈ ਆ। ਠੀਕ ਹੈ। ਇਸੇ ਤਰੀਕੇ ਨਾਲ ਜਿਹੜਾ ਵੀ ਬੰਦਾ, ਦੇਖੋ ਰੋਟੀ ਸਾਰਿਆਂ ਨੇ ਖਾਣੀ ਆ। ਹਾਂਜੀ, ਵੀ ਮਿਹਨਤ ਵੀ ਜਿਸ ਫੀਲਡ ਦੇ ਵਿੱਚ ਕੀਤੀ ਹੈ, ਜਿਸ ਬੰਦੇ ਨੇ, ਕੋਈ ਬੰਦਾ ਡਾਕਟਰ ਆ, ਇੰਜੀਨੀਅਰ ਆ, ਠੀਕ ਹੈ, ਉਹੀ ਕੁਛ ਕਰੂਗਾ ਸਾਰੀ ਜ਼ਿੰਦਗੀ। ਸਾਡੇ ਕਥਾਕਾਰਾਂ ਨੇ ਕਥਾ ਹੀ ਕਰਨੀ ਆ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਕੋਈ ਬੰਦਾ ਇਸ ਗੱਲ ਦੇ ਨਾਲ ਅਸਹਿਮਤ ਨਹੀਂ ਹੈਗਾ ਵੀ ਇਹਨਾਂ ਦੀ ਰੋਜੀ ਖੋਈ ਜਾਵੇ, ਇਹਨਾਂ ਦੇ ਟੱਬਰ ਰੁਲ ਜਾਣੀ। ਜਿੰਨੀ ਮਿਹਨਤ ਕੀਤੀ, ਉਹ 20-20 ਸਾਲ ਦੀ ਮਿਹਨਤ ਹੈ ਇਹਨਾਂ ਦੀ, ਪਰ ਉਹਦੇ ਬਦਲੇ 'ਚ ਇਹਨਾਂ ਨੂੰ ਇਹ ਫਰਜ਼ ਨਿਭਾਉਣਾ ਚਾਹੀਦਾ ਆਪਣਾ ਵੀ ਕਿਹੜੀ ਗੱਲੋਂ ਕਤਾਹੀ ਹੋ ਰਹੀ ਆ, ਕਿੱਥੇ ਨੁਕਸਾਨ ਹੋ ਰਿਹਾ ਆ, ਕਿੱਦਾਂ ਫਾਇਦਾ ਹੋਵੇ। ਬਿਲਕੁਲ ਉਨੀ ਗੱਲ ਕਹਿਣੀ ਚਾਹੀਦੀ ਆ। ਠੀਕ ਆ। ਆਪਣੀ ਜਿਹੜੀ ਜੋ ਲੈਣਾ ਵੀ ਹੈ, ਜਿੰਨੀ ਜੌਬ ਡਿਸਕ੍ਰਿਪਸ਼ਨ ਹੈ ਇਹਨਾਂ ਦੀ, ਜਿਹੜੀ ਜ਼ਿੰਮੇਵਾਰੀਆਂ ਨਿਭਾ ਕੇ ਫਿਰ ਉਹਦੇ ਉੱਤੇ ਕੰਮ ਕਰਨਾ ਚਾਹੀਦਾ। ਠੀਕ ਹੈ। ਆ ਸੁਣਿਓ ਜੀ ਕਲਿੱਪ ਛੋਟਾ ਜਿਹਾ, ਤੇ ਇਹਦੇ ਉੱਤੇ ਫਿਰ ਆਪਾਂ ਗੱਲ ਕਰਦੇ ਹਾਂ। ਲੰਬਾ ਟਾਈਮ ਨਾ ਗੁੱਸਾ ਨਾ ਮਨਾਏ, ਹੁਣ ਤਗੜਾ ਹਿਰਦਾ ਕੇ ਸੁਣਿਓ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲੰਬਾ ਟਾਈਮ ਬਾਬਿਆਂ ਨੇ ਗੀਤ ਸੁਣਾ ਛੱਡੇ ਸਾਨੂੰ। ਬਹੁਤਾ ਪੁਰਾਣਾ ਨਹੀਂ ਜੀ, 1-2 ਦਿਨ ਪੁਰਾਣਾ ਕਲਿੱਪ ਆ ਇਹ। ਠੀਕ ਹੈ ਜੀ। ਢਪਾਲੀ ਪਿੰਡ, ਹਰਜੀਤ ਸਿੰਘ ਢਪਾਲੀ ਦੇ ਉੱਥੇ ਸਮਾਗਮ ਹੋਇਆ। ਮੇਰਾ ਖਿਆਲ ਅੱਜ ਵੀ ਹੈਗਾ, ਸ਼ਾਇਦ ਲੱਗਦਾ 5-6-7 ਨੂੰ ਸੀਗਾ। ਠੀਕ ਹੈ। ਉੱਥੇ ਦਾ ਕਲਿੱਪ ਇਹ ਨਹੀਂ ਹੁਣ ਮੈਨੂੰ ਪਤਾ ਵੀ ਕੱਲ ਦਾ ਆਇਆ ਜਾਂ ਪਰਸੋਂ ਦਾ, ਪਹਿਲੇ ਦਿਨ ਦਾ ਜਾਂ ਦੂਜੇ ਦਿਨ ਦਾ ਹੈ, ਅੱਜ ਤੀਜਾ ਦਿਨ ਆ। ਉੱਥੇ ਦਾ ਕਲਿੱਪ ਆ ਇਹ ਜਿਹੜੇ ਹੈਗੇ ਆ ਆਪਣੇ ਗੁਰਕੀ ਬਾਣੀ ਵਾਲੇ, ਉਹਨਾਂ ਨੇ ਪਹਿਲਾਂ ਸ਼ੇਅਰ ਕੀਤਾ ਸੀਗਾ, ਮੁੜ ਕੇ ਛਿੱਤੀ ਚੱਕ ਦਿੱਤਾ। ਠੀਕ ਹੈ ਜੀ। ਤੇ ਆ ਗੱਲ ਹੁਣ ਕਰਿਓ ਨੋਟ, ਮੈਂ ਗੱਲ ਪਹਿਲਾਂ ਕਰਦਾ ਸੀ ਨਾ ਵੀ ਸਾਡੇ ਪ੍ਰਚਾਰਕ ਗੱਲ ਕਹਿ ਦਿੰਦੇ ਆ, ਹਾਂਜੀ, ਪਰ ਉਹ ਤੋਂ ਬਾਅਦ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਠੀਕ ਹੈ। ਤੇ ਹੁਣ ਢਪਾਲੀ ਜੇ ਅੱਜ ਵੀ ਕਥਾ ਹੋਣੀ ਆ, ਬੇਨਤੀ ਆ ਸਰੋਤਿਆਂ ਨੂੰ ਵੀ ਜੇ ਕੋਈ ਇਦਾਂ ਹੋਵੇ, ਕਿਉਂਕਿ ਇਸ ਗੱਲ ਦੇ ਨਹੀਂ ਅਸੀਂ ਹੱਕ 'ਚ ਪਈ ਰੌਲਾ ਪਵੇ, ਲਾਲਾ ਹੋਵੇ ਨਾ, ਪਰ ਸਹਿਜ ਸਵਾਏ ਫੋਨ ਕਰਕੇ ਕਿਸੇ ਤਰ੍ਹਾਂ ਸਵਾਲ ਪੁੱਛੋ ਜੇ ਕਿਤੇ ਸੰਭਾਵਨਾ ਬਣਦੀ। ਜਿਹੜੇ ਕਈ ਵੀਰ ਜਿਹੜੇ ਇਹਨਾਂ ਦੇ ਵਾਕਫ ਆ ਕਥਾਕਾਰਾਂ ਦੇ, ਸਾਡੇ ਵਿਰੋਧੀ ਆ, ਜੇ ਉਹ ਸੁਣਦੇ ਆ, ਉਹਨਾਂ ਨੂੰ ਬੇਨਤੀ ਆ ਵੀ ਫੋਨ ਕਰਕੇ ਜਰੂਰ ਪੁੱਛਿਓ ਇਹਨਾਂ ਨੂੰ ਵੀ ਧੁੰਦਾ ਜੀ ਇਹ ਕਿਹਦੇ ਬਾਰੇ ਗੱਲ ਕਹੀ ਆ। ਠੀਕ ਹੈ ਜੀ। ਠੀਕ ਹੈ। ਗੱਲ ਸੁਣ ਕੇ ਤੁਹਾਨੂੰ ਪਤਾ ਲੱਗਣਾ। ਢੋਲਕੀਆਂ ਦੇ ਨਾਲ ਗੀਤ ਲੰਬਾ ਟਾਈਮ ਆ, ਤੇ ਹੁਣ ਬੰਨ ਪਿਆ ਮਾੜਾ ਜਿਹਾ ਬਾਣੀ ਵਾਲੇ ਬੰਨੇ ਕੋ ਮੋੜਾ ਪਿਆ। ਆ ਕੀਰਤਨ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਕਰ ਰਹੇ ਸੀ, ਕੀਰਤਨ ਗੁਰਬਾਣੀ ਦਾ, ਪਈ ਢੋਲਕੀਆਂ ਚਿਮਟਿਆਂ ਨਾਲ ਕਹਿੰਦੇ ਗੀਤ ਗਾਏ ਆ। ਹਾਂਜੀ ਹਾਂਜੀ, ਠੀਕ ਆ। ਗਾਂ ਜਾ ਕੇ ਧਾਰਨਾ ਤੇ ਵੀ ਗੱਲ ਕਰਨੀ ਹੈ। ਠੀਕ ਹੈ। ਵੀ ਕੀਰਤਨ ਆ ਗੁਰਬਾਣੀ ਦਾ। ਹਾਂਜੀ। ਹੁਣ ਇਹ ਗੱਲ, ਇਹ ਬੰਦੇ ਕਥਾਕਾਰ ਆ, ਵਿਦਵਾਨ ਆ। ਹਾਂਜੀ। ਇਹਦੇ ਬਾਰੇ ਸਾਡਾ ਸਵਾਲ ਆ ਜੀ, ਜੇ ਸਰੋਤਿਆਂ ਕੋ ਕਿਸੇ ਕੋ ਜਵਾਬ ਹੋਇਆ ਤਾਂ ਇਹ ਦੱਸਿਓ ਵੀ ਇਹ ਕਿਨੇ ਤੈਅ ਕਰ ਦਿੱਤਾ ਵੀ ਜਿਹੜਾ ਕੀਰਤਨ ਆ ਉਹਦੇ ਅਰਥ ਗੁਰਬਾਣੀ ਨੂੰ ਗਾਉਣ ਦੇ ਨਾਲ ਆ। ਹਾਂਜੀ। ਜਦੋਂ ਗੁਰਬਾਣੀ ਦੇ ਵਿੱਚ ਇਹ ਆਉਂਦਾ ਵੀ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ। ਹਾਂਜੀ। ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਹਾਂਜੀ। ਕੀ ਉੱਥੇ ਇਹ ਲਿਖਿਆ ਗੁਰੂ ਸਾਹਿਬ ਨੇ ਵੀ ਜਿਹੜਾ ਕੋਈ ਗਾਵੇ ਰਾਗੀ ਨਾਦੀ ਬੇਦੀ ਦੀ ਗੱਲ ਕੀਤੀ ਆ, ਉਹ ਗੁਰਬਾਣੀ ਬਾਰੇ ਨਹੀਂ ਹੈਗੀ? ਲਿਖਿਆ ਕਿਤੇ ਇਦਾਂ ਨਹੀਂ। ਗੁਰਬਾਣੀ ਤੇ ਨਹੀਂ ਢੁਕਦੀ ਉਹ। ਬਿਲਕੁਲ ਜੀ। ਹੁਣ ਜੇ ਗੱਲ ਇਹ ਆ ਵੀ ਜਿਹਦੇ ਅੰਦਰ ਕਪਟ ਵਿਕਾਰ ਆ, ਉਹ ਜੇ ਰਾਗਾਂ ਦੇ ਵਿੱਚ ਸਾਜ਼ਾਂ ਦੇ ਨਾਲ ਵਧੀਆ ਤਰੀਕੇ ਨਾਲ ਗਾਉਂਦਾ ਵੀ ਆ ਨਾ, ਉਹਦਾ ਰੋਣਾ ਆ। ਬਿਲਕੁਲ। ਕਿਉਂਕਿ ਅੰਤਰ ਕਪਟ ਵਿਕਾਰ ਹੈ। ਹਾਂਜੀ। ਠੀਕ ਹੈ। ਔਰ ਪਹਿਲੀ ਗੱਲ ਵੀ ਜਿਹੜੀ ਗਾਉਣ ਦੀ ਵੀ ਆ, ਉਹ ਇਦਾਂ ਨਹੀਂ ਹੈ ਕਿ ਗੀਤ ਗਾਉਣ ਦੀ ਨਹੀਂ ਕੀਤੀ। ਗੱਲ ਇਹ ਹੋਈ ਆ, ਜੋ ਪੂਰੀ ਪੰਕਤੀ ਹੈ ਨਾ, ਕੋਈ ਗਾਵੇ ਰਾਗੀ ਨਾਦੀ ਬੇਦੀ ਵਾ ਭਾਂਤ ਕਰ, ਨਹੀਂ ਹਰ ਹਰ ਭੀਜੈ। ਹਾਂਜੀ। ਤੇ ਉਹ ਰੱਬ ਜਿਹੜਾ ਭਿੱਜਦਾ ਨਹੀਂ ਹੈਗਾ, ਪਸੀਜਦਾ ਨਹੀਂ ਹੈਗਾ, ਫਿਰ ਗੀਤ ਗਾਉਣ ਦੀ ਨਹੀਂ ਗੱਲ ਹੋ ਰਹੀ ਉੱਥੇ। ਬਿਲਕੁਲ ਬਿਲਕੁਲ ਜੀ। ਉੱਥੇ ਧਾਰਮਿਕ ਜਿਹੜਾ ਰਾਗ ਗਾਈ ਜਾਂਦੇ ਉਹਨਾਂ ਦੀ ਗੱਲ ਹੁੰਦੀ ਆ। ਹਾਂਜੀ ਹਾਂਜੀ। ਜਿਹਦੇ ਅੰਦਰ ਕਪਟ ਵਿਕਾਰਿਆ ਨਾ,
ਉਹਦੇ ਕਰਨੇ ਨਾ ਰਾਗਾਂ ਚ ਗਾਉਣੇ ਨਾਲ ਵੀ ਨਹੀਂ ਭਿੱਜਦਾ ਬਿਲਕੁਲ। ਫਿਰ ਕੀਰਤਨ ਦੀ ਡੈਫੀਨੇਸ਼ਨ ਗੁਰੂ ਸਾਹਿਬ ਗੁਰਬਾਣੀ ਚ ਕਿੱਦਾਂ ਦੇ ਸਕਦੇ ਆ ਵੀ ਕੀਰਤਨ ਗੁਰਬਾਣੀ ਨੂੰ ਗਾਉਣ ਦਾ ਨਾਂ ਆ? ਇਹ ਪਰਿਭਾਸ਼ਾ ਤਾਂ ਅਸੀਂ ਦਿੱਤੀ ਆ। ਹਾਂਜੀ, ਕੀਰਤਨ ਦੀ ਪਰਿਭਾਸ਼ਾ ਅਸੀਂ ਦਿੱਤੀ ਆ। ਇਹ ਮਰਿਆਦਾ ਜਦੋਂ ਬਣੀ ਆ, ਠੀਕ ਹੈ, ਉਦੋਂ ਅਸੀਂ ਕਿਹਾ ਇਹ ਕੀਰਤਨ ਆ, ਇਹ ਤੈਅ ਅਸੀਂ ਕੀਤਾ ਵੀ ਆਹ ਗਾਉਣਾ ਆਹ ਨਹੀਂ ਗਾਉਣਾ। ਠੀਕ ਹੈ ਜੀ। ਮਰਿਆਦਾ ਦੇ ਵਿੱਚ ਇਹ ਲਿਖਿਆ ਗਿਆ ਹੈ ਵੀ ਧਾਰਨਾ ਨਾ ਪੜੀਆਂ ਜਾਣ। ਠੀਕ ਹੈ, ਉਹਦੇ ਉੱਤੇ ਗੱਲ ਅਸੀਂ ਕਰਦੇ ਹਾਂ। ਸਾਡੇ ਨਾਲ ਇੱਕ ਸਰੋਤੇ ਆ, ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਮਲ ਬੋਲਦਾ ਜੀ, ਮੈਂ ਪੰਜਾਬ ਤੋਂ ਜੀ, ਇੰਡੀਆ ਤੋਂ। ਹਾਂਜੀ, ਆਨ 에ਅਰ ਜੀ ਤੁਸੀਂ ਪ੍ਰੋਗਰਾਮ ਚੱਲ ਰਿਹਾ? ਹਾਂਜੀ ਬਿਲਕੁਲ ਜੀ, ਮੈਂ ਤੁਹਾਡਾ ਸੁਣਦਾ ਜੀ, ਬਿਲਕੁਲ ਮੈਨੂੰ 6 ਮਹੀਨੇ ਹੋ ਗਏ ਸੁਣਦੇ ਤੋਂ ਲਗਾਤਾਰ ਸਰ ਜੀ, ਬਹੁਤ ਚਿਰ ਬਾਅਦ ਲੱਗਿਆ ਜੀ। ਮੈਂ ਤੁਹਾਡਾ WhatsApp ਨੰਬਰ ਨਹੀਂ ਲੱਗ ਰਿਹਾ ਜੀ, ਮੈਂ ਸੈਂਡ ਵੀ ਕਰਨੀ, ਵੀਡੀਓ ਸੈਂਡ ਕਰਨੀ ਸੀ ਇੱਕ ਤੁਹਾਨੂੰ। ਠੀਕ ਆ, ਕੋਈ ਨਹੀਂ, ਤੁਸੀਂ WhatsApp ਦਾ ਨੰਬਰ ਪੈਨ ਹੈਗਾ ਤਾਂ ਲਿਖ ਲਓ। ਹਾਂਜੀ ਮੈਨੂੰ ਬੋਲ ਦੋ, ਮੈਂ ਇੱਥੇ ਨੋਟ ਕਰ ਦਾਂ ਜੀ। Facebook ਤੇ ਹੈਗੇ ਆ ਤੁਸੀਂ ਇਦਾਂ? ਹਾਂਜੀ Facebook ਤੇ ਹੈਗਾ ਜੀ। ਮੈਂ ਪ੍ਰੋਗਰਾਮ ਤੋਂ ਪਹਿਲਾਂ ਜਿਹੜੀ ਮੈਂ ਪਾਉਣਾ ਹੁੰਦਾ ਆਪਣੀ ਪੋਸਟ ਪਾਈ ਹੁੰਦੀ ਆ ਵੀ ਪ੍ਰੋਗਰਾਮ ਇੰਨੇ ਵਜੇ, ਉਹਦੇ ਥੱਲੇ ਲਿਖਿਆ ਹੁੰਦਾ। ਮੇਰੇ ਕੋਲ YouTube ਤੇ ਸੁਣੀਆਂ ਆਉਂਦੀਆਂ ਨੇ, YouTube ਤੇ ਸਬਸਕ੍ਰਾਈਬ ਕੀਤਾ ਹੋਇਆ ਤੁਹਾਡਾ ਚੈਨਲ। ਓਕੇ, ਨਹੀਂ ਸੌਰੀ। ਅੱਛਾ, ਓਕੇ, 0064 0064 21 ਹਾਂਜੀ 21 906 906 296 296। ਠੀਕ ਹੈ ਭਾਜੀ, ਠੀਕ ਹੈ ਜੀ, ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਜਿਹੜੀ ਕੀਰਤਨ ਦੀ ਪਰਿਭਾਸ਼ਾ ਇਹ ਦਿੱਤੀ ਜਾ ਰਹੀ ਆ, ਹਾਂਜੀ ਠੀਕ ਆ, ਜਿਹੜਾ ਠੀਕ ਆ, ਜਿਹੜੇ ਬਾਬੇ ਆ, ਜਿਹੜੇ ਸਾਧ ਆ, ਹਾਂਜੀ, ਉਹ ਦੇ ਨੂੰ ਮੁੱਖ ਰੱਖ ਕੇ ਅੱਗੇ ਰੱਖ ਕੇ ਕੰਮ ਕਰ ਰਹੇ ਸੀ, ਇਹ 'ਚ ਕੋਈ ਸ਼ੱਕ ਨਹੀਂ। ਹਾਂਜੀ ਹਾਂਜੀ, ਠੀਕ ਆ। ਪਰ ਜੇ ਅਸੀਂ ਗੁਰੂ ਦੀ ਸਥਾਪਤੀ ਦੀ ਗੱਲ ਕਰਦੇ ਹਾਂ ਤੇ ਸਾਡੇ ਕਥਾਕਾਰ ਕਿੱਥੇ ਖੜੇ ਆ ਹੁਣ ਦੇ ਸੰਬੰਧ ਵਿੱਚ? ਹਾਂਜੀ, ਉੱਥੇ ਬਾਬਿਆਂ ਦੇ ਨਾਲੋਂ ਇਹ ਕਿੰਨੇ ਕੁ ਗਾਹਾਂ ਆ? ਕੋਈ ਵੀ ਨਹੀਂ, ਕੋਈ ਨਹੀਂ। ਠੀਕ ਹੈ ਨਾ। ਹੁਣ ਆਹ ਗੱਲ ਕਹਿਣੀ ਪਈ ਹੁਣ ਠੱਲ ਪਈ ਆ, ਹਾਂਜੀ, ਗੁਰਬਾਣੀ ਦੀ, ਠੀਕ ਹੈ। ਇਹ ਗੱਲ ਜਾਣੀ ਆਪਣੇ ਆਪ ਦੇ ਵਿੱਚ, ਜੇ ਹੁਣ ਇਹ ਕਥਾਕਾਰ ਇਸ ਚੀਜ਼ ਦਾ ਕ੍ਰੈਡਿਟ ਲੈਣਾ ਚਾਹਣ, ਹਾਂਜੀ ਹਾਂਜੀ, ਮੈਨੂੰ ਇੱਕ ਗੱਲ ਕੋਈ ਸਮਝਾਵੇ। ਜਾਣੀ ਮੈਂ ਹੁਣ ਆਨ 에ਅਰ ਆਪਾਂ ਬੈਠੇ ਆ, ਜਿਹੜੇ ਸਰੋਤੇ ਸੁਣਦੇ ਆ ਵੀ ਇਸ ਵਿਸ਼ੇ ਦੇ ਬਾਰੇ ਜੇ ਤੁਸੀਂ ਮੇਰੇ ਖਾਨੇ ਪਾਉਣੀ ਚਾਹੋਗੇ ਤੇ ਦੱਸਿਓ। ਵੀ ਸਾਡੀ ਭੈਣ ਜਾ ਰਹੀ ਆ, ਹਾਂਜੀ, ਵੀ ਸੜਕ ਤੇ ਤੁਰੀ ਜਾ ਰਹੀ ਆ, ਹਾਂਜੀ ਹਾਂਜੀ, ਕੋਈ ਮੁੰਡਾ ਕਹਿੰਦਾ ਵੀ ਗਾ ਕੇ ਉਹਨੂੰ ਕਹਿੰਦਾ, ਠੀਕ ਆ, ਹਾਂਜੀ, ਵੀ ਕਿਹੜੇ ਪਾਸੇ ਦੀ ਤਿਆਰੀ ਆ, ਕੁਛ ਗੀਤ ਗਾਉਂਦਾ, ਪਟੋਲਿਆ ਕਿੱਥੇ ਦੀ ਤਿਆਰੀ ਆ, ਠੀਕ ਆ, ਹਾਂਜੀ। ਫਿਰ ਅਸੀਂ ਉਹਨੂੰ ਗੁੱਸੇ ਹੁੰਨੇ ਆ, ਹਾਂਜੀ, ਵੀ ਤੂੰ ਗਲਤ ਕਹਿੰਨੀ ਉਹਨੂੰ, ਜਾਣੀ, ਠੀਕ ਆ, ਵੀ ਤੂੰ ਇਹ ਕਵਿਤਾ ਕਿਉਂ ਗਾਈ ਆ ਤੈਂ, ਹਾਂਜੀ, ਤੇ ਗਾ ਕੇ ਕਿਉਂ ਕਿਹਾ, ਹਾਂਜੀ। ਤਾਂ ਫਿਰ ਜੇ ਉਹ ਵਾਰਤਕ ਚ ਕਹਿ ਦੇਵੇ ਫਿਰ ਠੀਕ ਆ ਨਾ ਜੀ, ਜਿਹੜਾ ਗਲਤ ਆ ਉਹ ਤਾਂ ਗਲਤ ਹੀ ਆ, ਹਾਂਜੀ ਹਾਂਜੀ, ਬਿਲਕੁਲ, ਠੀਕ ਆ, ਚਾਹੇ ਗਾ ਕੇ ਕਿਹਾ ਚਾਹੇ ਵਾਰਤਕ ਵਿੱਚ ਕਿਹਾ, ਹਾਂਜੀ। ਤੇ ਜਿਹੜਾ ਠੀਕ ਆ ਉਹ ਵੀ ਠੀਕ ਹੀ ਆ, ਉਹ ਵੀ ਠੀਕ ਹੀ ਆ, ਬਿਲਕੁਲ। ਉਹਨੂੰ ਇਹ ਥੋੜਾ ਅਸੀਂ ਕਹਾਂਗੇ ਵੀ ਤੂੰ ਹੁਣ ਗਾ ਕੇ ਕਹਿ ਦਿੱਤਾ ਇਸ ਕਰਕੇ ਠੀਕ ਨਹੀਂ ਹੈਗਾ, ਇਹ ਨਹੀਂ ਨਾ। ਹੁਣ ਜਿਹੜੀਆਂ ਗੱਲਾਂ ਕਥਾਕਾਰ ਸਾਡੇ ਧੁੰਦੇ ਹੋਣੀਆਂ ਵਾਰਤਕ ਵਿੱਚ ਕਹਿੰਦੇ ਆ, ਹਾਂਜੀ, ਠੀਕ ਆ, ਜੇ ਉਹ ਕਿਸੇ ਨੇ ਗਾ ਕੇ ਕਹਿ ਦਿੱਤੀਆਂ ਫਿਰ ਉਹਦੇ ਵਿੱਚ ਕਿਹੜੀ ਕਤਾਹੀ ਕਿੱਥੋਂ? ਮਤਲਬ ਗੁਰਮਤ ਦੇ ਤੌਰ, ਧਰਮ ਦੇ ਤੌਰ ਤੇ ਕੋਈ ਬੰਦਾ ਇਹ ਨਾ ਸਾਨੂੰ ਦੱਸੇ ਵੀ ਮਰਿਆਦਾ ਦੇ ਵਿੱਚ ਇਹ ਗੱਲ ਲਿਖੀ ਹੋਆ, ਅਸੀਂ ਸਾਡੀ ਬਣਾਈ ਉਹ ਮਰਿਆਦਾ ਆ, ਹਾਂਜੀ ਹਾਂਜੀ, ਠੀਕ ਹੈ। ਮਰਿਆਦਾ ਦੇ ਵਿੱਚ ਇਹ ਸਿੱਖ ਦੀ ਡੈਫੀਨੇਸ਼ਨ ਵਿੱਚ ਇਹ ਲਿਖ ਦਿੱਤਾ ਆ ਵੀ ਜਿਹੜਾ 10 ਪਾਤਸ਼ਾਹ 10 ਗੁਰੂਆਂ ਦੀ ਬਾਣੀ ਦੇ ਉੱਤੇ ਭਰੋਸਾ ਕਰਦਾ ਹੋਵੇ, ਬਿਲਕੁਲ। ਉਹਦੇ ਵਿੱਚੋਂ ਦੱਸੋ 8ਵੇਂ ਪਾਤਸ਼ਾਹ ਦੀ ਬਾਣੀ ਕਿਹੜੀ ਆ, 7ਵੇਂ ਪਾਤਸ਼ਾਹ ਦੀ ਬਾਣੀ ਕਿਹੜੀ ਆ, ਹਾਂਜੀ। 10ਵੇਂ ਗ੍ਰੰਥ ਦਾ ਆਧਾਰ ਜਿਹੜਾ ਹੈ ਨਾ, 10ਵੇਂ ਗ੍ਰੰਥ ਦੀ ਸਥਾਪਤੀ ਦਾ ਆਧਾਰ ਜਿਹੜਾ ਆ ਉਹ ਰਹਿਤ ਮਰਿਆਦਾ ਦੀ ਪਰਿਭਾਸ਼ਾ ਵਿੱਚੋਂ ਨਿਕਲਿਆ, ਠੀਕ ਹੈ ਜੀ। ਅਗਲੇ ਕਹਿੰਦੇ ਆਹ ਦੇਖੋ ਆਹ ਆ ਸਿੱਖ ਦੀ ਪਰਿਭਾਸ਼ਾ, ਬਿਲਕੁਲ। 10 ਪਾਤਸ਼ਾਹਾਂ ਦੀ ਬਾਣੀ, 10ਵੇਂ ਪਾਤਸ਼ਾਹ ਦੀ ਬਾਣੀ ਆ, ਕਰੋ ਭਰੋਸਾ ਇਹਦੇ ਉੱਤੇ, ਠੀਕ ਹੈ। ਉਹ ਗੱਲ ਅਸੀਂ ਬਣਾ ਦਿੱਤੀ ਆ, ਠੀਕ ਹੈ ਜੀ। ਜਿਸ ਤਰੀਕੇ ਨਾਲ ਜਾਣੀ ਹੁਣ ਸਾਹਮਣੇ ਲਿਖਿਆ ਕੰਧ ਤੇ ਆਹੀ ਚੀਜ਼ ਅਸੀਂ ਧੁੰਦੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਸੀ, ਜਾਣੀ ਕਿਉਂ ਇਹਦੇ ਉੱਤੇ ਸਾਨੂੰ ਨਹੀਂ ਕੋਈ ਪ੍ਰੋਬਲਮ ਇਹਦੀ, ਪਰ ਮੈਂ ਕਹਿੰਦਾ ਵੀ ਸਾਰਾ ਕੁਝ ਹੋਣ ਦੇ ਬਾਵਜੂਦ
ਆ ਜਿਹੜੇ ਨਾ 2 ਦਿਨ ਦੇ ਕਿਲਾ ਰਾਏਪੁਰ ਦੇ ਦੀਵਾਨ ਆ, ਹਾਂਜੀ, ਕੱਲ ਵਾਲਾ ਤਾਂ ਪਰਸੋਂ ਵਾਲਾ, ਹਾਂਜੀ, ਉਹਦੇ ਵਿੱਚ ਧਾਰਨਾ ਪੜੀਆਂ ਜਿੰਨੀਆਂ ਢੱਡੀਆਂ ਵਾਲਿਆਂ ਨੇ, ਠੀਕ ਹੈ ਜੀ, ਉਹ ਜਾਣੀ ਸੁਣ ਕੇ ਮੈਂ ਕਹਿੰਦਾ ਉਦਾਂ ਹੀ ਲੂੰ ਕੰਡੇ ਖੜੇ ਹੋ ਜਾਂਦੇ ਆ। ਧੁੰਦੇ ਨੂੰ ਕਿਹੋ ਵੀ ਕਿਸੇ ਵੇਲੇ ਕੋਈ ਇੱਕ ਦੀਵਾਨ ਢੱਡੀਆਂ ਵਾਲੇ ਦੇ ਮੂਹਰੇ ਬੈਠ ਕੇ ਸੁਣ ਲਾ, ਹਾਂਜੀ, ਠੀਕ ਆ, ਤੈਨੂੰ ਪਤਾ ਲੱਗ ਜਾਊਗਾ ਵੀ ਉਹਦਾ ਪੈਸ਼ਨ, ਉਹਦਾ ਜਜ਼ਬਾ ਜਿਹੜਾ ਆ ਉਹ ਅਸਰ ਕਿਦਾਂ ਕਰਦਾ ਲੋਕਾਂ ਦੇ ਉੱਤੇ। ਠੀਕ ਹੈ, ਤੁਸੀਂ ਹੁਣ ਬਸ ਆਪਣੀ ਜੈਲਸ ਜਿਹੜੀ ਹੈ ਨਾ ਉਹ ਨਜ਼ਲਾ ਝਾੜੀ ਜਾਂਦੇ ਤੁਸੀਂ, ਠੀਕ ਹੈ। ਜਿਸ ਤਰੀਕੇ ਨਾਲ ਇੱਥੇ ਜਦੋਂ ਨਾ ਪੰਥਪ੍ਰੀਤ ਸਿੰਘ ਪਹਿਲੀ ਵਾਰ ਆਏ ਆ, ਹਾਂਜੀ, ਇਨੀ ਇੰਨਾ ਪਿੱਟ ਸਿਆਪਾ ਪਾਇਆ ਸਾਡੇ ਨਾਲ ਮਿਸ਼ਨਰੀ ਕਾਲਜ ਵਾਲਿਆਂ ਨੇ। ਅੱਛਾ ਜੀ, ਕਿਉਂਕਿ ਅਸੀਂ ਉਹਨਾਂ ਤੋਂ ਪਹਿਲਾਂ ਕਿਸੇ ਬਾਬੇ ਨੂੰ ਢੋਲਕੀ ਛਣੇ ਵਾਲੇ ਨੂੰ ਕਰਨੀ ਸੀ ਦਿੰਦੇ। ਹੁਣ ਉਹ ਸਾਨੂੰ ਦਿਨੋਂ ਦਿਨ ਲੱਗੀ ਜਾਂਦਾ ਸੀ ਵੀ ਕੰਮ ਸਹੀ ਕਰਦੇ। ਦੂਜੀ ਗੱਲ, ਸਾਡੀ ਵੀ ਸੋਚ ਜਿਹੜੀ ਵਿਰੋਧ ਵਿੱਚ ਤਾਂ ਚੱਲਦੀ ਆ। ਹੁਣ ਟਾਕਾ ਨੀਨੀ ਗੁਰਦੁਆਰੇ ਉਹਨਾਂ ਦਾ ਰੌਲਾ ਪਿਆ ਸੀ, ਹਾਂਜੀ, ਟਕਸਾਲੀਆਂ ਦੇ ਨਾਲ, ਠੀਕ ਹੈ। ਹੁਣ ਸਾਡਾ ਵਿਰੋਧ ਸੀ ਉਹਨਾਂ ਨਾਲ, ਠੀਕ ਹੈ। ਤੇ ਹੁਣ ਪੰਥਪ੍ਰੀਤ ਸਟੈਂਡ ਲੈ ਕੇ ਗੱਲਾਂ ਕਹਿੰਦਾ ਸੀ ਆਪਣੀਆਂ, ਠੀਕ ਹੈ ਜੀ, ਠੀਕ ਹੈ। ਹੁਣ ਸਾਨੂੰ ਇਹ ਲੱਗ ਰਿਹਾ ਸੀ ਵੀ ਨਹੀਂ ਯਾਰ, ਇਹ ਬੰਦੇ ਨੇ ਨਿਊਜ਼ੀਲੈਂਡ ਆਉਣਾ ਆ, ਸਟੇਜ ਸਾਡੀ ਸਟੇਜ ਕਾਹਦੇ ਲਈ ਆ, ਗੁਰਮਤਿ ਦੀ ਗੱਲ ਕਰਨੀ ਆ, ਬਿਲਕੁਲ ਬਿਲਕੁਲ। ਹੁਣ ਸਬਬਤਿਓਂ ਇਹ ਹੋਇਆ ਵੀ ਪਹਿਲੀ ਵਾਰ ਉਹ ਇੱਥੇ ਆਏ ਆ, ਹਾਂਜੀ, ਸਿੰਘ ਸਭਾ, ਹਾਂਜੀ, ਉਧਰੋਂ ਰੇਡੀਓ ਚੱਲ ਪਿਆ, ਠੀਕ ਹੈ ਜੀ। ਪਹਿਲਾਂ ਤੇ ਜਦੋਂ ਉਹਨਾਂ ਦਾ ਦੀਵਾਨ ਸੀ, ਪਹਿਲਾ ਸ਼ਾਇਦ 10 ਅਪ੍ਰੈਲ ਸੀ, ਅੱਛਾ ਜੀ, 2013 ਦੀ ਗੱਲ ਆ, ਠੀਕ ਹੈ ਜੀ, 10 ਅਪ੍ਰੈਲ ਸੀ ਸ਼ਾਇਦ, ਠੀਕ ਹੈ ਜੀ। ਉਦਣ ਪਹਿਲੀ ਵਾਰ ਲਾਈਵ ਕੀਤਾ ਸੀ ਅਸੀਂ, ਠੀਕ ਹੈ ਜੀ, ਠੀਕ ਹੈ। ਉਦਾਂ ਪ੍ਰੋਗਰਾਮ ਨਹੀਂ ਸੀ ਪਹਿਲਾਂ ਕੋਈ ਕੀਤਾ, ਔਨ 에ਅਰ ਚੱਲਦਾ ਸੀ, ਜਾਨੀ ਜਿਹੜਾ ਕੀਰਤਨ ਵਗੈਰਾ, ਠੀਕ ਹੈ ਜੀ। ਜਿਹੜੇ ਪ੍ਰੋਗਰਾਮ ਆ ਇਹਨਾਂ ਤੋਂ ਬਾਅਦ ਆਪਾਂ ਸ਼ੁਰੂ ਕੀਤੇ ਉਦੋਂ ਜਦੋਂ ਇਹ ਆਏ ਆ, ਠੀਕ ਹੈ ਜੀ, ਠੀਕ ਹੈ। ਤੇ ਹੁਣ ਉਸ ਵੇਲੇ ਸਵਾਲ ਖੜਾ ਹੋਇਆ ਬਾਰ-ਬਾਰ ਵੀ ਭਾਈ ਉਹ ਤਾਂ ਢੋਲਕੀ ਛੈਣੇ ਚੱਕ ਕੇ ਜਿਹੜਾ ਬਾਬਾ ਕਲਚਰ ਆ, ਸਾਰਾ ਕੁਝ ਉਹ ਆ, ਇਨੀ ਸਭ ਤੋਂ ਵੱਧ ਚੀਕ ਚਹਾੜਾ ਇਹਨਾਂ ਨੇ ਪਾਇਆ, ਠੀਕ ਹੈ ਜੀ। ਤੇ ਸਾਡਾ ਉਦੋਂ ਆਰਗੂਮੈਂਟ ਇਹ ਸੀ ਵੀ ਜਿਹੜੇ ਕੰਮ ਪੰਥਪ੍ਰੀਤ ਸਿੰਘ ਕਰ ਰਿਹਾ ਨਾ, ਹਾਂਜੀ, ਜਿਸ ਤਰੀਕੇ ਨਾਲ ਉਹ ਕਰਦਾ ਆ, ਹਾਂਜੀ, ਕੋਈ ਬੰਦਾ ਉਦਾਂ ਪ੍ਰਚਾਰ ਕਰ ਲੈ ਭਾਵੇਂ ਸਾਰੇ ਬਾਬੇ ਲਾ ਪੈਣ, ਠੀਕ ਹੈ ਜੀ, ਠੀਕ ਹੈ। ਜਿਹੜੇ ਸੁਣਦੇ ਆ ਬੰਦੇ, ਜਿਹੜੇ ਉਦੋਂ ਤੋਂ ਸੁਣਦੇ ਆ, ਉਹਨਾਂ ਨੂੰ ਯਾਦ ਹੋਣਾ, ਨਿਊਜ਼ੀਲੈਂਡ ਵਾਲਿਆਂ ਨੂੰ ਵੀ ਯਾਦ ਹੋਣਾ, ਠੀਕ ਹੈ ਜੀ, ਠੀਕ ਹੈ। ਸਾਨੂੰ ਪੁੱਛਿਆ ਕਈਆਂ ਨੇ ਵੀ ਇੱਥੇ ਸਵਾਲ ਜਵਾਬ ਹੁੰਦੇ ਆ, ਹਾਂਜੀ, ਜੇ ਆਇਆ ਕੋਈ ਪੁੱਛੂਗਾ, ਮੈਂ ਕਿਹਾ ਉਹਦੀ ਜ਼ਿੰਮੇਵਾਰੀ ਸਾਡੀ ਆ, ਅਸੀਂ ਜਵਾਬ ਦੇਵਾਂਗੇ, ਠੀਕ ਹੈ ਜੀ। ਔਨ 에ਅਰ ਵੀ ਮੈਂ ਇੱਕ ਬੰਦੇ ਨੂੰ ਇੱਥੇ ਜਵਾਬ ਦਿੱਤਾ ਸੀ ਵੀ ਇਹਦੇ ਉੱਤੇ ਕਿਸੇ ਨੇ ਪੁੱਛ ਲਿਆ ਸੀ ਏਦਾਂ, ਠੀਕ ਹੈ, ਵੀ ਜਿਹੜੀ ਧਾਰਨਾ ਆ ਕੱਚੀ ਬਾਣੀ ਦੀ ਆ ਉਹ ਪੜ੍ਹੀ ਜਾ ਸਕਦੀ ਆ, ਠੀਕ ਹੈ ਜੀ। ਅਸੀਂ ਕਿਹਾ ਵੀ ਕੋਈ ਪੰਥਪ੍ਰੀਤ ਸਿੰਘ ਹੋਵੇ ਤਾਂ ਪੜ੍ਹ ਲਿਆਓ, ਸਾਨੂੰ ਕੋਈ ਪ੍ਰੋਬਲਮ ਨਹੀਂ, ਠੀਕ ਹੈ ਜੀ। ਇਹਦੇ ਉੱਤੇ ਇੱਥੇ ਖੜਨਾ ਪੈਣਾ, ਸਟੈਂਡ ਲੈਣਾ ਪੈਣਾ, ਲੈ ਉਹਦੇ ਨਾਲ ਕੋਈ ਦੂਜਾ ਨਹੀਂ ਹੈਗਾ, ਕਿਉਂਕਿ ਅਸੀਂ ਵੀ ਉਹ ਮਰਿਆਦਾ ਵਾਲੀ ਗੱਲ ਨੂੰ ਲੈ ਕੇ ਚੱਲਦੇ ਸੀ, ਠੀਕ ਹੈ। ਸਾਨੂੰ ਵੀ ਇਹੀ ਲੱਗਦਾ ਸੀ ਵੀ ਇਹ ਗੱਲ ਜਿਹੜੀ ਆ ਜਿਹਦਾ ਲਿਖਿਓ ਆ, ਪਰ ਉਹਦਾ ਧਰਮ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਠੀਕ ਹੈ ਜੀ। ਇਹ ਗੱਲ ਪਤਾ ਕਿੱਥੋਂ ਨਿਕਲੀ ਆ? ਇਹ ਨਿਕਲੀ ਆ ਵੀ ਜਿਹੜੀ ਗੁਰਬਾਣੀ ਆ ਉਹ ਧੁਰਕੀ ਬਾਣੀ ਆ, ਠੀਕ ਹੈ ਜੀ, ਉਹ ਰੱਬ ਕੋਲੋਂ ਆਈ ਆ, ਠੀਕ ਹੈ। ਤੇ ਜਿਹੜੀਆਂ 10 ਪਾਤਸ਼ਾਹੀਆਂ ਦੀ ਗੱਲ ਆ, ਹਾਂਜੀ, ਭਗਤ ਕਬੀਰ ਜੀ ਦੀ ਗੱਲ ਆ, ਹਾਂਜੀ, ਭਗਤ ਰਵਿਦਾਸ ਜੀ ਦੀ, ਨਾਮਦੇਵ ਜੀ ਦੀ ਗੱਲ ਆ, ਹਾਂਜੀ, ਉਹਨੂੰ ਅਸੀਂ ਕਹਿੰਦੇ ਆ, ਪ੍ਰਚਾਰਦੇ ਆ, ਮੰਨਦੇ ਆ ਅਸੀਂ ਵੀ ਜੀ ਉਹ ਰੱਬ ਨਾਲ ਇੱਕਮਿਕ ਸੀਗੇ ਤੇ ਧੁਰੋਂ ਜਾ ਕੇ ਲੈ ਕੇ ਆਏ ਆ, ਤੇ ਜੋਤ ਗੁਰੂ ਨਾਨਕ ਦੇਵ ਜੀ ਚ ਆਈ ਆ, ਉਹ ਨਹੀਂ ਗਾਹਾਂ ਦਿੱਤੀ ਆ, ਮੰਨ ਲਿਆ। ਸੱਤੇ ਬਲਵੰਡ ਬਾਰੇ ਵੀ ਇਦਾਂ ਹੀ ਆ, ਹਾਂਜੀ, ਉਹ ਵੀ ਧੁਰੋਂ ਜੋਤ ਲੈ ਕੇ ਆਈ ਆ, ਭੱਟ ਵੀ ਜੋਤ ਲੈ ਕੇ ਆਈ ਆ, ਉਹਨਾਂ ਦਾ ਲਿਖਿਆ ਜਿਹੜਾ ਆ ਉਹ ਗੁਰਬਾਣੀ ਕਿੱਦਾਂ ਬਣਿਆ, ਬਿਲਕੁਲ ਬਿਲਕੁਲ। ਹੁਣ ਗੱਲ ਤਾਂ ਇਹ ਆ ਵੀ ਇੱਕ ਅਟਲ ਸੱਚਾਈ, ਇੱਕ ਗੱਲ ਆ ਜਿਹੜੀ ਕਹੀ ਗਈ ਆ, ਹਾਂਜੀ, ਉਹ ਗੱਲ ਸਮਾਜ ਦੇ ਉੱਤੇ ਪੂਰੀ ਢੁਕਦੀ ਆ, ਠੀਕ ਹੈ, ਔਰ ਰਹਿੰਦੀ ਦੁਨੀਆ ਤੱਕ ਉਹ ਸੱਚ ਰਹਿਣੀ ਆ, ਠੀਕ ਹੈ ਜੀ। ਹੁਣ ਉਦੋਂ ਬਲਜਿੰਦਰ ਹੁਣੀ ਗੱਲ ਕਰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਇਸ ਗੱਲ ਦਾ ਪ੍ਰਤੀਕ ਸੀ। ਉਦੋਂ ਗੁਰੂ ਸਾਹਿਬ ਨੇ ਭਗਤਾਂ ਦੀ ਬਾਣੀ ਲਿਆ ਕੇ, ਹਾਂਜੀ, ਜਿਹੜੇ ਉਹਨਾਂ ਤੋਂ 200 400 500 700 ਸਾਲ ਪਹਿਲਾਂ ਵੀ ਹੋਏ ਆ, ਉਹ ਰਚਨਾ ਲਿਆ ਕੇ, ਔਰ ਕੱਲੀ ਲਿਆਂਦੀ ਨਹੀਂ ਹੈਗੀ, ਭਗਤ ਨਾਮਦੇਵ ਜੀ ਦੀ ਰਚਨਾ ਜਿਹੜੀ ਆ ਅਸੀਂ ਮੰਨਦੇ ਹਾਂ ਵੀ ਪੰਜਾਬੀ ਚ ਗੁਰਮੁਖੀ ਚ ਲਿਖੀ ਹੋਊਗੀ, ਉਹ ਨਹੀਂ ਜੀ, ਉਹਦਾ ਮਹਾਰਾਸ਼ਟਰ ਵਿੱਚ ਹੋਇਆ, ਹਾਂਜੀ ਹਾਂਜੀ। ਫਿਰ ਉਹਨੂੰ ਗੁਰਮੁਖੀ ਕਿਨ ਲਿਖਿਆ, ਚੇਂਜ ਕਿਨ ਕੀਤਾ? ਉਹਨੂੰ ਗੁਰੂ ਸਾਹਿਬ ਨੇ ਕੀਤਾ ਜਦੋਂ ਸੰਪਾਦਨਾ ਹੋਈ ਆ, ਹਾਂਜੀ ਹਾਂਜੀ, ਠੀਕ ਹੈ। ਜਿਹੜੀ ਗ੍ਰਾਮਰ ਆ, ਗ੍ਰਾਮਰ ਕਿਤੇ ਇੰਨੇ 100 ਸਾਲ ਏਦਾਂ ਹੀ ਚੱਲੀ ਆ, ਇੱਕੋ ਹੀ ਗ੍ਰਾਮਰ ਆਈ ਆ? ਨਹੀਂ ਜੀ, ਮਹਾਰਾਸ਼ਟਰ ਵਿੱਚ ਇਹੀ ਗ੍ਰਾਮਰ ਲੱਗੀ ਹੋਈ ਸੀ, ਔਂਕੜ ਪੈਣ ਦਾ ਅਰਥ ਆ, ਸਿਹਾਰੀ ਦਾ ਆ, ਹਾਂਜੀ ਹਾਂਜੀ, ਮੁਕਤੇ ਦਾ ਆ, ਹਾਂਜੀ ਹਾਂਜੀ। ਉਹ ਸਿਹਾਰੀਆਂ ਬਿਹਾਰੀਆਂ ਕਿੱਦਾਂ ਲੱਗੀਆਂ? ਗੁਰੂ ਸਾਹਿਬ ਨੇ, ਗੁਰੂ ਸਾਹਿਬ ਨੇ। ਗੱਲ ਤਾਂ ਇਹ ਸੀ ਵੀ ਜਿਹੜੀ ਅਟਲ ਸੱਚਾਈ ਆ ਨਾ, ਜਿਹੜੀ ਗੱਲ ਸਮਾਜ ਨੂੰ ਸੇਧ ਦੇਣੇ ਵਾਲੀ ਆ, ਉਹ ਕੋਈ ਵੀ ਕਹੇ, ਕਿਤਿਓਂ ਵੀ ਕਹੇ, ਉਹ ਗਿਆਨ ਆ, ਉਹਦੀ ਪੂਜਾ ਹੋਣੀ, ਉਹ ਲੈ ਲੈਣੀ ਚਾਹੀਦੀ ਆ, ਔਰ ਲਿਆ ਕੇ ਦਿਖਾ ਲਈ ਗੁਰੂ ਸਾਹਿਬ ਨੇ।
ਹਾਂਜੀ ਤੇ ਅੱਜ ਸਾਡੇ ਤੇ ਨਹੀਂ ਲਾਗੂ ਹੁੰਦੀ ਉਹ। ਹਾਂਜੀ ਹਾਂਜੀ ਹੁਣ ਇਹ ਜਾਣੀ ਇਹ ਸਾਨੂੰ ਕਿਉਂ ਲੱਗ ਰਿਹਾ ਆ ਵੀ ਜੋ ਹੋ ਗਿਆ ਆ, ਜਾਣੀ ਜਿਹੜਾ ਬੰਦਾ ਸਮਾਜ ਤੇ ਕਬਜ਼ਾ ਕਰਨਾ ਚਾਹੁੰਦਾ ਨਾ, ਹਾਂਜੀ ਜਿਹੜੀ ਬ੍ਰਾਹਮਣ ਬਿਰਤੀ ਆ ਉਹ ਇਹ ਕਹਿੰਦੀ ਆ ਵੀ ਜਿੰਨਾ ਚੰਗਾ ਸੀ ਨਾ ਉਹ ਬੀਤ ਚੁੱਕਾ। ਠੀਕ ਹੈ ਜੀ। ਹੁਣ ਇਸ ਵੇਲੇ ਨਹੀਂ ਕੋਈ ਵੀ ਹੈਗਾ। ਠੀਕ ਹੈ ਠੀਕ ਹੈ। ਇਹ ਕਹਿ ਕੇ ਉਹ ਤੁਹਾਨੂੰ ਸਾਈਕੋਲੋਜੀਕਲੀ ਤੁਹਾਡੇ ਤੇ ਦਬਾਅ ਪਾਉਣਾ ਚਾਹੁੰਦਾ ਆ ਵੀ ਜਿਹੜੀ ਗੱਲ ਮੈਂ ਕਹਿ ਰਿਹਾ ਨਾ ਉਹ ਤੇ ਭਰੋਸਾ ਕਰੋ। ਠੀਕ ਹੈ। ਚੰਗਾ ਸਿਰਫ ਮੈਂ, ਠੀਕ ਸਿਰਫ ਮੈਂ ਆ, ਫਰਕ ਸਿਰਫ ਮੈਨੂੰ ਆ, ਕਿਤੇ ਹੋਰ ਨਾ ਚਲ ਜਿਓ। ਬਾਕੀ ਜਿਹੜੇ ਚੰਗੇ ਸੀ ਮਰ ਚੁੱਕੇ ਆ, ਠੀਕ ਹੈ, ਹੋ ਚੁੱਕੇ ਆ। ਠੀਕ ਹੈ ਜੀ। ਠੀਕ ਹੈ। ਇਸ ਬਿਰਤੀ ਵਿੱਚੋਂ ਇਹ ਨਿਕਲ ਰਿਹਾ ਹੈ ਜਿਹੜੀ ਗੁਰਬਾਣੀ ਆ ਉਹ ਧੁਰਕੀ ਬਾਣੀ ਆ। ਹਾਂਜੀ ਠੀਕ ਹੈ। ਜਿਹੜੇ ਇਹ ਪੜ੍ਹਦੇ ਗੀਤ ਆ ਇਹ, ਠੀਕ ਹੈ। ਬਚਿਆ ਕੌਣ ਫੇ? ਹਾਂਜੀ ਅਸੀਂ ਦੱਸਾਂਗੇ ਤੁਹਾਨੂੰ। ਠੀਕ ਹੈ ਜੀ। ਠੀਕ ਹੈ। ਹੁਣ ਕੀਰਤਨ ਢੱਡਰੀਆਂ ਵਾਲਾ ਜੋ ਕੁਝ ਕਹਿ ਰਿਹਾ ਆ, ਧਾਰਨਾ ਗਾ ਕੇ ਜਿਹੜੀਆਂ ਗੱਲਾਂ ਕਹਿ ਰਿਹਾ ਆ, ਪ੍ਰਚਾਰਕਾਂ ਦੇ ਕਿਸੇ ਦੇ ਬੱਖੀ 'ਚ ਵੱਜਦੀ ਆ, ਕਿਸੇ ਦੇ ਗੋਡੇ 'ਚ ਵੱਜਦੀ ਆ। ਹਾਂਜੀ ਹਾਂਜੀ ਠੀਕ ਹੈ। ਹੁਣ ਇੱਕ ਰਾਗੀ ਆ, ਉਹ ਸਟੇਜ ਤੇ ਪੌਣਾ ਘੰਟਾ ਕੀਰਤਨ ਕਰਕੇ ਜਾਂਦਾ ਗੁਰਬਾਣੀ ਦਾ, ਹੈ ਪ੍ਰੋਬਲਮ ਕਿਸੇ ਨੂੰ ਇਹਨਾਂ ਨੂੰ? ਨਾ ਜੀ, ਕਿਸੇ ਨੂੰ। ਤਾਂ ਹੀ ਤਾਂ ਸੋਹਣਾ ਲੱਗ ਰਿਹਾ, ਜੱਜ ਰਿਹਾ ਉਹ। ਹਾਂਜੀ ਆਹ ਦੇਖੋ ਕਹਿੰਦਾ ਵੀਰ ਜੀ ਨੇ ਕਿੰਨਾ ਸੋਹਣਾ ਕੀਰਤਨ ਕੀਤਾ। ਹੁਣ ਕਿਤੇ ਢੱਡਰੀਆਂ ਨਾਲ ਲਾਪਾ ਇਦਾਂ ਕੀਰਤਨ ਕਰਨ, ਹਨਾ, ਆਪੇ ਕਹਿਣਗੇ ਵੀ ਵਾਹ ਵਾਹ ਵਾਹ, ਟਕਸਾਲੀ ਬੁਰਾ ਕਹਿਣਗੇ ਉਹਨੂੰ? ਨਾ ਜੀ, ਕੋਈ ਵੀ ਨਹੀਂ, ਉਹ ਵੀ ਇਹੀ ਕਹਿਣਗੇ। ਹਾਂਜੀ ਹਨਾ। ਹੁਣ ਉਹਨੇ ਧਾਰਨਾ ਪੜੀ ਪਈ ਸਿਰ ਦਿੱਤਿਆਂ ਪਿਆਰਾ ਮਿਲ ਜਾਏ, ਹਾਂਜੀ, ਸੌਦਾ ਤਾਂ ਵੀ ਸਸਤਾ ਹੈ। ਹਾਂਜੀ ਹਾਂਜੀ ਠੀਕ ਹੈ। ਪੜ ਕੇ ਨਾ ਇਦਾਂ ਜਦੋਂ 5 ਮਿੰਟ ਗਾ ਕੇ ਜਦੋਂ ਉਹਨੇ ਵਿਚਾਲੇ ਇਦਾਂ ਕਿਹਾ, ਕਹਿੰਦੇ ਵੀ ਸਾਧ ਸੰਗਤ ਜੀ ਸਾਡਾ ਪਿਆਰਾ, ਸਾਡਾ ਗੁਰੂ ਗਿਆਨ ਆ, ਖਿਆਲ ਰੱਖੀਏ। ਹੁਣ ਦੱਸੋ ਵੀ ਸਿਰ ਦਿੱਤਿਆਂ ਪਿਆਰਾ ਮਿਲ ਜਾਏ, ਕਿਹੜਾ ਮਿਲਣਾ? ਗਿਆਨ। ਹਾਂ ਹਾਂਜੀ ਠੀਕ ਹੈ। ਹੁਣ ਇਹਦੀ ਕੀ ਪ੍ਰੋਬਲਮ ਲੱਗੀ ਕਿਸੇ ਨੂੰ? ਕੋਈ ਵੀ ਨਹੀਂ। ਹੁਣ ਤੁਸੀਂ ਤਾਂ ਭਾਈ ਉਹ ਕੀਰਤਨ ਦੇ ਨਾਂ ਦੇ ਉੱਤੇ ਤਾਂ ਆਪਣਾ ਧੰਦਾ, ਹੁਣ ਸ੍ਰੀਨਗਰ ਵਾਲੇ ਵਰਗਾ ਕੀਰਤਨ ਕਰ ਲਊਗਾ ਕੋਈ? ਨਹੀਂ ਜੀ। ਠੀਕ ਹੈ। ਫਿਰ ਉਹ ਮਨਪ੍ਰੀਤ ਕਾਨਪੁਰੀ ਤਾਂ ਹਮੇਸ਼ਾ ਕੀਰਤਨ ਕਰਦਾ। ਹਾਂਜੀ 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 ਠੀਕ ਹੈ। ਫਿਰ ਉਹ ਅਖੰਡ ਕੀਰਤਨੀਆਂ ਜਿੰਨਾ ਕੀਰਤਨ ਕਰ ਲਓਗੇ ਇਹ? ਸਹੀ ਗੱਲ ਹੈ। ਜਾਂ ਤਾਂ ਕਬੂਲ ਕਰ ਲੈਣ। ਹੁਣ ਹੌਲੀ ਹੌਲੀ ਉੱਧਰ ਖੜ ਰਹੇ ਜਾ ਕੇ ਕਿ ਨਹੀਂ? ਹਾਂਜੀ ਹਾਂਜੀ ਉਹਨਾਂ ਦੇ ਕੋਲ ਹਨਾ। ਹੁਣ ਵਾਹਿਗੁਰੂ ਵਾਹਿਗੁਰੂ ਕਰਦੇ ਆ ਉਹ, ਇਹ ਨਹੀਂ ਕਹਿ ਦੇਣਾ ਵੀ ਜਿਹੜੀਆਂ ਕੋਲੋਂ ਗੱਲਾਂ ਮੈਨੂੰ ਤਾਂ ਇਹ ਡਰ ਪਿਆ ਵੀ ਕਿਤੇ ਕਥਾ ਨਾ ਕਰਨੀ ਛੱਡ ਦੇਣ ਇਹ ਇਹਨਾਂ ਕੋ, ਕਿਉਂਕਿ ਜਦੋਂ ਭੰਡਣਾ ਉਹਨੂੰ, ਹੁਣ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਤੁਹਾਡਾ ਮੂੰਹ ਬੰਦ ਕਰਨ ਲਈ ਉਹਨੀ ਗੱਲ ਸੁਣਾਈ ਨਾ ਢੱਡਰੀ ਵਾਲੇ ਨੇ, ਕਹਿੰਦੇ ਵੀ ਪਿੰਡ 'ਚ ਕੋਈ ਬੰਦਾ ਕਿਸੇ ਦਾ ਗਧਾ ਲੈਣ ਗਿਆ। ਠੀਕ ਹੈ ਜੀ। ਉਹਨੂੰ ਕਹਿੰਦਾ ਵੀ ਗਧਾ ਆਧਾਰਾ ਦੇ ਦਿਓ, ਮੈਨੂੰ ਚਾਹੀਦਾ। ਉਹ ਕਹਿੰਦਾ ਗਧਾ ਹੈ ਨਹੀਂ। ਠੀਕ ਹੈ। ਉਹ ਕਹਿੰਦਾ ਕੀ ਗੱਲ ਹੋਈ? ਤੇ ਉਹ ਕਹਿੰਦਾ ਵੀ ਉਹ ਬੰਦਾ ਜਿਹਦਾ ਗਧਾ ਸੀ ਉਹ ਕਹਿੰਦਾ ਵੀ ਕੱਲ ਚਰਨ ਗਿਆ ਸੀ, ਹਾਂਜੀ, ਮੁੜ ਕੇ ਨਹੀਂ ਆਇਆ। ਠੀਕ ਹੈ ਜੀ। ਹੁਣ ਗੱਲ ਭਰੋਸੇ ਵਾਲੀ ਨਹੀਂ ਹੈਗੀ ਉਦਾਂ ਤੇ ਇਦਾਂ ਚਰਨ ਗਿਆ ਕਿੱਦਾਂ ਨਹੀਂ ਆਇਆ? ਉਹ ਜਦ ਤਾਈਂ ਸਬੱਬ ਨਾਲ ਅੰਦਰੋਂ ਗਧਾ ਹਿਣਕ ਗਿਆ ਤੇ ਗਧਾ ਹਿਣਕਿਆ। ਉਹ ਬੰਦਾ ਕਹਿੰਦਾ ਦੇਖ ਤਾਂ ਅੰਦਰ ਹੀ ਤਾਂ ਹੈ, ਤੇ ਤੂੰ ਝੂਠ ਕਾਤੇ ਬੋਲੀ ਜਾਣਾ, ਦੇ ਦੇ ਮੈਨੂੰ। ਉਹ ਕਹਿੰਦਾ ਹੁਣ ਤਾਂ ਬਿਲਕੁਲ ਨਹੀਂ ਦੇਣਾ, ਜੇ ਦੇਣਾ ਵੀ ਸੀ ਨਾ ਹੁਣ ਨਹੀਂ ਦੇਣਾ ਤੈਨੂੰ। ਤੇ ਤੈਨੂੰ ਮੈਂ ਜਿਹੜੀ ਗੱਲ ਕਹੀ ਆ, ਮੇਰੇ ਕਹਿਣ ਤੇ ਤੈਨੂੰ ਭਰੋਸਾ ਨਹੀਂ ਆਇਆ, ਗਧੇ ਦੇ ਹਿਣਕਣ ਤੇ ਭਰੋਸਾ ਤੈਨੂੰ ਬੰਦੇ ਤੇ ਨਹੀਂ ਭਰੋਸਾ, ਗਧੇ ਤੇ ਭਰੋਸਾ ਆ ਜਾਣੀ। ਹੁਣ ਨਹੀਂ ਤੇਰੇ ਵਰਗੇ ਬੰਦੇ ਨੂੰ ਨਹੀਂ ਦੇਣਾ। ਠੀਕ ਹੈ। ਠੀਕ ਹੈ। ਉਹ ਕਹਿੰਦੇ ਵੀ ਜਿਹੜੇ ਬੰਦੇ ਇਹ ਜਿਹੜੇ ਨਾ ਬਾਹਰ ਰੌਲਾ ਪਾਉਂਦੇ ਆ, ਜਿਹੜੇ ਗਧੇ ਦੇ ਹਿਣਕਣ ਗਧਿਆਂ ਦੇ ਹਿਣਕਣ ਤੇ ਭਰੋਸਾ ਕਰਦੇ ਆ, ਉਹਨਾਂ ਦੇ ਕਹਿਣੇ ਦੀ ਕੁਝ ਨਹੀਂ ਕਰਨਾ ਸੀ। ਠੀਕ ਹੈ। ਜੋ ਮਰਜ਼ੀ ਹੋ ਜਾ। ਠੀਕ ਹੈ ਜੀ। ਹਨਾ। ਤੇ ਤੜ ਆ ਜਿਹੜੀ ਅੜੀ ਆ ਤੁਹਾਡੀ ਉਹ ਭੰਨਣੀ ਆ। ਠੀਕ ਹੈ। ਉਹ ਦਿਖਾਉਣੀ ਆ ਮਨਾ ਕੇ ਅਸੀਂ। ਹੁਣ ਜੇ ਭਲਕੇ ਨੂੰ ਇਦਾਂ ਇਹ ਕਹਿ ਦੇਣ ਉਹ ਇਦਾਂ ਮੂਹਰਿਓ, ਮੈਂ ਕਹਿੰਦਾ ਉਹ ਤਾਂ ਫੇਰ ਚੰਗੇ ਆ, ਇਹਨਾਂ ਗੱਲਾਂ ਦਾ ਨੋਟਿਸ ਨਹੀਂ ਕਰਦੇ। ਧੁੰਮੇ ਨੇ ਤਿੰਨਾਂ ਨੂੰ ਕਿਹਾ ਸੀ, ਧੁੰਦਾ ਪੰਥਪ੍ਰੀਤ ਨਹੀਂ ਬੋਲੇ, ਢੱਡੀਆਂ ਵਾਲੇ ਨੇ ਜਵਾਬ ਦੇ ਦਿੱਤਾ ਠੋਕ ਕੇ। ਹੁਣ ਆ ਜਿਹੜੀ ਗੱਲ ਕਹੀ ਆ ਲੱਗਦੀ ਤਾਂ ਪੰਥਪ੍ਰੀਤ ਦੇ ਉੱਤੇ ਵੀ ਆ, ਪਿਛੈਣਿਆਂ ਢੋਲਕੀਆਂ ਦੇ ਨਾਲ ਗੀਤੇ ਗਾਏ ਆ, ਉਹ ਵੀ ਗਾਉਂਦਾ ਹੀ ਆ, ਹਨਾ। ਉਹਨੂੰ ਤਾਂ ਜਵਾਬ ਨਹੀਂ ਦੇਣਾ। ਜੇ ਢੱਡੀਆਂ ਵਾਲੇ ਨੂੰ ਕਹਿ ਦੇਣ ਵੀ ਧੁੰਦਿਆ ਚੱਲ ਆ ਜਾ, ਮੈਂ ਗੁਰਬਾਣੀ ਗਾਉਣਾ, ਜਿਹਨੂੰ ਤੂੰ ਧਾਰਨਾ ਕਹਿੰਦਾ ਨਾ, ਮੈਂ ਕਰਦਾ, ਹੁਣ ਦੇਈ ਜਵਾਬ, ਹੁਣ ਕਰ ਗੱਲ। ਜਿਹਨੂੰ ਕਿਤੇ ਸਿੱਧੇ ਸੰਬੋਧਨ ਮੇਰੇ ਵਰਗਾ ਹੋਵੇ ਜਾਣੀ ਏਦਾਂ, ਉਹ ਤਾਂ ਮੈਂ ਕਹਿੰਦਾ ਬਹੁਤ ਇੰਨਾ ਚੰਗਾ ਸੁਭਾਅ ਜਾਣੀ ਢੱਡਰੀਆਂ ਵਾਲਿਆਂ ਦਾ, ਇੰਨਾ ਠੰਡਾ ਸੁਭਾਅ ਆ, ਇੰਨਾ ਬਰਦਾਸ਼ਤ ਕਰੀ ਜਾਂਦੇ ਆ, ਹਨਾ। ਕਿੱਥੇ ਖੜਨੇ ਨੂੰ ਜਗ੍ਹਾ ਇਹਨਾਂ ਕੋ। ਸਹੀ ਗੱਲ ਹੈ ਜਾਣੀ। ਉਦਾਂ ਬੰਦੇ, ਮੈਂ ਕਮਿਊਨਿਟੀ ਦੀ ਗੱਲ ਕਰਦਾ ਵੀ ਇਹ ਬੰਦੇ ਇੰਨਾ ਜ਼ਿਆਦੇ ਉਹਨਾਂ ਦੇ ਨਾਲ ਜਿਹੜਾ ਆ ਇਦਾਂ ਡਿੱਗ ਕੇ, ਜਦੋਂ ਸਾਹਮਣੇ ਗਰੰਟੀ ਮੈਂ ਦਿੰਦਾ ਵੀ ਇਹ ਬੰਦੇ ਕਦੇ ਇਦਾਂ ਕਰਕੇ ਦਿਖਾ ਲੈਣ, ਇੰਨੀ ਗੱਲ ਉਦਾਂ ਸਾਹਮਣੇ ਕਹਿ ਕੇ ਦਿਖਾ ਲੈਣ ਉਹਨਾਂ ਦੀ ਕਿਤੇ ਮੀਟਿੰਗ ਕਰਕੇ, ਠੀਕ ਹੈ, ਕਦੇ ਨਹੀਂ ਹੋ ਸਕਦਾ। ਠੀਕ ਹੈ। ਕਮਿਊਨਿਟੀ ਆ ਜਾਣੀ। ਠੀਕ ਹੈ। ਤੇ ਔਰ ਦੂਜੀ ਗੱਲ ਇਹ ਆ ਵੀ ਜਿਹੜੇ ਸਰੋਤੇ ਆ ਉਹ ਪੁੱਛ ਕੇ ਦੇਖ ਲੈਣ, ਫੋਨ ਕਰ ਲੈਣ ਇਹਨੂੰ
ਜਿੰਨੇ ਵੀ ਬੰਦੇ ਫੋਨ ਕਰੂਗੇ, ਪੰਥਪ੍ਰੀਤ ਦੇ ਬੰਦੇ ਫੋਨ ਕਰ ਦੇਣ, ਇਹਨ ਉਹਦੇ ਬਾਰੇ ਕਹਿ ਦੇਣਾ, ਉਹਦੇ ਕਰ ਦੇਣ, ਇਹਨ ਉਹਦੇ ਬਾਰੇ ਕਹਿ ਦੇਣਾ, ਹਨਾ। ਫੇਰ ਕਹਿਣਾ ਨਹੀਂ ਇਹ ਤਾਂ ਠੀਕ ਕਰ ਰਹੇ ਆ, ਤੁਸੀਂ ਸਮਝੇ ਨਹੀਂ, ਮੈਂ ਤਾਂ ਭੇਵੇ ਵਾਲੇ ਨੂੰ ਕਿਹਾ, ਉਹ ਗੀਤ ਗਾਉਂਦਾ ਭਾਈ ਸਾਹਿਬ ਤਾਂ ਗੁਰਮਤੀਆਂ ਗੱਲਾਂ ਕਰਦੇ ਆ। ਬਿਲਕੁਲ ਫਿਰ ਇੱਥੇ ਜੇ ਦੋਹਾਂ ਦੇ ਇਕੱਠੇ ਹੋ ਗਏ ਕਹਿ ਦੇਣੀ। ਸਾਡੇ ਨਾਲ ਸਰੋਤੇ, ਸਵਾਗਤ ਹੈ ਜੀ ਤੁਹਾਡਾ। ਵੀਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਗੁਰੂ ਫਤਿਹ ਜੀ। ਆਹੀ ਸੇਮ ਕੁਐਸਚਨ ਭਾਈ ਪੰਥਪ੍ਰੀਤ ਨੂੰ ਕੀਤਾ ਗਿਆ ਸੀਗਾ ਜੀ ਮੇਰੇ ਵੱਲੋਂ, ਵੀ ਜਿਹੜਾ ਤੁਸੀਂ ਢੋਲਕੀਆਂ ਨਾਲ ਜਾਂ ਇਸ ਧਾਰਨਾ ਟਾਈਪ ਤੁਸੀਂ ਕੀਰਤਨ ਕਰਦੇ ਹੋ, ਹਾਂਜੀ, ਕੀ ਇਹ ਗੁਰਮਤਿ ਸਿਧਾਂਤ ਨਾਲ ਸਹੀ ਉਤਰਦਾ? ਹਾਂਜੀ। ਤਾਂ ਉਹਨਾਂ ਦਾ ਜਵਾਬ ਇਹ ਸੀਗਾ ਵੀ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਆ, ਖਾਸ ਤੌਰ ਤੇ, ਹਾਂਜੀ, ਜਦੋਂ ਧਾਰਨਾ ਸਟਾਈਲ 'ਚ ਪੜ੍ਹਦੇ ਆ ਤਾਂ ਲੋਕਾਂ ਦੀ ਸਮਝ ਛੇਤੀ ਆ ਜਾਂਦਾ ਹਨਾ। ਇਹ ਤਾਂ ਫਿਰ ਉਹੀ ਗੱਲ ਹੋਈ, ਮਤਲਬ ਵੀ ਨਾ ਆਪਣੀ ਜਿਹੜੀ ਗੱਲ ਆ ਉਹ ਸਹੀ ਆ, ਤੇ ਖਾਸ ਕਰਕੇ ਜਿਹੜੀ ਗੱਲ ਅੱਜ ਕੱਲ ਸਾਡੇ ਬਾਬਾ ਜੀ ਦੀ ਆ ਉਹ ਰੋਂਗ ਆ, ਹਰ ਗੱਲ ਰੋਂਗ ਆ ਹਨਾ। ਤੁਸੀਂ ਗੁਰਮਤਿ ਸਿਧਾਂਤ ਦੀ ਗੱਲ ਕਰਦੇ ਹੋ, ਇਹਨਾਂ ਨੇ ਇਹ ਕਿਹਾ ਤਾਂ ਇਨਡਾਇਰੈਕਟਲੀ ਹੈ, ਪਰ ਡਾਇਰੈਕਟਲੀ ਕਹਿ ਰਹੇ ਚੰਗਾ ਹੁੰਦਾ। ਹੁਣ ਸਾਰਿਆਂ ਨੂੰ ਪਤਾ ਵੀ ਇਹ ਕਿੱਥੇ ਗੱਲ ਕਹਿਣਾ ਚਾਹੁੰਦੇ ਆ। ਜਿਹੜੇ ਗੀਤਾਂ ਦੀ ਇਹ ਗੱਲ ਕਰਦੇ ਆ ਵੀ ਇਹ ਕਦੀ ਰਾਗੀਆਂ ਬਾਰੇ ਵੀ ਬੋਲਣਗੇ ਤਾਂ ਹੋਇਆ ਨਹੀਂ ਬਿਲਕੁਲ ਉਹ ਕਿੰਨੇ ਰਾਗੀ ਨੇ, ਦਿੱਲੀ ਵਾਲੇ ਸਤਵਿੰਦਰ ਸਿੰਘ ਹੋਣੀ ਹੈਗੇ ਨੇ, ਗਾਣਿਆਂ ਦੀ ਟਿਊਨ ਚੱਕ ਕੇ ਸੇਮ ਟੂ ਸੇਮ ਹੁੰਦੀ ਆ, ਉਹਦੇ ਉੱਪਰ ਹੁੰਦਾ ਨਹੀਂ। ਮੈਂ ਕਹਿੰਦਾ ਬਲਵੀਰ ਸਿੰਘ ਵਰਗੇ ਕਿੰਨੇ ਰਾਗੀ ਆ ਜਿਨ੍ਹਾਂ ਨੇ ਕਦੇ ਟਿਊਨ ਵੀ ਨਹੀਂ ਗਾਈ ਹੋਣੀ, ਪਰ ਜੇ ਕਮਿਊਨਿਟੀ ਦੀਆਂ ਲਿਸਟਾਂ ਉਹਨਾਂ ਦੀਆਂ ਦੇਖਣੀਆਂ, ਹੁਣ ਨਿਰਮਲ ਸਿੰਘ ਵਰਗਿਆਂ ਦੀਆਂ, ਹੁਣ ਗੁਰਬਾਣੀ ਗਾਉਣ ਨਾਲ ਕੀ ਹੋ ਜਾਣਾ ਜਾਣੀ, ਕੁਛ ਵੀ ਨਹੀਂ ਹੋਣਾ ਜੀ। ਹੁਣ ਉਹ ਬਲਬੀਰ ਸਿੰਘ ਹੋਣੇ ਜਾ ਕੇ ਉਹ ਬਾਬੇ ਦੇ ਪੈਰਾਂ 'ਚ ਬਹਿ ਕੇ ਕਹਿੰਦੇ ਨੇ ਵੀ ਤੂੰ ਹੀ ਮੇਰਾ ਪਰਮਾਤਮਾ, ਕਿਉਂਕਿ ਬਾਬਾ ਪੈਸੇ ਦੇਈ ਜਾਂਦਾ। ਠੀਕ ਹੈ, ਕਿੱਥੇ ਮੇਲ ਮਿਲਾਪ ਬਾਰੇ ਥੋੜਾ ਜਿਹਾ ਇਹਨਾਂ ਨੂੰ ਸੋਚਣਾ ਚਾਹੀਦਾ ਨਾ, ਵੀ ਅਸੀਂ ਕੀ ਗੱਲ ਕਰਨ ਲੱਗੇ ਆ, ਕਿਹਦੇ ਬਾਰੇ ਕਰਨ ਲੱਗੇ ਆ। ਨਹੀਂ ਜੀ, ਗੁਰਮਤਿ ਦੀ ਗੱਲ ਕਰਦੇ ਆ, ਉਹ ਪ੍ਰੋਫੈਸਰ ਦਰਸ਼ਨ ਸਿੰਘ ਸਾਰੀ ਉਮਰ ਕੇਸੀ ਉਹਦੇ ਕੀਰਤਨ ਕਰੀ ਗਿਆ, ਜਦ ਕਿ ਫਿਰ ਤੰਤੀ ਸਾਜਾਂ ਦੇ ਕਰੋ, ਫਿਰ ਤੁਸੀਂ ਪੱਕੇ ਗੁਰਮਤਿ ਦੇ ਧਾਰਨੀ ਹੋ ਜਾਓ ਨਾ। ਨਾ ਉਹ ਪੰਥਪ੍ਰੀਤ ਕਹਿੰਦਾ ਵੀ ਮੈਂ 에ਅਰਪੋਰਟ ਤੇ 3 ਘੰਟੇ ਬੈਠਾ ਤੇ ਮੈਂ ਅਕਲ ਦੇਤੀ, ਮੈਂ ਦੱਸਤਾ ਇਹਨਾਂ ਨੂੰ, ਠੀਕ ਆ। ਤੇ ਧੁੰਦਾ ਜੀ ਕਹੀ ਜਾਂਦੇ ਆ ਵੀ ਹੁਣ ਇਧਰੋਂ ਦਬਾਅ ਪਿਆ ਤਾਂ ਥੋੜਾ ਜਿਹਾ ਕਹਿੰਦਾ ਮੋੜਾ ਪਿਆ। ਹੁਣ ਮੋੜਾ ਮਤਲਬ ਕਿਹਨੂੰ ਪਿਆ? ਢੋਲਕੀਆਂ ਛੱਡਣ ਵਾਲੇ ਕਿਹੜੇ ਨੂੰ ਮੋੜਾ ਪਿਆ? ਬਸ ਹਾਂ ਵੀ ਢੱਡਰੀਆਂ ਵਾਲੇ ਨੂੰ ਮੋੜਾ ਵੀ ਸਾਡੇ ਦਬਾਅ ਕਰਕੇ ਪਿਆ ਹਨਾ। ਹੁਣ ਜਿਹੜੀ 3 ਘੰਟੇ ਉਹ ਲੱਗੇ, ਹੁਣ ਇੱਥੋਂ ਗੱਲ ਹੋ ਗਈ। ਨਹੀਂ ਨਾਲੇ ਭਾਈ ਤੁਸੀਂ ਰੋਕ ਲਿਓ ਗਾਹਾਂ, ਜਿਹੜੀ ਮੋਰੇ ਨੇਰੀ ਝੁੱਲਣੀ ਆ ਨਾ ਉਹਨੂੰ ਠੱਲ ਪਾ ਲਿਓ ਹੁਣ ਜਾਣੀ। ਇਹ ਤਾਂ ਬੰਦਿਆਂ ਨੂੰ ਮਰਜ ਹੋਣਾ ਚਾਹੀਦਾ ਸੀ। ਦੇਖੋ ਜੇ ਮਰਜ ਨਹੀਂ ਹੋਣਗੇ ਤਾਂ ਜਿਹੜੀ ਤੁਸੀਂ ਗੱਲ ਕੀਤੀ ਸੀਗੀ ਉਹ 100% ਸਹੀ ਢੁਕਣੀ ਆ, ਉਹ ਅੱਜ ਢੁਕ ਜੇ ਭਾਵੇਂ ਹਫ਼ਤੇ ਬਾਅਦ ਢੁਕ ਜੇ, ਜਵਾਬ ਇਹਨਾਂ ਨੂੰ ਦੇਣਾ ਪੈਣਾ ਜੀ, ਔਖਾ ਹੋਏ ਨਾ ਨਿਕਲਣਾ। ਬਿਲਕੁਲ ਉਹਦੇ ਚ ਨਾਲੇ ਮੈਂ ਕਹਿੰਦਾ ਚੈਲੰਜ ਆ ਸਾਡਾ, ਸਾਨੂੰ ਆ ਕੇ ਇੱਥੇ ਲੋਕਾਂ ਸਰੋਤਿਆਂ ਦੇ ਸਾਹਮਣੇ ਆਨਸਰਲੈਸ ਕਰ ਦੇਣ ਸਾਨੂੰ ਇੱਕ ਵਾਰੀ। ਇਸ ਗੱਲ ਦੇ ਉੱਤੇ ਧੁੰਦਾ ਵਿਚਾਰ ਕਰ ਲੈ, ਜਿਹੜੀ ਸਟੇਟਮੈਂਟ ਦਿੱਤੀ ਆ ਇਹਦੇ ਉੱਤੇ ਵਿਚਾਰ ਕਰੀ ਆਉਣੇ ਰੱਖ ਕੇ ਸਾਡੇ ਨਾਲ ਧਾਰਨਾ ਦੇ ਉੱਤੇ। ਨਾਲੇ ਵੀਰ ਜੀ ਇੱਕ ਗੱਲ ਹੋਰ ਆ, ਜਿਵੇਂ ਹੁਣ ਮੰਨ ਲਓ ਜਿਹੜਾ ਕੀਰਤਨ ਆ ਨਾ ਜੀ, ਜਿਹੜਾ ਹੁਣ ਧਾਰਨ ਨਾਲ ਕੀਰਤਨ ਆ, ਜਾਂ ਮੰਨ ਲਓ ਆਪਾਂ ਕੀਰਤਨ ਦੀ ਵੀ ਗੱਲ ਕਰਦੇ ਆ, ਹੁਣ ਗੁਰਬਾਣੀ ਤਾਂ ਰਾਗਾਂ 'ਚ ਲਿਖੀ ਹੋਈ ਆ। ਹੁਣ ਗੁਰਬਾਣੀ ਦਾ ਸ਼ਬਦ ਸ਼ੁਰੂ ਹੁੰਦਾ ਰਾਗ ਤੋਂ ਸ਼ੁਰੂ ਹੁੰਦਾ ਨਾ ਜੀ, ਇਹਦਾ ਮਤਲਬ ਗੁਰੂ ਸਾਹਿਬ ਨੇ ਦੱਸਿਆ ਨਾ ਸਾਨੂੰ ਵੀ ਇਹ ਰਾਗ ਦੇ ਵਿੱਚ ਆਹ ਸ਼ਬਦ ਦਾ ਕੀਰਤਨ ਹੋਊਗਾ ਜਾਂ ਗਾਇਨ ਕਰਨਾ ਆਪਾਂ ਨੇ। ਫਿਰ ਜਿਹੜਾ ਕੋਈ ਬੰਦਾ ਹੁਣ ਸ਼ੁਰੂਆਤ ਫਿਰ ਤੁਸੀਂ ਭਾਈ ਪੰਥਪ੍ਰੀਤ ਤੋਂ ਹੀ ਕਰੋ ਵੀ ਭਾਈ ਜੇ ਗੁਰੂ ਸਾਹਿਬ ਨੇ ਕਿਹਾ ਵੀ ਧਨਾਸਰੀ ਰਾਗ ਦੇ ਵਿੱਚ ਆਰਤੀ ਵਾਲਾ ਸ਼ਬਦ ਗਾਣਾ, ਵੀ ਤੂੰ ਧਾਰਨਾ ਨਾਲ ਕਿਉਂ ਪੜਦਾ? ਇਹ ਤਾਂ ਗੱਲ ਉਹੀ ਹੋਗੀ ਗੁਰੂ ਸਾਹਿਬ ਦਾ, ਮੈਂ ਤੇਰਾ ਫਰਮਾਨ ਨਹੀਂ ਮੰਨਦਾ ਬਾਈ, ਮੈਂ ਤਾਂ ਇਸ ਤਰ੍ਹਾਂ ਹੀ ਗਾਊਂਗਾ। ਨਾਲੇ ਵੀਰ ਵੱਡੀ ਗੱਲ ਇਹ ਆ, ਜਿਹੜਾ ਨਾ ਰਾਗ ਜਿੱਦਾਂ ਨਾ ਗ੍ਰੰਥ ਆ, ਜਿਹੜੇ ਪੱਤਰੇ ਆ, ਜਿਲਦ ਆ ਜੀ, ਉਹਦਾ ਗੁਰੂ ਨਾਲ ਕੋਈ ਸੰਬੰਧ ਨਹੀਂ ਹੈਗਾ ਜੀ। ਇਦਾਂ ਹੀ ਜਿਹੜੀ ਲਿਖਤ ਆ ਨਾ, ਉਹਦਾ ਰਾਗ ਨਾਲ ਕੋਈ ਸੰਬੰਧ ਨਹੀਂ ਹੈਗਾ ਜੀ। ਉਹ ਰਾਗ ਤਾਂ ਇੱਕ ਭਾਂਡਾ ਆ ਜੀ, ਜਿੱਦਾਂ ਹੁਣ ਖਾਣਾ ਤੁਸੀਂ ਭਾਂਡੇ 'ਚ ਪਾ ਕੇ ਫੜਾਤਾ ਅਗਲੇ ਨੂੰ, ਠੀਕ ਹੈ, ਉਹ ਥਾਲੀ 'ਚ ਵੀ ਪੈ ਸਕਦਾ ਉਹ, ਠੀਕ ਹੈ। ਹੁਣ ਪਾਣੀ ਆ, ਪਾਣੀ ਗਲਾਸ 'ਚ ਵੀ ਪਾ ਸਕਦੇ ਤੁਸੀਂ, ਹਨਾ। ਬੋਤਲ ਦੇ ਵਿੱਚ ਹੋਊਗਾ, ਤੁਸੀਂ ਉਹ ਜਿਹੜੀ ਸਟ੍ਰॉ ਉਹਦੇ ਨਾਲ ਪੀ ਸਕਦੇ, ਕੋਈ ਬੁੱਕ 'ਚ ਵੀ ਪੀ ਸਕਦਾ। ਐਗਜ਼ੈਕਟਲੀ। ਹੁਣ ਜਿਹੜਾ ਰਾਗ ਆ ਨਾ, ਉਹ ਤਾਂ ਭਾਂਡਾ ਆ, ਇੰਪੋਰਟੈਂਟ ਆ ਜਿਹੜੀ ਗੱਲ ਕਹੀ ਗਈ ਆ। ਹਾਂਜੀ, ਹੁਣ ਗੱਲ ਕਹਿਣੇ ਵਾਲਾ ਤੇ ਗੱਲ ਮੰਨਣੇ ਵਾਲਾ ਉਹ ਕੀ, ਉਹਦੇ ਬਾਰੇ ਤਾਂ ਹੁਣ ਜਿਹੜੀ ਆਪਾਂ ਪਹਿਲਾਂ ਪੰਕਤੀ ਦੀ ਆਸਾ ਕੀ ਵਾਰ ਦੀ ਗੱਲ ਕਰਦੇ ਵੀ ਕੋਈ ਗਾਵੇ ਰਾਗੀ ਨਾਦੀ ਬੈਦੀ ਬਹੁ ਭਾਂਤ ਘਰ ਨਹੀਂ ਹਰ ਭੀਜੈ। ਐਗਜ਼ੈਕਟਲੀ, ਹਾਂਜੀ, ਉਹਨੇ ਕਾਰਨ ਦੱਸ ਦਿੱਤਾ, ਅੱਗੋਂ ਜਵਾਬ ਵੀ ਮਿਲ ਗਿਆ। ਹੁਣ ਜੇ ਉਹਦੇ ਉਲਟ ਜਿਹੜੀ ਦੂਜੀ ਪੰਕਤੀ ਆਉਂਦੀ ਆ ਵੀ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ ਜੀ, ਠੀਕ ਹੈ। ਹੁਣ ਉਹ ਗੱਲ ਹੈਗੀ ਆ ਜਿਹੜੇ ਕਮਿਟਡ ਆ, ਜਿਹਦੇ ਅੰਦਰ ਕਪਟ ਨਹੀਂ ਹੈਗਾ,
ਠੀਕ ਹੈ, ਉਹਦੇ ਸ਼ਬਦਾਂ ਨਾਲ ਕੋਈ ਫਰਕ ਨਹੀਂ ਪੈਂਦਾ। ਸ਼ਬਦ ਜਿਹੜਾ ਬੰਦਾ ਕਮੀਣਾ ਆ, ਤੁਸੀਂ ਦੇਖ ਲਓ, ਜਿਹੜਾ ਬੰਦਾ ਕਮੀਣਾ ਆ, ਤੁਸੀਂ ਵੀਰ ਆਪਣੀ ਸਰੋਤਿਆਂ ਨੂੰ ਬੇਨਤੀ ਆ ਵੀ ਬਾਹਰੋਂ ਆਪਣੀ ਘਰ ਵਾਲੀ ਦੇ ਸਾਹਮਣੇ ਜਾਂ ਘਰ ਵਾਲੀ ਦੀ ਸਹੇਲੀ ਨੂੰ ਕੋਈ ਤੁਸੀਂ ਉਦਾਂ ਦੀ ਗੱਲ ਕਹਿ ਦਿਓ, ਛੇੜ ਦਿਓ, ਉਹਨੂੰ ਮਜ਼ਾਕ ਕਰ ਦਿਓ, ਉਹ ਤੋਂ ਬਾਅਦ ਘਰ ਆ ਕੇ ਆਪਣੀ ਵਹੁਟੀ ਦੀਆਂ ਸਿਫਤਾਂ ਕਰਿਓ ਮੂੰਹ ਤੇ, ਜਾਨੀ ਚੁੱਪ ਕਰਕੇ ਸੌਂ ਜਾਓ, ਜਾ ਕੇ ਤਾਂ ਸੁਖੀ ਰਹਿ ਜਾਓਗੇ। ਜੇ ਆ ਕੇ ਸਿਫਤ ਕਰਨ ਲੱਗੇ ਤਾਂ ਪੱਕੇ ਬੇਲਣੇ ਖਾਉਂਗੇ। ਅਗਲੀ ਇਹੀ ਕਹੂਗੀ ਵੀ ਕੰਜਰਾ ਹੁਣ ਲੱਗਾ ਪੱਠੇ ਪਾਉਣ ਮੈਨੂੰ। ਪਹਿਲਾਂ ਉੱਥੇ ਪਾਰਟੀ ਜਿਹੜੀ ਖੇਡ ਆਉਂਦਾ ਸੀ, ਉੱਥੇ ਮੈਂ ਦੇਖਦੀ ਨਹੀਂ ਸੀ ਤੈਨੂੰ ਕੀ ਕਰਦਾ ਸੀ। ਬਿਲਕੁਲ। ਤੇ ਗੁਰੂ ਨਾ ਪੁੱਛਦਾ ਹੋਊਗਾ ਸਾਨੂੰ, ਗੁਰੂ ਵੀ ਇਹੀ ਕਹਿੰਦਾ ਹੋਊਗਾ ਕਮੀਣਿਆਂ ਜਿਹੜੀਆਂ ਹਰਾਮਜ਼ਾਦੀਆਂ ਕਰਦਾ ਆਇਆ, ਬਾਹਰ ਤੋਂ ਜੋ ਕੁਛ ਕਰਦਾ ਆਇਆ। ਬਿਲਕੁਲ। ਹੁਣ ਮੈਨੂੰ ਆ ਕੇ ਤੂੰ ਲੱਗਾ ਇੱਥੇ ਮਿੱਠਾ ਮਿੱਠਾ ਰਾਗ ਸੁਣਾਉਣ ਲੱਗ ਪਿਆ, ਮੈਨੂੰ ਮਿੱਠਾ ਮਿੱਠਾ ਰੋਣ ਲੱਗ ਗਿਆ। ਮੈਂ ਧੁਰਕੀ ਬਾਣੀ ਨੂੰ ਲੱਗਾ ਮੈਂ ਗਾਉਣ। ਹੁਣ ਜਗਾਦਰੀ ਵਰਗੀ ਮਿੱਠੀ ਬਾਣੀ ਕੌਣ ਗਾ ਲਊਗਾ? ਕਿਤੇ ਵੀ ਨਹੀਂ। ਇੰਨਾ ਮਿੱਠਾ ਬੋਲ ਵੀ ਕੌਣ ਲਊਗਾ ਜੀ? ਕੋਈ ਵੀ ਨਹੀਂ। ਹਾਂ, ਬਸ ਗੱਲ ਤਾਂ ਹੁਣ ਵੀਰਾ ਇੱਥੇ ਆ ਵੀ ਜਿਹੜੀ ਨਾ ਅਸੀਂ ਵੈਸੇ ਵੀ ਗੱਲ ਕਰਦੇ ਹੁੰਦੇ ਆ ਵੀ ਆਪਣੀ ਔਕਾਤ ਵਿੱਚ ਆਈਏ, ਜਿੱਦਾਂ ਦੇ ਹੈਗੇ ਆ ਉਦਾਂ ਦੇ ਦਿਸੀਏ। ਇਹ ਜੇ ਹੁਣ ਧੁੰਦੇ ਹੁਣੀ ਜੇ ਇੰਨੀ ਹਿੰਮਤ ਨਹੀਂ ਕਰ ਸਕਦੇ, ਜਿਹਦੇ ਬਾਰੇ ਗੱਲ ਸੀਗੀ ਇਹ ਗੱਲ ਠੋਕ ਕੇ, ਜੇ ਇਹਨੂੰ ਲੱਗਦਾ ਸੀ ਇਦਾਂ ਫੇਰ ਵੀ ਗੱਲ ਕਹਿ ਦਿੰਦਾ ਵੀ ਦੇਖੋ ਸਾਧ ਸੰਗਤ ਜੀ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆ, ਠੀਕ ਹੈ ਨਾ, ਗੱਲ ਕਹਿੰਦੇ ਆ ਨਾ ਗੁਰਮਤਿ ਦੀ, ਠੀਕ ਹੈ। ਹੁਣ ਪੰਥਪ੍ਰੀਤ ਸਿੰਘ ਆ ਵੀ ਛੈਣੇ ਵੀ ਵਜਾਉਂਦੇ ਆ, ਢੋਲਕੀ ਵੀ ਵਜਾਉਂਦੇ ਆ, ਢਪਾਲੀ ਦੇ ਪਿੰਡ ਬੈਠ ਕੇ ਵੀ ਜਾਣੀ ਇਹ ਗੱਲ ਨਹੀਂ ਕਹਿ ਸਕਿਆ ਇੰਨੀ ਨਾ ਆਪਣੇ। ਹੁਣ ਇੰਨੀ ਤੀਲੀ ਲਾਤੀ ਆ ਜਾਣੀ, ਹਨਾ, ਢੋਲਕੀਆਂ ਛੈਣੇ ਨਾ ਗੀਤੇ ਗਾਏ ਆ। ਹੁਣ ਤਾਂ ਪੰਥਪ੍ਰੀਤ ਨੂੰ 2-3 ਸਾਲ ਹੋ ਗਏ, ਕਈ ਵਾਰ ਉਹ ਗੱਲ ਕਹਿ ਚੁੱਕਾ ਵੀ ਹੁਣ ਅਸੀਂ ਜਿਹੜਾ ਨਾ ਧਾਰਨਾ ਆ ਉਹ ਅਸੀਂ ਘਟਾ ਦਿੱਤੀ, ਬਹੁਤ ਘਟਾ ਦਿੱਤੀ ਹੈ। ਠੀਕ ਹੈ, ਉਹ ਤੁਸੀਂ ਦੇਖ ਵੀ ਲਿਆ, ਸ਼ੁਰੂ ਚ ਕੀਰਤਨ ਕਰਦਾ, ਮਤਲਬ ਗੁਰਬਾਣੀ ਦਾ ਕੀਰਤਨ ਤਾਂ ਉਹਨੂੰ ਜਾਨੀ ਜਿਹਨੂੰ ਧੁੰਦਾ ਕੀਰਤਨ ਕਹਿੰਦਾ ਉਹਨੂੰ ਨਹੀਂ ਆਉਂਦਾ। ਉਹ ਕੁਲਵਿੰਦਰ ਸਿੰਘ ਦਾ ਸਿੱਖਣ ਲੱਗਾ ਆ ਉਹ। ਠੀਕ ਹੈ, ਉਹ ਨਾਲੇ ਆਵਾਜ਼ ਵੀ ਸੂਟ ਨਹੀਂ ਕਰਦੀ, ਸੂਟ ਨਹੀਂ ਕਰਦੀ, ਪਰ ਚਲੋ ਠੀਕ ਹੈ, ਉਹਨਾਂ ਦਾ ਇੱਕ ਆਪਣਾ ਤਰੀਕਾ ਹੋਊਗਾ, ਆਪਣਾ ਇੱਕ ਸ਼ੌਂਕ ਹੋਊਗਾ, ਪਗਾਉਂਦੇ ਆ। ਪਰ ਜਿਹੜੀ ਗੱਲ ਕਿਸੇ ਨੂੰ ਕਹਿਣੀ ਵੀ ਨਾ ਤੁਸੀਂ ਗਾਣਿਆਂ ਤੇ ਧਾਰਨਾ, ਪਹਿਲਾਂ ਆਪਣੀ ਪੀੜ੍ਹੀ ਵਿੱਚ ਵੀ ਸੋਟਾ ਮਾਰੋ ਨਾ। ਨਹੀਂ, ਉਹ ਜਿਹੜੀ ਕਮੀਣਗੀ ਕਰਨੀ ਆ ਤੁਸੀਂ, ਉਹ ਚਾਹੇ ਹੁਣ ਤੁਸੀਂ, ਮੈਂ ਜਿਹੜੀ ਗੱਲ ਕਰਦਾ ਸੀ ਵੀ ਤੁਸੀਂ ਆਪਣੀ ਵਾਈਫ ਦੇ ਸਾਹਮਣੇ ਉਹਦੀ ਸਹੇਲੀ ਨੂੰ ਛੇੜਦੇ, ਮਜ਼ਾਕ ਕਰਦੇ ਆ, ਕੋਈ ਫਲਰਟ ਕਰਦੇ ਆ, ਹਨਾ, ਉਹ ਚਾਹੇ ਤੁਸੀਂ ਵਾਰਤਕ ਵਿੱਚ ਕਰਦੇ ਹੋ, ਚਾਹੇ ਗੁਲਾਮ ਅਲੀ ਦੀ ਗਜ਼ਲ ਸੁਣਾ ਕੇ ਕਰਦੇ ਹੋ, ਬਿਲਕੁਲ, ਚਾਹੇ ਨੁਸਰਤ ਫਤਿਹ ਅਲੀ ਖਾਨ ਦੀ ਸੁਣਾ ਦਿਓ, ਚਾਹੇ ਫਿਲਮ ਦਾ ਗਾਣਾ ਸੁਣਾ ਦਿਓ, ਜਾਣੀ ਬਿਲਕੁਲ ਕੋਈ ਫਰਕ ਪਊਗਾ ਉਹਦੇ ਨਾਲ। ਜਿਹੜੀ ਕਮੀਣਗੀ ਆ, ਹਾਂਜੀ, ਕਮੀਣਗੀ ਤਾਂ ਕਮੀਣਗੀ ਆ ਨਾ। ਬਿਲਕੁਲ ਭਾਈ, ਬਿਲਕੁਲ ਜੀ। ਕੋਈ ਗੱਲ ਨਹੀਂ ਵੀਰ ਜੀ, ਕਰੋ ਤੁਸੀਂ ਕੰਟੀਨਿਊ, ਮੈਂ ਸੁਣਦਾ ਜੀ। ਸਾਡੇ ਨਾਲ ਇੱਕ ਸਰੋਤੇ ਹੋ ਰਿਹਾ ਜੀ, ਉਹਨਾਂ ਨੂੰ ਕਾਫੀ ਚਿਰ ਹੋ ਗਿਆ ਹੋਲਡ ਤੇ ਦੇਖ ਲੈਣੇ ਜੇ ਹੋਏ ਤਾਂ। ਹੈਲੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਹੋ ਜੀ, ਰੇਡੀਓ ਪ੍ਰੋਗਰਾਮ ਚੱਲਦਾ। ਹਾਂਜੀ, ਨਾਭੇ ਤੋਂ ਬੋਲਦਾ ਜੀ, ਸੁਖਦੇਵ ਸਿੰਘ। ਹਾਂਜੀ, ਇਹ ਜਦੋਂ ਸੱਤਾ ਬਲਵੰਤ ਨੇ ਨਾ, ਉਹਨਾਂ ਦੇ ਬੇਟੀ ਦੀ ਸ਼ਾਦੀ ਸੀ ਜੀ। ਹਾਂਜੀ, ਉਹਨਾਂ ਨੇ ਭੇਟਾ ਮੰਗੀ ਸੀ ਗੁਰੂ ਸਾਹਿਬ ਤੋਂ। ਹਾਂਜੀ, ਸਾਖੀ ਆ, ਸਾਖੀ ਦਾ ਚੜਾਵਾ ਦਿਓ। ਹਾਂਜੀ, ਸਾਖੀ ਆ। ਚਲੋ, ਉੱਥੇ ਗੁਰੂ ਸਾਹਿਬ ਇਹਨਾਂ ਨੇ ਕਿਹਾ ਨਹੀਂ ਵੀ ਇਹ ਨਹੀਂ ਹੋ ਸਕਦਾ। ਚਲੋ, ਜਿਵੇਂ ਮਰਜ਼ੀ ਹੋਇਆ ਜੀ, ਉਹ ਚਲੇ ਗਏ। ਸਿੱਖਾਂ ਨੂੰ ਕਹਿੰਦੇ ਵੀ ਕੀਰਤਨ ਕਰੋ, ਕਹਿੰਦੇ ਸਾਨੂੰ ਤਾਂ ਆਉਂਦਾ ਨਹੀਂ ਜੀ, ਕਹਿੰਦੇ ਜਿਵੇਂ ਆਉਂਦਾ ਉਵੇਂ ਕਰੋ। ਉਹਨਾਂ ਚਿਰ ਕਰਦੇ ਰਹੇ ਜਦ ਤੱਕ ਸੁਥਰੇ ਨੇ ਬਖਸ਼ਾਇਆ ਨਹੀਂ ਉਹਨਾਂ ਨੂੰ। ਮਤਲਬ ਕੋਈ ਤਕੀਦ ਨਹੀਂ ਕੀਤੀ ਗੁਰੂ ਸਾਹਿਬ ਨੇ ਜੀ। ਇਹ ਤਾਂ ਆਪਦੀਆਂ ਛੱਡੀ ਜਾਂਦੇ ਨੇ ਜੀ, ਕਲੀਅਰ ਕਰਦੇ ਨੀ ਗੱਲ। ਹਾਂ, ਬਸ ਮੈਂ ਤਾਂ ਇੰਨੀ ਕੇ ਗੱਲ ਕਹਿਣੀ ਦੀ। ਹੁਣ ਵਿਰੋਧ ਕਰਨਾ ਜੀ ਇਹਨਾਂ ਨੇ ਕਿਸੇ ਰਾਹੀਂ ਕਰੀ ਜਾਂਦੇ ਨੇ। ਬਦਲ ਜਾਣਾ ਬਿਆਨ ਇਹਨਾਂ ਦਾ। ਆ ਜਿਹੜਾ ਧੁੰਦਾ ਜੀ ਦਾ ਕਹਿਣਾ ਹੈ ਨਾ, ਪਹਿਲੀ ਗੱਲ ਤਾਂ ਪਿੰਡ ਢਪਾਲੀ ਦਾ, ਹਾਂਜੀ, ਹਰਜੀਤ ਸਿੰਘ ਢਪਾਲੀ ਦਾ ਪਿੰਡ ਆ। ਫਿਰ ਪੰਥਪ੍ਰੀਤ ਵੀ ਤਾਂ ਢੋਲਕੀਆਂ ਛੈਣੇ ਨਾਲ ਗੀਤੇ ਹੀ ਗਾਉਂਦਾ ਸੀ ਨਾ। ਹੁਣ ਗੱਲ ਕੰਪਲੀਟ ਤਾਂ ਹੋਣੀ ਸੀ ਧੁੰਦੇ ਦੀ ਜੇ ਇਹ ਮੈਂਸ਼ਨ ਕਰਦਾ ਨਾਲ, ਵੀ ਜਿਸ ਤਰੀਕੇ ਨਾਲ ਪੰਥਪ੍ਰੀਤ ਸਿੰਘ ਨੂੰ ਪ੍ਰਚਾਰ ਕਰਦੇ ਆ, ਠੀਕ ਹੈ, ਏਦਾਂ ਕਰੇ ਕੋਈ ਫੇ ਗੱਲ ਹੈ, ਕੋਈ ਪ੍ਰੋਬਲਮ ਨਹੀਂ, ਠੀਕ ਹੈ, ਠੀਕ ਹੈ। ਹੁਣ ਨਹੀਂ ਤਾਂ ਉਹ ਮੈਂ ਗਰੰਟੀ ਦਿੰਦਾ, ਮੈਂ ਕਹਿੰਦਾ ਸਰੋਤਿਆਂ ਨੂੰ ਬੇਨਤੀ ਆ ਵੀ ਤੁਸੀਂ ਪੁੱਛ ਕੇ ਦੇਖ ਲਿਓ। ਜੇ ਪੰਥਪ੍ਰੀਤ ਦੇ ਬੰਦੇ ਪੁੱਛਣਗੇ, ਹਨਾ, ਇਹਨਾਂ ਕਹਿਣਾ ਨਹੀਂ ਤੁਸੀਂ ਸਮਝੇ ਨਹੀਂ ਇਹਨਾਂ ਬਾਰੇ, ਇਹ ਤਾਂ ਗੱਲ ਠੀਕ ਕਰਦੇ ਆ ਜੀ, ਇਹਦੇ ਬਾਰੇ ਥੋੜਾ ਇਤਰਾਜ਼ ਆ ਸਾਨੂੰ ਕੋਈ, ਹਨਾ, ਤੁਸੀਂ ਬਾਬੇ ਦੇਖੋ ਏਦਾਂ। ਹੁਣ ਹਾਂ ਜੀ, ਧੁੰਦਾ ਵੀ ਤਾਂ ਕਥਾ ਹੀ ਸੁਣਾਉਂਦਾ ਜੀ, ਕਥਾ ਉਹਦੇ ਵਾਲੀ ਸੁਣਾ ਦੇਵੇ ਆਪਣੇ। ਨਾ ਫਿਰ ਤੁਸੀਂ ਤੁਰਕੀ ਬਾਣੀ, ਇਹ ਕਥਾ ਗੁਰੂ ਸਾਹਿਬ ਤੋਂ ਆਈ ਆ ਜਿਹੜੀ ਇਹ ਕਰਦੇ ਆ।
ਇਹ ਗੁਰੂ ਸਾਹਿਬ ਨੇ ਲਿਖ ਕੇ ਦਿੱਤੀ ਆ, ਅਰਥ ਗੁਰੂ ਸਾਹਿਬ ਨੇ ਕੀਤੇ ਪਏ ਅਰਥ ਹੋਣੇ? ਨਹੀਂ ਜੀ ਨਹੀਂ। ਹਾਂਜੀ, ਰਾਗ ਬਰਾੜੀ ਗਾਉਣਾ ਜਾਂ ਕੋਈ ਵੀ ਰਾਗ ਗਾਉਣੇ ਆ, ਉਹ ਹਿਸਾਬ ਨਾਲ ਤਾਂ ਰਾਗੀ ਵੀ ਨਹੀਂ ਗਾਉਂਦੇ ਜੀ। ਹੁਣ ਜਿੱਦਾਂ ਕਹਿੰਦਾ ਅਸੀਂ ਧਾਰਨਾ ਪੜ੍ਹੀ ਆ, ਹਾਂ ਦੇਖੋ ਜਿੱਦਾਂ ਹੁਣ ਮੈਂ ਪੜ੍ਹੀ ਆ, ਅੱਗੇ ਜਾ ਕੇ ਇਦਾਂ ਵੀ ਕਹਿੰਦਾ ਨਾ, ਠੀਕ ਹੈ, ਕਹਿੰਦਾ ਜਿੱਦਾਂ ਮੈਂ ਪੜ੍ਹੀ ਧਾਰਨਾ, ਹਾਂਜੀ ਹਨਾ, ਏਦਾਂ ਗੁਰਬਾਣੀ ਦੀ ਪੜ੍ਹੀ ਏਦਾਂ ਪੜ੍ਹੀ ਜਾ ਸਕਦੀ ਹੈ। ਤੇ ਜਿੱਦਾਂ ਤੁਹਾਡੇ ਲੱਗਦੇ ਨੇ ਏਦਾਂ ਪੜ੍ਹ ਦਿੱਤੀ, ਫੇਰ ਕਹਿ ਤਾਂ ਦਿੱਤਾ ਨਹੀਂ, ਜਿਹਨੂੰ ਹਿਣਕਣ ਵਾਲੇ ਗਧੇ ਤੇ ਕਹਿੰਦਾ ਭਰੋਸਾ ਹੈ ਨਾ, ਉਹ ਤੇ ਕਰੇ, ਕਹਿੰਦਾ ਅਸੀਂ ਨਹੀਂ, ਤੁਹਾਡੀ ਨਹੀਂ ਸੁਣਦੇ ਹਨਾ। ਜਦੋਂ ਉਹਨਾਂ ਨੂੰ ਕਹਿ ਦਿੱਤਾ ਮੋਹਰਿਓ ਪਿਆ ਜਾ, ਹੁਣ ਦੱਸ ਹਨਾ, ਜੇ ਹੁਣ ਅਗਲੇ ਨੇ ਉੱਥੇ ਨਾਂ ਲੈ ਕੇ ਕਹਿ ਦਿੱਤਾ ਵੀ ਧੁੰਦੇ ਨੂੰ ਆਹ ਇਤਰਾਜ਼ ਸੀ ਜੀ, ਲਓ ਤੇ ਆਪਾਂ ਗੁਰਬਾਣੀ ਦੀ ਗਾ ਦਿੰਨੇ, ਚੱਲ ਜਿਹਨੂੰ ਗਾਉਣਾ ਆਉਂਦਾ। ਸਾਲ ਹੋ ਗਏ ਜੀ, ਹਾਂਜੀ, ਢੱਡਰੀ ਵਾਲਿਆਂ ਨੇ ਇਹਨਾਂ ਦੀ ਲਿਹਾਜ਼ ਨੂੰ, ਉਦੋਂ ਤਾਂ ਇਹਨੂੰ ਯਾਦ ਨਹੀਂ ਆਇਆ ਕੁਛ, ਹੁਣ ਸਭ ਕੁਛ ਯਾਦ ਆਉਣ ਲੱਗ ਗਿਆ ਜੀ। ਆਹ ਤੁਸੀਂ ਇੰਨੀ ਗੱਲ ਮੈਂ ਕਹਿੰਦਾ ਏਦਾਂ ਹੋਊਗੀ ਧੁੰਦੇ ਚ ਹਿੰਮਤ ਏਦਾਂ ਬੈਠ ਕੇ ਏਦਾਂ ਕਹਿਤੀ ਹੋਊਗੀ ਜਾਣੀ, ਉਹ ਤਾਂ ਵਾਕਿਆ ਹੀ ਜੀ। ਉਹ ਮੈਨੂੰ ਤਾਂ ਲੱਗਦਾ ਹੈ ਜਿਹੜਾ ਪਿੱਟ ਬੋਲਿਆ ਨਾ, ਉਹ ਏਦਾਂ ਰੱਖਣਾ ਚਾਹੀਦਾ, ਉਹਨੂੰ ਫੈਂਸ ਦੇ ਬਾਹਰ ਛੱਡਣਾ ਚਾਹੀਦਾ ਵੀ ਬੰਦੇ ਪਛਾਣਨ, ਉਹਨੂੰ ਇਦਾਂ ਦਾ ਕੁਛ ਰੱਖਿਆ ਹੋਵੇ ਵੀ ਜਿਨ੍ਹਾਂ ਦੀ ਬਾਂਹ ਤੇ ਹਰਾ ਬਿੱਲਾ ਲੱਗਾ ਆ, ਤੂੰ ਫੜ ਲਈ ਉਹਨੂੰ ਜਾ ਕੇ, ਤੇ ਗੇਟ ਤੋਂ ਬਣਨ ਲੱਗਿਆ ਤੇ ਜਿੱਥੇ ਐਂਟਰੈਂਸ ਹੁੰਦੀ ਆ ਉੱਥੇ ਉਹ ਦੇਖ ਲੈਣ ਵੀ ਬੰਦਾ ਇਹ ਬਦਮਾਨ ਬੰਦਾ ਆ, ਇਹਦੇ ਹਰਾ ਬੈਜ ਲਾ ਦੇਣਾ ਅਸੀਂ ਜਾਣੀ, ਤੇ ਲਾ ਕੇ ਤਾਂ ਉਹਨੂੰ ਭੇਜ ਦੇਣ ਵੀ ਜਾ ਉੱਥੇ ਮਿਲ ਲਾ ਜਾ ਕੇ। ਨਾਲੇ ਮਲਵਈ ਤਾਂ ਸਮਝਦੇ ਹੀ ਇਹੀ ਭਾਸ਼ਾ ਨੇ ਜੋ ਭਾਈ ਸਾਹਿਬ ਕਰਦੇ ਨੇ। ਨਹੀਂ ਕਿੱਥੇ ਗੱਲ ਜਾਣ ਨਹੀਂ, ਚਲੋ ਠੀਕ ਆ ਵੀਰੇ, ਕਰ ਲਈਏ ਸਾਰੇ ਕਮੀਣਾ ਕਹਿੰਦੇ ਨੇ ਜੀ। ਚਲੋ ਥੈਂਕ ਯੂ ਜੀ। ਨਹੀਂ ਜੀ, ਉਹ ਤਾਂ ਬੜੀ ਨਿਰਾਸ਼ਾ ਜਿਹੀ ਹੁੰਦੀ ਆ ਜਾਣੀ, ਐਡੇ ਵਿਦਵਾਨ ਹੋ ਕੇ, ਸਕਾਲਰ ਹੋ ਕੇ, ਐਡੇ ਕੈਲੀਵਰ ਆ ਤੁਹਾਡੇ ਕੋਲ ਹਨਾ। ਚਲੋ ਇੱਕ ਸੌਰੀ ਜੀ ਬੇਨਤੀ ਆ ਸਰੋਤਿਆਂ ਨੂੰ ਵੀ ਅਸੀਂ ਅੱਜ ਜਿਹੜੀ ਢਿੱਲੋਂ ਹੋਣਾ ਦੀ ਗੱਲਬਾਤ ਆ ਉਹ ਨਹੀਂ ਕਰਨੀ, ਇਹਨੂੰ ਵਿਚਾਰ ਲਈਏ ਥੋੜਾ ਜਿਹਾ ਹੋਰ, ਤੇ ਬਾਅਦ ਚ ਫਿਰ ਦੇਖਦੇ ਹਾਂ ਕਿੱਦਾਂ ਹੁੰਦੀ। ਹਾਂਜੀ, ਮੈਂ ਪਿਛਲੇ ਦਿਨੀ ਦੀਵਾਨੇ ਚ ਇੱਕ ਬੇਨਤੀ ਕੀਤੀ ਸੀ, ਧਾਰਨਾ ਦਾ, ਜਿਹੜੀ ਧਾਰਨਾ ਪੜ੍ਹੀ ਜਾਂਦੀ ਹੈ ਨਾ, ਕੁਝ ਧਾਰਨਾ ਨੇ ਜਿਹੜੀਆਂ ਬਾਣੀ ਦੇ ਲਾਗੇ ਨੇ, ਬਾਣੀ ਦੀ ਵਿਆਖਿਆ, ਕਈ ਧਾਰਨਾ ਐਸੀਆਂ ਨੇ, ਮਤਲਬ ਤੁਸੀਂ ਸ਼ਬਦ ਦੀ ਧਾਰਨਾ ਬਣਾ ਕੇ ਲਾਗੇ ਪੜੋਗੇ, ਉਹ ਧਾਰਨਾ ਬਾਣੀ ਦੇ ਲਾਗੇ ਹੈ, ਪਰ ਕਈ ਧਾਰਨਾ ਗੁਰਬਾਣੀ ਤੋਂ ਉਲਟ ਵੀ ਹੈਗੀਆਂ, ਕਿਉਂਕਿ ਧਾਰਨਾ ਦਾ ਕੋਈ ਹੱਦ ਬੰਨਾ ਥੋੜਾ ਹੈਗਾ, ਕੋਈ ਨੇਮ ਥੋੜਾ ਹੈਗਾ, ਆਪਣੇ ਕੋਲੋਂ ਵੀ ਬਣਾ ਕੇ ਪੜ੍ਹੀ ਜਾ ਸਕਦੀ ਹੈ ਧਾਰਨਾ ਧੁੰਦਾ। ਪਰ ਜਿਹੜੀ ਅੱਛਾ ਬਈ ਬੇਨਤੀ ਆ, ਪੁੱਛਿਓ ਧੁੰਦੇ ਨੂੰ ਕੋਈ ਜਣਾ ਜੇ ਸਰੋਤਾ ਕਰ ਸਕਿਆ ਵੀ ਜਿੱਦਣ ਦੀ ਆ ਕਥਾ ਆ ਉਦੋਂ ਥੱਕਿਆ ਹੋਣਾ ਬਹੁਤ ਜ਼ਿਆਦਾ, ਜਦੋਂ ਨਾ ਬੋਲ ਰਿਹਾ ਜਿੱਦਾਂ ਸ਼ਰਾਬੀ ਨਹੀਂ ਹੁੰਦਾ, ਏਦਾਂ ਧਿਆਨ ਨਾਲ ਸੁਣੋ ਜਾਣੀ, ਏਦਾਂ ਬੋਲ ਰਿਹਾ, ਥੱਕਿਆ ਹੋਣਾ ਇਹ, ਕਿ ਜਾਂ ਤਾਂ ਕਥਾ ਦੋ ਤਿੰਨ ਹੋਈਆਂ ਹੋਣੀਆਂ ਜਾਂ ਸਫ਼ਰ ਜ਼ਿਆਦਾ ਹੋਇਆ ਹੋਣਾ, ਠੀਕ ਹੈ। ਜਦੋਂ ਥੱਕਿਆ ਹੁੰਦਾ ਫਿਰ ਏਦਾਂ ਹੁੰਦੀ ਹੈ ਇਹਦੀ, ਠੀਕ ਹੈ। ਹਾਂ, ਇੱਥੋਂ ਕਈ ਵਾਰ ਟਰੰਗੇ ਨੂੰ ਲੈ ਕੇ ਜਾਣਾ ਜਾਣੀ, ਉਦੋਂ ਤਾਂ ਬੋਲ ਨਹੀਂ ਹੁੰਦਾ, ਫਿਰ ਮੂੰਹ ਭਰ ਕੇ ਏਦਾਂ ਲੱਗਦਾ ਜਿੱਦਾਂ ਕੁਛ ਖਾ ਕੇ ਫੀਮ ਖਾ ਕੇ ਬੋਲਣ ਲੱਗਾ ਆ, ਪੂਰਾ ਥੱਕਾ ਹੋਊਗਾ ਜਾਨੀ ਪੱਕਾ। ਪਹਿਲਾਂ ਗੁਰਬਾਣੀ ਦੀ ਧਾਰਨਾ ਪੜੀ, ਨਾ ਸ਼ਬਦ ਵੱਧ ਲਾਇਆ ਤੇ ਨਾ ਸ਼ਬਦ ਘੱਟ ਲਾਇਆ, ਘੱਟ ਕੀਤਾ, ਏਦਾਂ ਪੜੀ ਜਾ ਸਕਦੀ ਬਾਣੀ। ਹੁਣੇ ਪੜੀ ਆਪਾਂ ਬਾਣੀ ਨਹੀਂ, ਮਤਲਬ ਇੱਕ ਨਹੀਂ, ਮੈਂ ਜਾਨੀ ਗੱਲ ਸਮਝਣੀ ਚਾਹੁੰਦਾ ਵੀ ਧਾਰਨਾ ਜਿਹੜੀ ਆ, ਹਾਂਜੀ, ਉਹਨੂੰ ਤਾਂ ਕਹਿੰਦੇ ਵੀ ਇਹ ਜਾਨੀ ਏਦਾਂ ਨਾ ਵੱਧ ਨਾ ਘੱਟ, ਜਿਹੜਾ ਬਾਕੀ ਬੋਲਦੇ ਆ, ਹਾਂਜੀ, ਉਹਦੇ ਬਾਰੇ ਉਹ ਜਿੰਨਾ ਮਰਜ਼ੀ ਲਾਈ ਜਾਂਦੇ ਤੁਸੀਂ। ਹੁਣ ਜੇ ਉਹ ਵਾਰਤਕ ਚ ਬੋਲਿਆ ਜਾ ਸਕਦਾ, ਜਿਹੜਾ ਕਥਾ ਹੋਈ ਘੰਟੇ ਦੀ, ਉੱਥੇ ਕਥਾ ਹੋ ਗਈ, ਤੇ ਜਿਹੜੀਆਂ ਉਹ ਗੱਲਾਂ ਉਹਦੇ ਚ ਦੋ ਤਿੰਨ ਗੱਲਾਂ ਜੇ ਗਾ ਕੇ ਕਹਿਤੀਆਂ, ਹਾਂਜੀ, ਜੇ ਇੱਕ ਬੰਦਾ ਕਹਿੰਦਾ ਪਈ ਦੇਖੋ ਜੀ ਪਈ ਜੇ ਗੁਰੂ ਦਾ ਗਿਆਨ ਆ ਨਾ ਜਿਹੜਾ ਲੈਣਾ, ਹਾਂਜੀ, ਨਾ ਜਿਹੜਾ ਰੱਬ ਦੇ ਬਾਰੇ ਜਾਣਨਾ ਆ ਨਾ, ਉਹ ਜੇ ਸਿਰ ਦੇ ਕੇ ਵੀ ਮਿਲੇ ਨਾ, ਉਹ ਨਾ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਵੀ ਆਉਂਦਾ ਨਾ, ਭਈ ਜਿਹੜਾ ਸਿਰ ਦੇ ਰਾਮ ਲਿਆ ਹੈ ਮੋਲ, ਕੁਛ ਏਦਾਂ ਦੀ ਭਗਤੀ, ਮਨ ਦੇ ਰਾਮ ਲਿਆ ਹੈ ਮੋਲ, ਹਨਾ, ਠੀਕ ਹੈ। ਵੀ ਜੇ ਉਹ ਮਿਲ ਜਾਏ ਤੇ ਉਹ ਹੁਣ ਵਾਰਤਕ ਵਿੱਚ ਬੰਦਾ ਕਹਿ ਰਿਹਾ ਆ, ਠੀਕ ਹੈ, ਵੀ ਫਿਰ ਵੀ ਕੋਈ ਮਾੜਾ ਨਹੀਂ ਹੈਗਾ, ਕੋਸ਼ਿਸ਼ ਕਰਨੀ ਚਾਹੀਦੀ, ਗਿਆਨ ਜੀ ਮਿਲਦਾ ਤਾਂ ਲੈ ਲੈਣਾ ਚਾਹੀਦਾ। ਤੇ ਇੱਕ ਗਾ ਕੇ ਕਹਿਤਾ, ਵੀ ਸਿਰ ਦਿੱਤੀਆਂ ਪਿਆਰਾ ਮਿਲ ਜਾਏ, ਸੌਦਾ ਤਾਂ ਵੀ ਸਸਤਾ ਹੈ। ਉਹਦੇ ਚ ਫਰਕ ਕੀ ਰਹਿ ਗਿਆ, ਕਿੱਥੇ ਲੱਗਾ ਪਛਾਣੀ? ਹੁਣ ਉਹ ਆਪਣੀ ਕਥਾ ਘੰਟੇ ਦੀ ਕਰਕੇ ਇੱਕ ਪੰਕਤੀ ਜਿਹੜੀ ਧਾਰਨਾ ਪੜਨੀ ਉਹ ਏਦਾਂ ਪੜੋ, ਹਨਾ। ਹੁਣ ਜੇ ਉਹ ਗੱਲ ਜਿਹੜੀ ਆ, ਜੇ ਢੱਡਰੀਆਂ ਵਾਲੇ ਏਦਾਂ ਕਰ ਲੈਣ ਵੀ ਜਿਹੜੀ ਗੱਲ ਏਦਾਂ ਕਹਿਣੀ ਆ, ਹਨਾ, ਉਹ ਗਾ ਕੇ, ਹਨਾ, ਹੁਣ ਉਹ ਗਾਉਣ ਏਦਾਂ ਧਾਰਨਾ ਗਾਉਣ, ਉਹ ਏਦਾਂ ਕੋ ਗਾਵੇ ਰਾਗੀ ਨਾਦੀ ਪੇਦੀ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ ਪੇ ਸੰਗ ਜੀ ਸਾਰੇ ਗਾਓ ਜਿਨਾ ਅੰਤਰ ਕਪਟ ਵਿਕਾਰ ਹੈ, ਹਨਾ। ਏਦਾਂ ਜੇ ਫੇਰ ਇਹਨਾਂ ਨੂੰ ਠੀਕ ਲੱਗੂਗਾ, ਫਿਰ ਉਦਾਂ ਪਿੱਟਣਗੇ ਵੀ ਲੈ ਜੀ ਹੁਣ ਲਾ ਕੇ ਗੱਲਾਂ ਕਰਦੇ
ਗੁਰੂ ਗੁਰੂ ਹੈ ਬਾਣੀ, ਇਹ ਧਾਰਨਾ ਏਦਾਂ ਪੜੋ, ਕੌਣ ਨਾ ਕਰਦਾ। ਸੰਗ ਤੁਸੀਂ ਨਾ ਮੈਂ ਢੋਲਕੀ ਵਜਾਈ ਤੇ ਨਾ ਮੈਂ ਚਿਮਟਾ ਵਜਾਇਆ, ਤੁਸੀਂ ਵੀ ਨਾਲ ਪੜ ਲਈਏ ਨਾ ਸਾਧ ਸੰਗਤ ਜੀ। ਲਓ ਜੀ ਦੱਸ ਦਿਓ, ਪੰਥਪ੍ਰੀਤ ਦੇ ਮੁੰਡੇ ਨੂੰ ਦੱਸ ਦਿਓ, ਕਹਿੰਦਾ ਏਦਾਂ ਪੜਿਆ ਕਰੇ। ਤੇ ਜਿਹੜਾ ਕਥਾਕਾਰ ਆ, ਉਹ ਜੇ ਹੁਣ ਕਥਾਕਾਰ ਨਾਲ ਇੱਕ ਢੋਲਕੀ ਵਾਲਾ ਤੇ ਇੱਕ ਚਿਮਟੇ ਵਾਲਾ ਰੱਖੇ, ਕਿੱਦਾਂ ਦਾ ਲੱਗੂਗਾ? ਹਾਸਾ ਨਹੀਂ ਆਊਗਾ ਲੋਕਾਂ ਨੂੰ। ਬਿਲਕੁਲ ਬਿਲਕੁਲ। ਜਿਹੜੀ ਸ਼ੈਲੀ ਆ ਪੰਥਪ੍ਰੀਤ ਸਿੰਘ ਦੀ ਸ਼ੈਲੀ ਆ ਜਿਹੜੀ, ਉਹ ਢੋਲਕੀ ਤੇ ਚਿਮਟੇ ਵਾਲੀ ਆ। ਹਾਂਜੀ ਹਾਂਜੀ। ਹੁਣ ਧੁੰਦਾ ਕਥਾ ਕਰਦਾ ਹੈ। ਹਾਂਜੀ। ਹੁਣ ਢਪਾਲੀ ਆ, ਢਪਾਲੀ ਥੋੜਾ ਢੋਲਕੀ ਛਾਣਾ ਰੱਖਦਾ, ਮਾਝੀ ਵੀ ਨਹੀਂ ਰੱਖਦਾ, ਉਹ ਕਥਾ ਕਰਦੇ ਆ। ਹਾਂਜੀ ਹਾਂਜੀ। ਹੁਣ ਜੇ ਕਥਾਕਾਰ ਰੱਖੂਗਾ ਤਾਂ ਕਿੰਨਾ ਭੈੜਾ ਲੱਗੂਗਾ ਉਹ। ਮੈਂ ਵਿੱਚ ਧਾਰਨਾ ਪੜਿਆ ਕਰਨੀ, ਢੋਲਕੀ ਛਾਣੀ ਨਾ ਪੜਿਆ ਕਰਨੀ। ਸਾਡੇ ਨਾਲ ਸਰੋਤੇ ਆ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਗੁਰੂ ਫਤਿਹ ਜੀ। ਹਰਨੇਕ ਭਾਜੀ ਠੀਕ ਹੋ ਜੀ? ਮੈਂ ਨਰਿੰਦਰ ਤੋਂ ਬੋਲਦਾ ਜੀ। ਹਾਂਜੀ ਹਾਂਜੀ, ਬਹੁਤ ਵਧੀਆ ਜੀ। ਦੀ ਗੱਲ ਕਰਦੇ ਸੀ ਸਰਬਜੀਤ ਹੁੰਦੇ ਦੀ, ਮੈਂ ਕਿਹਾ ਇਹ ਅਫਗਾਨਿਸਤਾਨ ਵਾਲਾ ਕੰਮ ਸਕਦੇ ਆ ਜੀ। ਹੈਲੋ, ਤੁਹਾਡੀ ਆਵਾਜ਼ ਡਿਸਟਰਬੈਂਸ ਆ ਜੀ ਥੋੜੀ ਜਿਹੀ। ਆਉਂਦੀ ਹੈ ਕਲੀਅਰ ਹੁਣ ਜੀ? ਸਰੋਤਿਆਂ ਨੂੰ ਇੰਨੀ ਕਲੀਅਰ ਨਹੀਂ ਸੁਣਨੀ, ਕੋਈ ਨਹੀਂ, ਕਰ ਲਓ ਗੱਲ ਤੁਸੀਂ। ਹਾਂਜੀ, ਜਿਵੇਂ ਮੈਂ ਇਹ ਕਹਿਣਾ ਸੀ, ਮੈਂ ਕਿਹਾ ਪਹਿਲਾਂ ਬਾਪੂ ਬਾਦਲ ਟੈਸਟ ਕਰਦਾ, ਬਾਅਦ ਚ ਫਿਰ ਜਥੇਦਾਰ, ਫਿਰ ਤੀਜੀ ਤਾਂ ਆਹ ਪਨੀਰੀ। ਤੇ ਇਹ ਉਹੀ ਗੱਲ ਕਰਦੇ ਆ ਵੀ ਜਾਣੀ ਕਿ ਇਹਨਾਂ ਦਾ ਮਤਲਬ ਇਹ ਆ ਗੱਲ ਕਹਿਣ ਦਾ, ਹੁਣ ਇਸ ਟਾਈਮ ਜਿੰਨੇ ਬਾਹਲੇ ਵੱਡੇ ਵਿਦਵਾਨ ਬਣੇ ਆ, ਇਹ ਕਹਿੰਦੇ ਆ ਵੀ ਤੂੰ ਰੋਟੀ ਖਾਣਾ, ਤੇਰੀ ਦਾੜੀ ਗੱਲ ਹੀ ਹਿਲਦੀ ਆ। ਹੋਰ ਤਾਂ ਕੋਈ ਨੁਕਸ ਲੱਭਦਾ ਨਹੀਂ ਗਾ। ਜੇ ਮੈਂ ਕਹਿੰਦਾ ਭਾਜੀ ਗੱਲ ਤੁਸੀਂ ਸਾਡੇ ਤੋਂ ਸਿਆਣੇ ਆ, ਜਿੱਦਾਂ ਹੁਣ ਭਾਈ ਸਾਹਿਬ ਨੇ ਦੀਵਾਨਾਂ ਦੇ ਵਿੱਚ ਗੱਲ ਸਮਝਾਈ ਹੈ ਵੀ ਸਾਡੀ ਗੁਰਬਾਣੀ ਕੀ ਕਹਿੰਦੀ, ਗੁਰੂ ਸਾਹਿਬ ਕੀ ਸੰਦੇਸ਼ ਦਿੰਦੇ ਆ ਸਾਨੂੰ, ਵੀ ਏਦਾਂ ਕਰਨੀ ਆ ਕਿੱਦਾਂ ਕਰਨੀ ਆ, ਹਨਾ। ਇੰਨੀ ਡਿਟੇਲ ਚ ਜਾ ਕੇ ਬੰਦੇ ਦੇ ਦਿਮਾਗ ਚ ਨਹੀਂ ਗੱਲ ਪਈ, ਹਨਾ, ਤਾਂ ਪੈਣੀ ਨਹੀਂ, ਭਾਵੇਂ ਜੋ ਮਰਜ਼ੀ ਕਰ ਲਵੇ। ਨਹੀਂ ਫੇਰ ਕਮਿਊਨਿਟੀ ਨਹੀਂ ਨਾ, ਉਹੀ ਤਾਂ ਗੱਲ ਆ, ਕਮਿਊਨਿਟੀ ਨਹੀਂ ਛੱਡ ਰਹੇ ਬਸ। ਹਾਂ, ਕਮਿਊਨਿਟੀ ਇਹਨਾਂ ਦੀ ਤਾਂ ਛੁੱਟੀਆਂ ਜਿੱਦਣ ਸੰਗਤਾਂ ਨੇ ਪੈਸੇ ਦੇਣੋਂ ਹਟ ਗਏ, ਕਮਿਊਨਿਟੀ ਆਪੇ ਆਪਣੇ ਆਪ ਹੀ ਲੀਹ ਤੇ ਆ ਜਾਣਾ। ਇਹਨੀ ਕਿਸੇ ਨੇ ਰੁਪਈਆ ਰੱਖਣਾ ਨਹੀਂ, ਗੱਲ ਇਹਨਾਂ ਨੂੰ ਜਿੱਦਾਂ ਕਹਿ ਲਓ ਵੀ ਸਹੀ ਕਰਨੀ ਪੈਣੀ ਹੈ। ਜੋ ਗੁਰਬਾਣੀ ਕਹਿ ਪਤਾ ਇਹਨਾਂ ਨੂੰ ਸਾਰਾ ਕੁਛ ਆ, ਇਹਨਾਂ ਨੂੰ ਪਤਾ ਕਿੱਧਰੋਂ ਲੈਫਟ ਕਰਨਾ ਤੇ ਕਿੱਧਰੋਂ ਰਾਈਟ ਕਰਨਾ, ਇਹ ਸਾਰੇ ਤਰੀਕੇ ਜਾਣਦੇ ਆ। ਨਹੀਂ ਜੀ ਨਹੀਂ, ਧੁੰਦੇ ਦੀ ਵੀ ਆਪਣੀ ਵੀ ਜਿਹੜੀ ਗੱਲ ਆਈ ਦੀ, ਉਹ ਮਹਾਰਾਣੀ ਜਿੰਦਾ ਦੇ ਮੁੰਡੇ ਦੀ ਗੱਲ ਕਰਦਾ ਹੁੰਦਾ ਸੀ, ਇਹ ਕਵਿਤਾ ਗਾ ਕੇ ਸੁਣਾਉਂਦਾ ਹੁੰਦਾ ਸੀ ਵੀ ਤੂੰ ਪੁੱਤ ਸੈ ਸੰਤ ਸਿਪਾਹੀਆਂ ਦਾ ਪੁੱਛੇ। ਤੇ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਪੰਨੇ ਤੇ ਲਿਖੀ ਹੋਆ ਪਤੰਦਰਾ? ਉਹ ਬਿਲਕੁਲ ਬਹੁਤ ਕਵਿਤਾ ਬਾਹਰ ਘਰ ਚ ਸਭ ਬਾਹਰ ਘਰ ਚ ਕਰ ਜਾਂਦੇ ਆ ਜੀ। ਇਹ ਜੇ ਤੁਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਦੇਖੋ, ਇਹਨਾਂ ਨੂੰ ਸੁਣੋ, ਇਹਨਾਂ ਦੀਆਂ ਗੱਲਾਂ ਦੋ ਚਾਰ ਦੀਵਾਨ ਆ ਨਾ, ਚੰਗੀ ਤਰ੍ਹਾਂ ਸੁਣੋ, ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਇਹ ਯਾਰ ਆਹ ਤਾਂ ਗੱਲ ਹੋ ਨਹੀਂ ਸਕਦੀ। ਵੀ ਚਲੋ ਭਾਵੇਂ ਅਸੀਂ ਬਾਣੀ ਨਹੀਂ ਕਰਦੇ, ਪਰ ਵੇਰ ਵੀ ਕਹਿ ਦੋ, ਹਨਾ। ਇਹ ਗੱਲ ਸਾਰਾ ਰੁਪਈਆ ਭਾਜੀ, ਰੁਪਈਏ ਦੀ ਗੱਲ ਆ। ਸਾਰੀ ਸੰਗਤਾਂ ਨੂੰ ਮੈਂ ਤਾਂ ਬੇਨਤੀ ਕਰਦਾ ਵੀ ਜਦੋਂ ਕੋਈ ਕਥਾ ਕਰਵਾਉਂਦਾ, ਕੋਈ ਡਾਲਰ ਚੜਾਉਣ ਦੀ ਲੋੜ ਨਹੀਂ, ਕੁਝ ਨਹੀਂ। ਆਰਾਮ ਨਾਲ ਇਹਨਾਂ ਨੂੰ ਸਾਲ 2 ਸਾਲ ਰੜੇ ਬਿਠਾ ਲਓ ਤੇ ਇਹਨਾਂ ਨੂੰ ਆਪਣੇ ਆਪ ਅਕਲ ਆ ਜਾਣੀ ਆ ਵੀ ਗੁਰੂ ਦੀ ਗੱਲ ਕਰਾਂਗੇ ਤਾਂ ਕੁਛ ਅਗਲੇ ਨੇ ਕੁਛ ਕਰਨਾ, ਨਿਆਣੇ ਪਾਲਾਂਗੇ, ਨਹੀਂ ਤਾਂ ਨਹੀਂ। ਦੇਖੋ ਹੁਣ ਸਰਬਜੀਤ ਹੁੰਦਾ ਕਿੰਨਾ ਹੀ ਇਹਨੇ ਵਿਦਵਾਨ, ਕਿੰਨੀ ਗੁਰਬਾਣੀ ਪੜ੍ਹੀ ਆ ਭਾਈ ਸਾਹਿਬ, ਤੁਸੀਂ ਸਮਝਦੇ ਹੀ ਆ ਗੱਲ। ਇੰਨੀ ਕਿ ਜ਼ਿਆਦਾ ਇਹਨਾਂ ਦੇ ਹਨਾ ਵਿੱਚ ਬਲਕਿ ਨੋਟਾਂ ਕਰਕੇ ਜ਼ਮੀਰ ਹੀ ਵੇਚ ਗਏ ਆਪਣਾ, ਬਾਕੀ ਕਹਿ ਲਓ। ਨਹੀਂ, ਦਿਨੋਂ ਦਿਨ ਜਾਣੀ ਉਹ ਚੀਜ਼ਾਂ ਜਿਹੜੀਆਂ ਸ਼ੁਰੂ ਹੋਈਆਂ ਨਾ, ਜਿਸ ਕਰਕੇ ਇਹ ਲੱਗੇ ਆ, ਹੋ ਸਕਦਾ ਇਰਾਦੇ ਜਿਹੜੇ ਆ ਨੇਕ ਹੋਣ, ਕੋਈ ਗੱਲ ਉਹਦੇ ਵਿੱਚ ਜਿਹੜੀ ਬਦਲਾਅ ਦੀ ਗੱਲ ਆ, ਪਰ ਪੰਗਾ ਪੈਂਦਾ ਆ ਜਦੋਂ ਰੂਜੀ ਜੁੜਦੀ ਆ ਨਾਲ, ਜਦੋਂ ਮਾਇਆ ਵਿੱਚ ਆ ਕੇ ਖੜਦੀ ਆ। ਤੇ ਉਹਦੇ ਤੁਹਾਨੂੰ ਪਤਾ ਹੋਣਾ, ਸੌਰੀ ਤੁਹਾਨੂੰ ਕਰੀ ਆ। ਹਾਂ, ਨਹੀਂ ਉਹ ਜਿਹੜੀ ਹੁਣ ਜਦੋਂ ਘੋੜਾ ਆ ਨਾ, ਘੋੜਾ ਘਾਹ ਨਾਲ ਦੋਸਤੀ ਕਰੂਗਾ ਤੇ ਖਾਊਗਾ ਕੀ? ਹੁਣ ਉਹ ਜਿਹੜਾ ਘੁਮਾਰ ਸੀਗਾ ਨਾ, ਇੱਕ ਗਧੇ ਤੇ ਰੋਜ਼ ਚੜ ਕੇ ਜਾਂਦਾ ਸੀ, ਜਾਣੀ ਉਹ ਪੜਾਉਣ ਜਾਂਦਾ ਸੀ ਬੰਦਾ, ਤੇ ਉਹ ਰੋਜ਼ ਉਹ ਗਧੇ ਨੇ ਪੁੱਛ ਲਿਆ ਇੱਕ ਦਿਨ, ਕਹਿੰਦਾ ਵੀ ਤੂੰ ਕਿੱਥੇ ਨੂੰ ਜਾਣਾ? ਉਹ ਕਹਿੰਦਾ ਮੈਂ ਉੱਥੇ ਸਕੂਲ ਬੱਚਿਆਂ ਨੂੰ ਪੜਾਉਣ ਜਾਣਾ। ਉਹ ਕਹਿੰਦਾ ਪੜਾਉਣ ਮਤਲਬ ਉਹ ਕੀ ਹੁੰਦਾ? ਕਹਿੰਦਾ ਉਹਦੇ ਨਾਲ ਫਿਰ ਅਕਲ ਆ ਜਾਂਦੀ ਆ, ਏਦਾਂ ਬੰਦਾ ਸਿੱਖ ਜਾਂਦਾ, ਜ਼ਿੰਦਗੀ ਤਰੱਕੀ ਕਰ ਜਾਂਦਾ ਏਦਾਂ। ਉਹ ਕਹਿੰਦਾ ਵੀ ਮੈਨੂੰ ਵੀ ਦੱਸਿਆ ਕਰ ਕੁਛ, ਹਨਾ। ਉਹ ਕਹਿੰਦਾ ਵੀ ਚੜ ਕੇ ਕਹਿੰਦੇ ਜਾਊ। ਹੁਣ ਸੰਗਤ ਨੂੰ ਜੇ ਤੁਸੀਂ ਇਹ ਕਹੋ ਵੀ ਇਹ ਬੰਦੇ
ਸੰਗਤ ਰੂਪੀ ਗਧੇ ਨੂੰ ਅਕਲ ਦੇ ਦੇਣਗੇ ਤੇ ਜੜ ਕੇ ਕਿਤੇ ਜਾਣਗੇ। ਬਿਲਕੁਲ ਇਹ ਤਾਂ ਇਹਨਾਂ ਦਾ ਸਾਰਾ ਜ਼ੋਰ ਹਰੇਕ ਬੰਦੇ ਦਾ ਇਹ ਲੱਗਾ ਆ ਵੀ ਮੇਤੋਂ ਬਿਨਾ ਜਿਹੜੇ ਬਾਕੀ ਗੱਲ ਕਰਦੇ ਨਾ ਉਹ ਠੀਕ ਨਹੀਂ ਹੈਗੇ। ਠੀਕ ਹੈ ਵੀ ਸਾਡੀ ਗੱਲ ਸੁਣੋ ਤੁਸੀਂ। ਹਾਂਜੀ ਹੁਣ ਇਸ ਕਰਕੇ ਜਿਹੜੀ ਨਾ ਜਦੋਂ ਸਮਾਜ ਨੂੰ ਸੁਧਾਰਨ ਦੀ ਗੱਲ ਆਉਣੀ ਆ, ਜਿਹੜਾ ਵੀ ਧਰਮ ਦੀ ਗੱਲ ਕਰਨੇ ਵਾਲਾ ਬੰਦਾ, ਧਰਮ ਦੇ ਪਹਿਰਾਵੇ ਵਾਲਾ ਬੰਦਾ, ਰੱਬ ਦੀ ਗੱਲ ਕਰਨੇ ਵਾਲਾ ਬੰਦਾ, ਜੇ ਉਹਦੇ ਵਿੱਚ ਸਮਾਜ ਵਿਗਿਆਨ ਦਾ ਨੁਕਤਾ ਨਹੀਂ ਹੈਗਾ, ਸਮਾਜ ਨੇ ਤਰੱਕੀ ਕਿੱਦਾਂ ਕਰਨੀ ਆ ਉਹ ਨਹੀਂ ਹੈਗਾ, ਤੇ ਉਹਨੂੰ ਧਰਮ ਦਾ ਨਾਂ ਦੇਣਾ ਬਹੁਤ ਵੱਡੀ ਕੁਤਾਹੀ ਆ ਸਾਡੀ। ਠੀਕ ਹੈ ਜੀ, ਪਹਿਲੀ ਸ਼ਰਤ। ਦੂਜੀ, ਜਿਹੜਾ ਬੰਦਾ ਇਸ ਪਾਸੇ ਤੁਰਦਾ ਆ, ਜੇ ਉਹ ਦੇਣ ਦੇ ਇਰਾਦੇ ਨਾਲ ਨਹੀਂ ਤੁਰਿਆ, ਠੀਕ ਹੈ, ਉਹ ਪਖੰਡ ਕਰ ਰਿਹਾ ਹੈ। ਹਾਂਜੀ, ਉਹ ਰੁੱਝੀ ਆ ਉਹਦੀ, ਉਹਨੂੰ ਧਰਮ ਦਾ ਨਾਂ ਨਹੀਂ ਦੇਣਾ ਚਾਹੀਦਾ ਉਹਨੂੰ। ਠੀਕ ਹੈ ਜੀ, ਠੀਕ ਹੈ। ਜੇ ਬੰਦਾ ਜਿਹੜਾ ਕੋਈ ਬੰਦਾ, ਹੁਣ ਇਹਨਾਂ ਮੁਲਕਾਂ ਜਿਹੜੇ ਟੀਚਰ ਆ ਨਾ ਸਕੂਲਾਂ 'ਚ ਪੜਾਉਂਦੇ ਆ, ਉਹਨਾਂ ਨੂੰ ਪੈਸ਼ਨ ਆ। ਠੀਕ ਹੈ ਜੀ, ਬਹੁਤ ਵਧੀਆ ਜੌਬਾਂ ਕਰ ਸਕਦੇ ਆ ਉਹ। ਅੱਛਾ ਜੀ। ਉਹਦੇ ਬਾਵਜੂਦ ਵੀ ਉਹ ਕਹਿੰਦੇ ਬੱਚਿਆਂ ਨਾਲ ਸਾਨੂੰ ਚੰਗਾ ਲੱਗਦਾ ਏਦਾਂ। ਠੀਕ ਹੈ। ਹੁਣ ਇੰਡੀਆ ਤੋਂ ਆਇਆ ਬੰਦਾ, ਅਸੀਂ ਜਦੋਂ ਦੇਖੀ ਦੀ ਨਾ ਜੌਬ, ਸਾਡੀ ਮੈਂਟਲਿਟੀ ਜਿਹੜੀ ਆ, ਹਰ ਕੰਮ ਨੂੰ ਅਸੀਂ ਪੈਸੇ ਨਾਲ ਜੋੜ ਕੇ ਦੇਖੀਦਾ। ਬਿਲਕੁਲ, ਵਧੀਆ ਕਿਹੜਾ ਆ, ਜਿੱਥੇ ਪੈਸਾ ਜ਼ਿਆਦਾ ਆ। ਹਾਂਜੀ, ਠੀਕ ਹੈ। ਇਹ ਲੋਕ ਦੇਖਦੇ ਆ ਜਿੱਥੇ ਉਹਨਾਂ ਨੂੰ ਤਸੱਲੀ ਮਿਲਦੀ ਆ, ਜਿੱਥੇ ਰਾਹਤ ਮਿਲਦੀ ਆ। ਠੀਕ ਹੈ। ਠੀਕ ਹੈ। ਚੰਗੀਆਂ ਮਹਿੰਗੀਆਂ ਜਿਹੜੀਆਂ ਚੰਗੀ ਤਨਖਾਹ ਵਾਲੀਆਂ ਜੌਬਾਂ ਆ, ਉਹ ਛੱਡ ਕੇ ਕਈ ਬੰਦੇ ਦੂਜੇ ਪਾਸੇ ਪੈ ਜਾਂਦੇ ਆ। ਨਹੀਂ, ਕਹਿੰਦੇ ਮੈਨੂੰ ਚੰਗਾ ਲੱਗਦਾ ਏਦਾਂ, ਇੱਥੇ ਕੰਮ ਕਰਨਾ ਚੰਗਾ ਲੱਗਦਾ ਮੈਨੂੰ। ਠੀਕ ਹੈ। ਉਹਦਾ ਕੋਈ ਮੁੱਲ ਨਹੀਂ। ਜਿੱਦਣ ਧਰਮ ਦਾ ਪਹਿਰਾਵਾ ਪਾ ਕੇ ਜਿਹੜੇ ਸਾਡੇ ਪ੍ਰਚਾਰਕ ਤੁਰੇ ਹੋ ਆ, ਜਿਹੜੇ ਧਰਮ ਦੱਸਣ ਤੁਰੇ ਹੋ ਦੁਨੀਆ ਨੂੰ, ਉਹਨਾਂ ਦੇ ਅੰਦਰ ਇਹ ਜਾਗਿਆ ਨਾ ਵੀ ਮੈਂ ਆਪਣੇ ਕੋਲੋਂ ਲਾ ਕੇ ਕੁਛ ਕਰਨਾ ਆ। ਠੀਕ ਹੈ। ਉਦਣ ਸ਼ੁਰੂ ਹੋਣਾ ਕੰਮ। ਠੀਕ ਹੈ ਜੀ। ਠੀਕ ਹੈ। ਜਿਹੜਾ ਲੋਕਾਂ ਦਾ ਪੈਸਾ ਆ, ਉਹ ਲੋਕਾਂ ਦੀ ਭਲਾਈ ਵਾਸਤੇ ਹੋਣਾ ਚਾਹੀਦਾ। ਹੁਣ ਜਦੋਂ ਉਹਦਾ ਨਿੱਜ ਤੁਹਾਡਾ ਖੜ ਗਿਆ ਨਾ ਕਿ ਵਿਚਾਲੇ, ਉਦੋਂ ਹਰ ਇੱਕ ਜਿਹੜਾ ਕਦਮ ਹੋਣਾ ਤੁਹਾਡਾ, ਉਹ ਨਿੱਜ ਨੂੰ ਮੁੱਖ ਰੱਖ ਕੇ ਹੋਣਾ। ਕਿਉਂਕਿ ਮੰਤਵ ਕੀ ਆ ਤੁਹਾਡਾ? ਮੰਤਵ ਹੁਣ ਉੱਥੇ ਤਾਂ ਨਾਲੇ ਇਹ ਤਾਂ ਜਿਹੜੀ ਤ੍ਰਿਸ਼ਨਾ ਆ ਨਾ, ਜਿਹੜੀ ਇਹ ਤਮੰਨਾ ਆ, ਜਿਹੜੀ ਪਦਾਰਥਵਾਦ ਦੀ, ਜਾਣੀ ਕੱਲਾ ਪੈਸਾ ਨਹੀਂ, ਜੋ ਉਹ ਅੱਗ ਦੀ ਨਿਆਈ ਆ। ਠੀਕ ਹੈ। ਉੱਥੇ ਥਾ ਕੋਈ ਨਹੀਂ। ਠੀਕ ਹੈ ਜੀ। ਹੁਣ ਅੱਗ ਦੇ ਜਾਣੀ ਇੱਕ ਬਾਲਟੀ ਆ, ਮੰਨ ਲਓ ਬਾਲਟੀ ਦਾ ਥੱਲਾ ਹੈ ਨਹੀਂ, ਭਰ ਜਾਊਗੀ ਕਦੇ ਉਹ? ਨਾ ਜੀ। ਠੀਕ ਹੈ। ਬਸ ਇਦਾਂ ਆ, ਇੱਥੇ ਤੱਕ ਗਲਣਾ ਸ਼ੁਰੂ ਹੋ ਜਾਂਦਾ। ਠੀਕ ਹੈ। ਜੇ ਕਾਬੂ ਨਾ ਕੀਤਾ ਆਪਣੇ ਆਪ ਨੂੰ, ਜਿਹੜੀ ਤਸੱਲੀ ਆ ਨਾ, ਤਸੱਲੀ ਜਿਹੜੀ ਆ ਉਹ ਸਵੈ ਮਾਣ ਦੇ ਵਿੱਚੋਂ ਮਿਲਦੀ ਆ। ਹਾਂਜੀ, ਅਣਖ ਵਿੱਚੋਂ ਮਿਲਦੀ ਆ, ਗੈਰਤ ਵਿੱਚੋਂ ਮਿਲਦੀ ਆ। ਉਹਨਾਂ ਸਾਰੇ ਕੁਝ ਦੇ ਸੰਬੰਧ ਜਿਹੜੇ ਸੱਚਾਈ ਨਾਲ ਆ, ਅਸਲੀਅਤ ਨਾਲ ਆ। ਠੀਕ ਹੈ। ਇੱਥੇ ਤੁਹਾਨੂੰ ਸਾਰਾ ਕੁਝ ਮਨ ਮਾਰ ਕੇ ਪਤਾ ਆ ਵੀ ਸੱਚ ਨਹੀਂ ਹੈਗਾ ਇਹ। ਠੀਕ ਹੈ। ਜਿਹੜੀ ਮੈਂ ਗੱਲ ਕਹਿਣੀ ਆ, ਹੁਣ ਕਥਾਕਾਰ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ, ਨਹੀਂ ਤਾਂ ਕੋਈ ਵੀ ਕਥਾਕਾਰ ਸਾਡੇ ਨਾਲ ਵਿਚਾਰ ਕਰਕੇ ਦਿਖਾਲੇ ਆਉਂਦੇ ਤੇ ਆਹ ਗੱਲ ਮੈਂ ਸਹੁੰ ਖਾ ਕੇ ਕਹਿਣਾ, ਮੁੰਡੇ ਦੀ, ਬੱਚੇ ਦੀ, ਆਪਣੇ ਦੀ, ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਹੁੰ ਖਾ ਲੈਣਾ ਵੀ ਆਹ ਗੱਲ ਮੈਂ ਦਿਲੋਂ ਮੰਨਦਾ, ਜਿਹੜੀ ਮੈਂ ਗੱਲ ਕਹਿਣਾ ਸਟੇਜ ਤੇ। ਇੱਕ ਵੀ ਗੱਲ ਦੱਸ ਦੇਣ ਕਿਹੜੀ ਕਹਿੰਦੇ ਆ। ਠੀਕ ਹੈ। ਹਾਂ। ਠੀਕ ਹੈ। ਹੁਣ ਡਰ ਇਹਨਾਂ ਨੂੰ, ਜਿਹੜੇ ਸਾਹਿਬਜ਼ਾਦਿਆਂ ਦਾ ਮਹਾਨ ਹੋਣਾ, ਗੁਰੂ ਸਾਹਿਬ ਦਾ ਰੱਬ ਕੋਲੋਂ ਆਉਣਾ, ਏਦਾਂ ਉਹਨਾਂ ਤੇ ਰੱਬੀ ਸ਼ਕਤੀ ਹੋਣੀ, ਉਹ ਵਡਿਆਈ ਨਹੀਂ ਹੈਗੀ ਕੋਈ। ਕਿਉਂਕਿ ਉਹਦੇ ਲਈ ਤਾਂ ਹਰ ਇੱਕ ਬੰਦਾ ਕਹਿ ਰਿਹਾ ਵੀ ਉਹ ਤਾਂ ਰੱਬ ਕੋਲੋਂ ਆਈ ਸੀ, ਉਹ ਕਰ ਗਏ, ਮੈਂ ਕਿੱਦਾਂ ਕਰ ਸਕਦਾ ਹੁਣ? ਫਿਰ ਸਮਾਜ ਦਾ ਸੁਧਾਰ ਕਿੱਦਾਂ ਹੋਵੇ? ਉਦੋਂ ਤਾਂ ਹੋ ਗਿਆ। ਹੁਣ ਇਹ ਸਭ ਤੋਂ ਪਹਿਲਾ ਨੁਕਤਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਏਕ ਓਂਕਾਰ ਦਾ ਹੈ ਨਾ, ਉਹਦੇ ਪਿੱਛੇ ਜਿਹੜਾ ਉਹ ਇੱਕ ਕਹਿ ਕੇ ਨਹੀਂ, ਤੇ ਕਰਤਾ ਜਿਹੜਾ ਆ ਉਹ ਕੁਦਰਤ ਉਹਨੂੰ ਬਣਾ ਕੇ ਤੇ ਉਹਦੇ ਵਿੱਚ ਵਸਿਆ ਹੋਇਆ ਆ। ਜਿਹੜੀ ਉਹਦੀ ਕ੍ਰੀਏਸ਼ਨ ਆ, ਉਹਦੇ ਰਾਹੀਂ ਪ੍ਰਗਟ ਹੋ ਰਿਹਾ। ਉਹਦਾ ਅਰਥ ਤਾਂ ਪੂਰਾ ਹੁੰਦਾ ਜੇ ਉਹ ਸਾਰਾ ਕੁਝ ਸਾਡੇ ਰਾਹੀਂ ਹਰ ਸਮੇਂ ਦੇ ਵਿੱਚ, ਨਾਨਕ ਦੇ ਰਾਹੀਂ ਜਪਜੀ ਆ ਗਿਆ, ਅੱਜ ਸਾਡੇ ਰਾਹੀਂ ਕੀ ਆਉਣਾ ਆ? ਉਹ ਜਪਜੀ ਪੜਿਆ ਆ ਤਾਂ ਅਰਥ ਆ ਮੇਰੇ। ਉਹ ਇੱਕ ਡਾਕਟਰ ਆ, ਉਹ ਡਾਕਟਰ ਨੇ 5 ਸਾਲ ਡਾਕਟਰੀ ਕੀਤੀ ਆ। ਠੀਕ ਹੈ। ਉਹਨੂੰ ਕੀਤੀ 1970 ਦੇ ਵਿੱਚ। ਹੁਣ ਉਹ ਜੌਬ ਕਰ ਰਿਹਾ ਆ। ਠੀਕ ਹੈ। ਅੱਜ ਉਹ 1970 ਵਾਲੀਆਂ ਕਿਤਾਬਾਂ ਨਾ ਪੜ੍ਹ ਕੇ ਸੁਣਾਵੇ ਕਿਸੇ ਨੂੰ। ਹਾਂਜੀ। ਤੁਹਾਡੀ ਬੱਖੀ ਦੁਖਦੀ ਆ, ਤੁਹਾਡਾ ਗੋਡਾ ਦੁਖਦਾ, ਤੁਸੀਂ ਗਏ ਆ, ਉਹ 1970 ਦੀ ਕਿਤਾਬ ਪੜ੍ਹ ਕੇ ਸੁਣਾ ਰਿਹਾ ਤੁਹਾਨੂੰ ਤੇ ਆਹ ਦੇਖ 70 ਪੰਨੇ ਦੇ ਉੱਤੇ ਕੀ ਲਿਖਿਆ ਹੈ। ਹਾਂਜੀ ਹਾਂਜੀ। ਆਹ ਦੇਖ ਕੀ ਲਿਖਿਆ ਹੈ। ਤੁਹਾਡੀ ਬਿਮਾਰੀ ਠੀਕ ਹੋਊਗੀ? ਨਾ ਜੀ।
ਅੱਜ ਉਹਨੂੰ ਕੀ ਕਰਨਾ ਪੈਣਾ ਆ ਵੀ ਇਹ ਬਿਮਾਰੀ ਹੋ ਸਕਦਾ ਕਈ ਬਿਮਾਰੀਆਂ ਇਦਾਂ ਦੀਆਂ ਜਿਹੜੀਆਂ 1970 ਚ ਸੀਗੀਆਂ ਅੱਜ ਨਹੀਂ ਹੈਗੀਆਂ। ਕਈ ਵਾਇਰਸ ਅੱਜ ਨਵੀਆਂ ਆ ਗਈਆਂ ਜਿਹੜੀਆਂ ਉਦੋਂ ਹੈ ਨਹੀਂ ਸੀ। ਉਹਦਾ ਰਿਫਰੈਸ਼ਰ ਲੈਣਾ, ਆਪਣੇ ਆਪ ਨੂੰ ਅਪਡੇਟ ਕਰਕੇ ਅਪਗ੍ਰੇਡ ਕਰਕੇ ਰੱਖਣਾ, ਸੌਰੀ ਅਪਡੇਟ ਕਹਿ ਹੋ ਗਿਆ, ਅਪਗ੍ਰੇਡ ਕਰਨਾ ਚਾਹੀਦਾ, ਅਪਗ੍ਰੇਡ ਕਰਕੇ ਰੱਖਣਾ ਆਪਣੇ ਆਪ ਨੂੰ। ਤੇ ਅੱਜ ਦੇ ਢੁੱਕਦੇ ਸਮੇਂ ਦੇ ਵਿੱਚ ਅੱਜ ਜਿਹੜੀ ਲੋੜ ਆ ਉਹ ਦਵਾਈਆਂ, ਉਹ ਰੈਮਡੀਜ਼, ਉਹ ਪਰਹੇਜ਼ ਦੇਣੇ ਲੋਕਾਂ ਨੂੰ, ਉਹ ਡਾਕਟਰੀ ਆ, ਉਹਨੂੰ ਡਾਕਟਰੀ ਕਹਿੰਦੇ ਆ। ਠੀਕ ਆ। ਹੁਣ ਸਿੱਖੀ ਜਿਹੜੀ ਆ ਸਾਡੀ ਉਹ ਇਹ ਨਹੀਂ ਹੈਗੀ ਵੀ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਸੁਣਾਈਏ ਜਾਣੀ ਅਸੀਂ ਇਹ ਕਹੀਏ ਵੀ ਇਸ ਤਰ੍ਹਾਂ ਬੋਲਣਾ ਜਿਹੜਾ ਠੀਕ ਨਹੀਂ ਹੈਗਾ ਤਾਂ ਏਦਾਂ ਬੋਲਣਾ ਠੀਕ ਆ। ਠੀਕ ਆ। ਫਿਰ ਹੁਣ ਕੋਈ ਬੰਦਾ ਰਾਗਾਂ ਦੇ ਉੱਤੇ ਉਹ ਕਹਿੰਦਾ ਵੀ ਜਿਹੜਾ ਰਾਗਾਂ 'ਚ ਨਹੀਂ ਗਾਉਂਦਾ, ਠੀਕ ਹੈ। ਕੋਈ ਬੰਦਾ ਟਿਊਨ ਨੂੰ ਲੈ ਕੇ ਜਿਹੜਾ ਕਹਿੰਦਾ ਟਿਊਨ ਗਾਈ ਜਾਂਦਾ ਉਹ ਠੀਕ ਨਹੀਂ। ਕੋਈ ਬੰਦਾ ਸਾਜ਼ਾਂ ਨੂੰ ਲੈ ਕੇ ਕਹੀ ਜਾਂਦਾ ਵੀ ਤੰਤੀ ਸਾਜ਼ ਸੀਗੇ ਜੀ, ਆਹ ਨਹੀਂ ਸੀਗੇ। ਹੁਣ ਤਬਲਾ ਸੀਗਾ ਗੁਰੂ ਵੇਲੇ? ਨਹੀਂ ਜੀ, ਨਹੀਂ। ਠੀਕ ਆ। ਹੁਣ ਕਿਤੇ ਨਹੀਂ ਆਉਂਦਾ ਵੀ ਗੁਰੂ ਸਾਹਿਬ ਨੇ ਕਿਹਾ ਹੋਵੇ ਵੀ ਮਰਦਾਨਿਆਂ ਰਬਾਬ ਵਜਾ ਤਾਂ ਫਲਾਨਿਆਂ ਤਬਲਾ ਵਜਾ। ਠੀਕ ਹੈ। ਹੁਣ ਉਹ ਗੱਲ ਸਵਾਲ ਇਹ ਨਹੀਂ ਹੈਗਾ। ਬਾਕੀ ਜਿੱਥੇ ਜੀ ਕੀਤਾ ਸਾਡਾ, ਜਿਨ੍ਹਾਂ ਚੀਜ਼ਾਂ ਦੀ ਲੋੜ ਸੀ ਉਹ ਬਦਲ ਲਈਆਂ ਮਰਜ਼ੀ ਦੇ ਨਾਲ। ਠੀਕ ਹੈ। ਜਿਹੜੀ ਚੀਜ਼ ਦੀ ਆਪ ਨੂੰ ਲੋੜ ਨਹੀਂ ਹੈਗੀ ਜਾਂ ਜੇ ਤੋਂ ਬਿਨਾਂ ਮੇਰਾ ਸਰਦਾ ਆ ਉਹਨੂੰ ਮੈਂ ਨਿਯਮ ਬਣਾ ਕੇ ਬਾਕੀਆਂ ਦੇ ਕਹੀ ਜਾਂਦਾ ਵੀ ਆਹ ਨਹੀਂ ਹੋਣੀ ਚਾਹੀਦੀ, ਆਹ ਨਹੀਂ ਹੋਣੀ ਚਾਹੀਦੀ। ਠੀਕ ਆ। ਲੋੜ ਜਿਹੜੀ ਆ ਉਹ ਤਾਂ ਇਹ ਆ ਵੀ ਅੱਜ ਦਾ ਸਮਾਜ ਜਿਹੜਾ ਆ ਮੇਰੇ ਰਾਹੀਂ ਉਹ ਗੁਰਬਾਣੀ ਮੇਰੀਆਂ ਗੱਲਾਂ ਰਾਹੀਂ ਮੇਰੇ ਜੀਵਨ ਰਾਹੀਂ ਉਹ ਨਾਨਕ ਕਿੱਦਾਂ ਪ੍ਰਗਟ ਹੋ ਰਿਹਾ ਆ। ਨਾਨਕ ਨਹੀਂ ਨਾਲੇ ਪ੍ਰਗਟ ਹੋਣਾ, ਸਾਡੇ ਰਾਹੀਂ ਏਕ ਓਂਕਾਰ ਪ੍ਰਗਟ ਹੋਣਾ, ਉਹ ਰੱਬ ਪ੍ਰਗਟ ਹੋਣਾ। ਉਹ ਗੱਲ ਉਹਦੋਂ ਬੜੀ ਕਮਾਲ ਦੀ ਬਹੁਤ ਵਧੀਆ ਨੁਕਤਾ ਇਹਨਾਂ ਨੇ ਵਿਚਾਰਿਆ ਭਾਈ ਸਾਹਿਬ ਨੇ ਵੀ ਅਸੀਂ ਫੋਲੋਅਰ ਬਣਨਾ ਨਾਨਕ ਦੇ, ਫੋਲੋਅਰ ਬਣਨਾ ਗੁਰੂ ਗ੍ਰੰਥ ਸਾਹਿਬ ਦੇ, ਪਰ ਸਿੱਖ ਬਣਨਾ ਆ ਰੱਬ ਦੇ, ਪਰਮਾਤਮਾ। ਸਿੱਖੀ ਰੱਬ ਦੀ ਆ। ਠੀਕ ਆ। ਉਹ ਹੁਣ ਜਿੱਦਣ ਉਹ ਸਮਝ ਆ ਗਈ ਜਾਣੀ ਅਜੇ ਗੇੜ ਚ ਆਈ ਨਹੀਂ ਸਾਡੇ, ਜਿੱਦਣ ਆ ਗਏ ਗੇੜ ਚ ਚੀਕ ਚਹਾੜਾ ਵੀ ਪੈਣਾ ਇਹ ਮੁੱਦੇ ਦੇ ਉੱਤੇ ਤੇ ਇਹ ਚੋਂ ਹੱਲ ਵੀ ਬੜੇ ਵਧੀਆ ਨਿਕਲਣੇ ਆ। ਹਾਂਜੀ ਸੁਣਿਓ। ਨੇ ਕੀ ਗਣਾਇਆ ਜੀ, ਉਹ ਗੀਤ ਸੌਖੇ ਲੱਗਦੇ ਸੀ ਸਾਰਿਆਂ ਪੜ੍ਹੀ ਜਾਣਾ। ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਵੀ ਲਾਗੇ ਇਹ ਪੜ੍ਹੀ ਜਾਓ ਤੇ ਮਹਾਰਾਜ ਦੀ ਬਾਣੀ ਪੜਾਉਣ, ਸੰਗਤਾਂ ਨੂੰ ਬਾਣੀ ਯਾਦ ਹੋਵੇ। ਕਿਉਂ ਪਿਆਰਿਓ? ਨਹੀਂ ਬਹੁਤ ਆ ਗੱਲ ਬਹੁਤ ਵਧੀਆ ਆ ਵੀ ਮਹਾਰਾਜ ਦੇ ਲਾਗੇ ਬਹਿ ਕੇ ਤੁਸੀਂ ਗੀਤ ਪੜ੍ਹੀ ਜਾਂਦੇ ਆ, ਮਹਾਰਾਜ ਦੀ ਬਾਣੀ ਸੁਣਾਓ। ਹੁਣ ਇਹਨਾਂ ਨੂੰ ਪੁੱਛੇ ਵੀ ਘੰਟਾ ਕਾਹਤੇ ਬੋਲੀ ਜਾਂਦੇ ਤੁਸੀਂ? ਮਹਾਰਾਜ ਦੇ ਲਾਗੇ ਬੈਠ ਕੇ ਤੁਸੀਂ ਟਕਸਾਲੀ ਆਹੀ ਕਹਿੰਦੇ ਆ, ਅਖੰਡ ਕੀਰਤਨੀ ਆਹੀ ਕਹਿੰਦੇ ਆ, ਕਹਿੰਦੇ ਆ ਕੇ ਆਪਣੀਆਂ ਗੱਲਾਂ ਕਰੀ ਜਾਂਦੇ ਆ। ਹੁਣ ਟਕਸਾਲੀ ਕਥਾ, ਟਕਸਾਲੀਆਂ ਦੀ ਜਿਹੜੀ ਕਥਾ ਹੈ ਨਾ ਉਹ ਇਸ ਧੁੰਦੇ ਦੀ ਇਸ ਸਟੇਟਮੈਂਟ ਦੇ ਬਰਾਬਰ ਜੇ ਦੇਖਣੀ ਹੋਵੇ ਤੇ ਸਭ ਤੋਂ ਜ਼ਿਆਦਾ ਵਧੀਆ ਟੁਕਦੀ ਆ। ਠੀਕ ਹੈ। ਜਦੋਂ ਕਥਾ ਕਰਦੇ ਆ ਵੀ ਇੱਕ ਬੰਦਾ ਬਾਣੀ ਪੜ੍ਹਦਾ ਵੀ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਨਾਲ ਬੈਠਾ ਕਥਾਕਾਰ ਉਹ ਕਹਿੰਦਾ ਗੁਰੂ ਸਾਹਿਬ ਕਹਿੰਦੇ ਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ। ਹਾਂਜੀ ਅੱਗੇ ਚੱਲੋ ਜੀ। ਹੁਣ ਇੱਕ ਬੰਦਾ ਬਾਣੀ ਪੜ੍ਹ ਰਿਹਾ, ਦੂਜਾ ਕਥਾ ਕਰ ਰਿਹਾ, ਜਿਹੜਾ ਕਥਾ ਕਰਦਾ ਉਹ ਵੀ ਬਾਣੀ ਪੜ੍ਹ ਰਿਹਾ, ਫਿਰ ਤਾਂ ਸਭ ਤੋਂ ਵਧੀਆ ਆ। ਉਹ ਤਾਂ ਗੁਰੂ ਸਾਹਿਬ ਦੇ ਨੇੜੇ ਬੈਠ ਕੇ ਬਾਣੀ ਪੜ੍ਹਦੇ ਆ। ਤੁਸੀਂ ਘੰਟਾ ਡੇਢ ਘੰਟਾ ਬੋਲ ਕੇ ਹਨਾ, ਹੁਣ ਤੁਸੀਂ ਅਗਲੇ ਨੂੰ ਉਹ ਜਾਣੀ ਜੇ ਕਿਸੇ ਨੇ 1.5 ਘੰਟੇ ਦੇ 2 ਘੰਟੇ ਦੇ 2.5 ਘੰਟੇ ਦੇ ਪ੍ਰੋਗਰਾਮ ਦੇ ਵਿੱਚ 2 ਜਾਂ 3 ਲਾਈਨਾਂ ਬੋਲ ਦਿੱਤੀਆਂ ਉਹ ਤੇ ਚੀਕ ਝਾੜਾ ਪਾ ਲਿਆ ਤੁਸੀਂ। ਹੁਣ ਜਿਹੜਾ ਢੱਡੀਆਂ ਦਾ ਪ੍ਰੋਗਰਾਮ ਤੇ ਸਮਾਗਮ ਦੇਖੋ ਸ਼ੁਰੂ ਦੇ ਵਿੱਚ ਸ਼ਬਦ ਪੜਿਆ ਜਾਂਦਾ ਹਨਾ, ਬਾਅਦ ਚ ਅੱਧੋਂ ਜ਼ਿਆਦਾ ਪੰਕਤੀਆਂ ਜਿਹੜੀਆਂ ਮੈਂ ਕਹਿੰਦਾ 90% ਪੰਕਤੀਆਂ ਗੁਰਬਾਣੀ ਦੀਆਂ ਪੜ੍ਹ ਕੇ ਜੇ ਅੰਗਰੇਜ਼ ਸਿੰਘ ਜਿਹੜੀਆਂ ਬੋਲਦੇ ਆ ਗੁਰਬਾਣੀ ਦੀਆਂ ਹੁੰਦੀਆਂ ਸਾਰੀਆਂ। ਠੀਕ ਆ। ਤੇ ਹੁਣ ਉਹ ਜਿਹੜੀਆਂ 1-2 ਨੁਕਤੇ ਜਿਹੜੇ ਹੈਗੇ ਆ ਉਹਦੇ ਉੱਤੇ ਜਾਨੀ ਮੈਂ ਨਹੀਂ ਕਹਿੰਦਾ ਵੀ ਜਿਹਨੂੰ ਵੀ ਕਹਿ ਰਿਹਾ ਆ ਪੰਥਪ੍ਰੀਤ ਨੂੰ ਕਹਿ ਰਿਹਾ ਕਿਸੇ ਨੂੰ ਕਹਿ ਰਿਹਾ, ਪਰ ਜੇ ਇਹ ਉਹਨਾਂ ਸਾਧਾਂ ਨੂੰ ਕਹਿ ਰਿਹਾ ਆ ਤੇ ਇਹਨੂੰ ਕਲੀਅਰ ਕਰਨਾ ਚਾਹੀਦਾ ਸੀ ਵੀ ਜਿਸ ਤਰੀਕੇ ਨਾਲ ਪੰਥਪ੍ਰੀਤ ਸਿੰਘ ਭਾਈ ਰਣਜੀਤ ਸਿੰਘ ਕਰਦੇ ਆ। ਠੀਕ ਹੈ। ਉਹ ਜਿਹੜਾ ਉਹ ਤਰੀਕਾ ਠੀਕ ਆ, ਬਿਲਕੁਲ ਕਲੀਅਰ ਕਰਨਾ ਚਾਹੀਦਾ ਸੀ। ਹੁਣ ਨਾ ਕਿਸੇ ਦਾ ਨਹੀਂ ਲਿਆ, ਜੇ ਤੇ ਮਰਜ਼ੀ ਲਾ ਲਓ ਤੁਸੀਂ। ਬਾਣੀ ਪੜਾਓ ਤਾਂ ਕਿ 2 ਤੁਕਾਂ ਸਾਡੇ ਘਰ ਤੱਕ ਪਹੁੰਚਣ। ਬਾਹਰ ਲਿਖਿਆ ਗੁਰੂ ਮਾਨਿਓ ਗ੍ਰੰਥ ਵੱਡੇ ਵੱਡੇ ਬੋਰਡ। ਵਾਹ। ਪੰਕਤੀਆਂ ਪੜ੍ਹ ਕੇ ਸੁਣਾਓ ਤਾਂ ਕਿ 2 ਤੁਕਾਂ ਸਾਡੇ ਘਰ ਤੱਕ ਪਹੁੰਚਣ। ਹਾਂਜੀ। ਸਰੋਤਿਆਂ ਨੂੰ ਬੇਨਤੀ ਆ ਵੀ ਇਸ ਗੱਲ ਨੂੰ ਵਿਚਾਰਿਓ, ਫਿਰ ਕੀ ਹੋਊਗਾ ਸੋ ਵਟ। ਹਾਂਜੀ। ਮਤਲਬ 2 ਤੁਕਾਂ ਪਹੁੰਚ, ਮੈਂ ਕਹਿੰਦਾ 5 ਸ਼ਬਦ ਪੜ੍ਹ ਦਿੱਤੇ। ਠੀਕ ਆ। ਸੋ ਵਟ, ਫਿਰ ਕੀ ਹੋਊਗਾ? ਜਿਹਨਾਂ ਨੂੰ ਕੰਠਿਆ
श्रीनगर वाले जिन्ने कंठ किहनूं होने आ शब्द, अखंड कीर्तियां जिन्ने कंठ किहनूं होने, बिल्कुल बिल्कुल, फिर की हो गया? कुछ भी नहीं। जानी तुका घर पहुंच जाण, सानू कंठ हो जाण, ਉਹਦੇ ਨਾਲ ਕੁਝ ਫਰਕ ਪੈ ਜਾਂਦਾ? ਨਹੀਂ ਜੀ, ਫਰਕ ਤਾਂ ਸਾਡੇ ਜੀਵਨ ਨਾਲ ਪੈਣਾ ਹੈ। ਹਾਂਜੀ ਹਾਂਜੀ। ਹੁਣ ਜਿਹੜਾ ਬੰਦਾ ਕਰ ਕਮੀਣਗੀ ਰਿਹਾ ਆ, ਉਹ ਜਿੰਨੀ ਮਰਜ਼ੀ ਬਾਣੀ ਕੰਠ ਕਰ ਲਵੇ, ਇਹ ਗੱਲ ਇਹਨਾਂ ਨੂੰ ਪਤਾ ਹੈ ਚੰਗੀ ਤਰ੍ਹਾਂ। ਪਰ ਫਿਰ ਵੀ ਹੁਣ ਜਿਹੜਾ ਮਕਸਦ ਹੈ ਨਾ ਇਸ ਵੇਲੇ, ਇਸੇ ਕਰਕੇ ਕਹੀਦਾ ਵੀ ਸਾਡੇ ਬੰਦੇ ਵਿਦਵਾਨ ਤਾਂ ਬਣ ਗਏ ਆ, ਪਰ ਸਮੁੱਚਤਾ ਦੀ ਘਾਟ, ਘਟਨਾਵਾਂ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਨਾ ਇਹਨਾਂ ਕੋ ਉਹ ਹੈ ਨਹੀਂ ਕਿ ਸਾਰੀ ਘਟਨਾ ਨੂੰ ਕਿੱਦਾਂ ਦੇਖਣਾ ਹੈ। ਕਾਸ਼ ਕਿਤੇ ਹੁੰਦਾ ਤੇ ਆਪਣੀਆਂ ਸਟੇਟਮੈਂਟਾਂ ਦੇਣ ਲੱਗੇ, ਇਹ ਧਿਆਨ ਨਾਲ ਵਿਚਾਰਦੇ ਜਾਂਦੇ ਵੀ ਇਹ ਗੱਲ ਮੇਰੇ ਵਿਰੁੱਧ ਕਿੱਥੇ ਚੱਲ ਜਾਣੀ ਆ। ਮੈਂ ਇਹ ਕਹਿ ਰਿਹਾ ਆ ਵੀ ਇੱਥੇ ਇਦਾਂ ਨਾ ਬੋਲੋ, ਗੁਰਬਾਣੀ ਬੋਲੋ, ਤੇ ਮੈਂ ਘੰਟਾ ਕਥਾ ਕਰਨੀ ਆ ਜੇ ਮੈਨੂੰ ਕਿਸੇ ਨੇ ਪੁੱਛ ਲਿਆ। ਬਿਲਕੁਲ ਠੀਕ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਪੰਨਾ ਤੇ ਲਿਖੀਆਂ ਜਿਹੜੀਆਂ ਇਹ ਗੱਲਾਂ ਕੀਤੀਆਂ ਤੁਸੀਂ, ਇਹ ਵੀ ਕਹਿਣਾ ਵੀ ਅਸੀਂ ਗੁਰਬਾਣੀ ਤੇ ਪੂਰੀਆਂ ਉਤਰਦੀਆਂ। ਹੁਣ ਜੇ ਤੁਹਾਡੀਆਂ ਗੱਲਾਂ ਗੁਰਬਾਣੀ ਤੇ ਪੂਰੀਆਂ ਉਤਰਦੀਆਂ ਪ੍ਰਵਾਨ ਹੋਣੀਆਂ ਚਾਹੀਦੀਆਂ ਆ, ਤੇ ਜੇ ਕਿਸੇ ਦੇ ਗਾਈ ਹੋਈ ਕਵਿਤਾ ਗੁਰਬਾਣੀ ਤੇ ਪੂਰੀ ਉਤਰਦੀ ਆ, ਉਹ ਕਿਉਂ ਨਹੀਂ ਪ੍ਰਵਾਨ ਹੋਣੀ ਚਾਹੀਦੀ? ਹਾਂਜੀ ਹਾਂਜੀ ਹਾਂਜੀ। ਉਹਦੇ ਵਿੱਚ ਕੀ ਫਰਕ ਪੈ ਗਿਆ? ਠੀਕ ਆ। ਹੁਣ ਜੇ ਤੁਸੀਂ ਗੁਰਬਾਣੀ ਰਾਗਾਂ ਵਿੱਚ ਆ, ਹਾਂਜੀ ਠੀਕ ਆ, ਕਿ ਗੁਰੂ ਸਾਹਿਬ ਏਦਾਂ ਇਹਨਾਂ ਵਾਂਗ ਗਲ ਚ ਹਜ਼ੂਰੀਆ ਪਾ ਕੇ ਉਸ ਵੇਲੇ ਮਿਸ਼ਰੀ ਕਾਲਜ ਖੋਲੇ ਸੀ ਗੁਰੂ ਸਾਹਿਬ ਨੇ? ਨਾ ਜੀ, ਤੁਸੀਂ ਖੋਲ ਲੈ, ਉਹ ਮਨਜ਼ੂਰ ਆ। ਗੁਰੂ ਸਾਹਿਬ ਏਦਾਂ ਇਹਨਾਂ ਵਾਂਗ ਕਥਾ ਕਰਦੇ ਜਿਹਨੂੰ ਤਾਂ ਗੁਰਬਾਣੀ ਰਾਗਾਂ ਚ ਗਾਈ ਆ। ਹਾਂਜੀ ਹਾਂਜੀ, ਠੀਕ ਹੈ ਨਾ। ਹੁਣ ਉਹ ਮਨਜ਼ੂਰ ਆ, ਆਪਣਾ ਸਾਰਾ ਕੁਝ ਮਨਜ਼ੂਰ ਆ। ਬਿਲਕੁਲ ਜੀ। ਹਾਂਜੀ, ਸਾਨੂੰ ਲੰਬਾ ਟਾਈਮ ਹੀ ਧਾਰਨਾ ਪੜਾ ਕੇ ਛੱਡੀ। ਕਈ ਤਾਂ ਬਾਬੇ ਸਟੇਜ ਤੇ ਰੋਣ ਲੱਗ ਪੈਂਦੇ ਪੜਦੇ ਇਹੋ ਜਿਹੀਆਂ ਧਾਰਨਾ, ਇਹੋ ਜਿਹੇ YouTube ਤੇ ਭਰ ਕੇ ਵੇਖਿਓ, ਉੱਥੇ ਤਾਂ ਇਦਾਂ ਪੜਦੇ ਹਾਏ ਬਾਬਾ। ਇੱਕ ਗੱਲ ਹੈਗੀ, ਉਦਾਂ ਢੱਡਰੀਆਂ ਵਾਲਿਆਂ ਨੂੰ ਵੀ ਵਿਚਾਰਨੀ ਚਾਹੀਦੀ ਆ। ਫਿਰ ਉਹ ਕਹਿੰਦੇ ਮੈਂ 4-4 ਘੰਟੇ ਬੈਠ ਕੇ ਇਦਾਂ, ਉਹਨੇ ਵੀਡੀਓ ਚ ਕਿਹਾ ਸੀ ਨਾ ਵੀ ਇਹਨਾਂ ਨਾਲ ਗੱਲਾਂ ਬਾਤਾਂ ਕਰਦਾ ਰਿਹਾ ਕਿੰਨੇ ਘੰਟੇ। ਜਿਹੜੀ ਜ਼ਹਿਰ ਆ ਇਹਨਾਂ ਦੇ ਅੰਦਰ, ਉਹ ਤਾਂ ਇੰਨੀ ਜ਼ਿਆਦੇ ਉਬਾਲੇ ਮਾਰਦੀ ਆ, ਗੱਲ ਛੱਡ ਦਿਓ, ਤਾਂ ਬਸ ਨਹੀਂ ਚੱਲ ਰਿਹਾ ਇਹਨਾਂ ਦਾ। ਸਹੀ ਗੱਲ ਹੈ ਜੀ। ਠੀਕ ਆ। ਜਿਹੜੀ ਪੰਥਪ੍ਰੀਤ ਦੇ ਅੰਦਰ ਜਿਹੜੀ ਈਰਖਾ ਆ ਜਾਣੀ, ਉਹ ਤਾਂ ਇੰਨੀ ਜ਼ਿਆਦੇ ਆ ਨਾ, ਆ ਧੁੰਦੇ ਦੀ ਤਾਂ ਪਹਿਲੀ ਵਾਰ ਪ੍ਰਗਟ ਹੋਈ ਆ। ਠੀਕ ਆ। ਜਿਹੜੀ ਆ ਵੀ ਗੱਲ ਕਹੀ ਨਾ, ਕਈ ਬਾਬੇ ਰੋ ਪੈਂਦੇ ਆ ਜਾਣੀ, ਹਾਂ ਅੰਦਰ ਬਸ ਚੱਲੇ ਨਾ ਇਹਨਾਂ ਦਾ ਜਾਣੀ, ਇਹ ਤਾਂ ਟਕਸਾਲ ਤੋਂ ਭੈੜੀ ਕਰਨਾ, ਇਹਨਾਂ ਦੇ ਤਾਂ ਹੱਥ 'ਚ ਨਹੀਂ ਹੈਗਾ ਕੁਝ। ਕਿਹਾ ਸੀ ਭਾਈ ਸਾਹਿਬ ਨੇ, ਬਹੁਤ ਭੈੜੀ ਕਰਨੀ। ਮਰ ਗਿਆ ਸਾਡਾ ਜੀ ਨਹੀਂ ਲੱਗਦਾ, ਨਹੀਂ ਲੱਗਦਾ, ਤੂੰ ਵੀ ਚਲੇ ਜਾ ਭਰਾ। ਲੈ ਲਾ ਬਾਬੇ ਤੋਂ ਬਾਅਦ ਮੇਲਾ ਨਹੀਂ ਸੁਣਨਾ ਹੋਇਆ, ਤੇਰੇ ਤੋਂ ਬਾਅਦ ਕਿਹੜਾ ਮੇਲਾ ਸੁਣਨਾ ਹੋ ਜਾਣਾ ਹਨਾ। ਹੁਣ ਮੰਨ ਲਓ ਮੈਂ ਇੱਥੇ ਸਟੇਜ ਤੇ ਬੋਲੀ ਜਾਵਾਂ, ਹਾਏ ਵੀ ਮੈਂ ਜਿਹਨੂੰ ਯਾਦ ਕਰੀ ਜਾਵਾਂ ਜੀ ਉਹ ਮਰ ਗਿਆ, ਮੇਰਾ ਜੀ ਲੱਗਦਾ, ਤੁਹਾਡੇ ਚ ਉਹ ਨਹੀਂ ਧੁੰਦਾ ਜੀ, ਇਦਾਂ ਨਹੀਂ ਹੈਗੀ ਗੱਲ। ਸੁਣੋ, ਤੁਹਾਡੇ ਵਰਗਾ ਬਖੁਟਰਾ ਬੰਦਾ ਨਹੀਂ ਕਰ ਸਕਦਾ ਇਦਾਂ। ਤੁਸੀਂ ਤਾਂ ਉਹ ਆ, ਤੁਸੀਂ ਆਪਣੀ ਮਾਂ ਦਾ ਕੱਫਣ ਵੀ ਵੇਚ ਦੇਣਾ ਜਦੋਂ ਬੱਸ ਚੱਲਿਆ। ਇਦਾਂ ਰੋਣਾ ਜਿਹੜਾ ਨਾ, ਇਦਾਂ ਕਹਿਣਾ, ਉਹ ਤਾਂ ਉਹਦੇ ਲਈ ਤਾਂ ਬਹੁਤ ਜਜ਼ਬਾਤ ਚਾਹੀਦੇ ਆ ਤੁਹਾਡੇ ਅੰਦਰ। ਉਹ ਤਾਂ ਉਹ ਬੰਦਾ ਕਹਿ ਸਕਦਾ ਜਿਹੜਾ ਕਿਸੇ ਲਈ ਕੁਝ ਕਰ ਸਕਦਾ ਹੋਵੇ। ਠੀਕ ਹੈ ਜੀ। ਠੀਕ ਆ। ਏਦਾਂ ਇਹ ਬੰਦੇ ਤਾਂ ਹਰੇਕ ਨੂੰ ਪੌੜੀ ਬਣਾ ਕੇ ਵਰਤਦੇ ਆ, ਮੋਢਿਆਂ ਤੇ ਚੜ ਕੇ ਆਪਣਾ ਕੰਮ ਕਰਦੇ ਆ ਬਸ। ਠੀਕ ਆ। ਹੁਣ ਜਿਹੜੀਆਂ ਆਪਣੀਆਂ ਗੱਲਾਂ ਆ ਜਾਣੀ, ਉੱਥੇ ਨਹੀਂ ਕਦੇ ਵੀ ਉਤਰੇ। ਹਾਂਜੀ, ਠੀਕ ਆ। ਜਿਹੜੀ ਪੈਸੇ ਦੀ ਗੱਲ ਆ ਹਨਾ, ਜਿਹੜਾ ਕੌਮ ਦਾ ਪੈਸਾ ਜਿੰਨਾ ਇਕੱਠਾ ਕੀਤਾ ਤੁਸੀਂ, ਉਹਦੇ ਨਾਲ ਕੌਮ ਦਾ ਕੀ ਸਵਰਿਆ। ਜੇ ਰੋਟੀ ਖਾਣੇ ਦੀ ਆ, ਰੋਟੀ ਤਾਂ ਜਿੰਨੀ ਹੁਣ ਮੰਨ ਲਓ 50,000 60,000 ਇੰਡੀਆ ਦੇ ਵਿੱਚ ਲੱਖ ਰੁਪਈਆ ਤਨਖਾਹ ਹੋਵੇ, ਥੋੜੀ ਕਿਹਦੀ ਹੋਗੀ ਲੱਖ ਤਨਖਾਹ? ਬੈਂਕ ਮੈਨੇਜਰ ਦੀ ਨਹੀਂ ਹੋਣੀ ਮੇਰਾ, ਥੋੜੀ ਐਨੀ। 10,000 ਨਾਲ ਲੋਕ ਗੁਜ਼ਾਰਾ ਕਰਦੇ ਆ। ਬਿਲਕੁਲ ਜੀ। ਠੀਕ ਆ। ਤੇ ਇਹ ਦੱਸਣ ਤਾਂ ਸਾਲ ਦਾ ਕਿੰਨਾ ਕਮਾਉਂਦੇ ਆ, ਦੇਣ ਦਾ ਲੇਖਾ ਜੋਖਾ ਕਿਤੇ। ਹਾਂਜੀ, ਠੀਕ ਆ। ਤੇ ਬਸ ਸਰੋਤੇ ਆ ਜੀ ਸਾਡੇ ਨਾਲ, ਸੌਰੀ ਪਹਿਲਾਂ ਉਹਨਾਂ ਦੀ ਗੱਲ ਸੁਣ ਲਈ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਫਤਿਹ। ਭਾਜੀ ਮੈਂ ਪਹਿਲਾਂ ਹੀ ਫੋਨ ਕੀਤਾ ਸੀ, ਮੈਂ ਡਰ ਗਿਆ, ਮੇਰੇ ਤੋਂ ਗੱਲ ਹੀ ਨਹੀਂ ਹੋਈ ਹੈਗੀ। ਆਨਲਾਈਨ ਪਹਿਲੀ ਵਾਰ ਕੀਤੀ ਇਹਨਾਂ ਦੀ ਗੱਲ, ਉਹ ਮੈਂ WhatsApp ਦਾ ਨੰਬਰ ਲੈ ਕੇ ਫੋਨ ਕਰਤਾ ਜੀ। ਓਕੇ। ਹਾਂਜੀ ਹਾਂਜੀ ਹਾਂਜੀ, ਮੈਂ ਗੱਲ ਕਰਨੀ ਭਾਜੀ ਇਹ ਜੀ ਵੀ ਉਹ ਬਾਬਾ ਜੀ ਤਾਂ ਚਲੋ ਜੀ ਆਪਣੇ ਗਾਣੇ ਗਾ ਕੇ ਸੁਣਾ ਦਿੰਦੇ ਹਨਾ ਜੀ, ਤੇ ਇਹ ਚੁਟਕਲੇ ਸੁਣਾ ਕੇ ਸੰਗਤ ਨੂੰ ਭੇਜ ਦਿੰਦੇ ਘਰ ਨੂੰ। ਫਰਕ ਤਾਂ ਕੋਈ ਨੀ ਗਾ। ਦੂਸਰੀ ਗੱਲ ਇਹਨਾਂ ਨੇ ਆ ਸੁਣਾਈ ਆ ਜੀ, ਆਪਣੇ ਹੁਣੇ ਕਹਿੰਦੇ ਵੀ ਆਪਣੇ ਰੋਣ ਲੱਗ ਜਾਂਦੇ ਕਥਾਕਾਰ। ਉਹ ਅਮਰੀਕ ਸਿੰਘ ਤਾਂ ਉਹਨਾਂ ਦੀ ਆਵਾਜ਼ 'ਚ ਰੋਣਾ ਜੀ, ਉਹ ਗਿਆਨੀ ਪਿੰਦਰਪਾਲ ਸਿੰਘ ਉਹਦੇ ਵੀ ਆਵਾਜ਼ 'ਚ ਰੋਣਾ, ਉਹ ਵੀ ਰੋਂਦੇ ਨੇ। ਕਥਾਕਾਰ ਕਿਹੜਾ ਨਹੀਂ ਰੋਂਦੇ ਹੈ ਜੀ, ਹਨਾ ਜੀ। ਨਹੀਂ, ਧੁੰਦੇ ਨੂੰ ਚੈਲੰਜ ਆ ਜੀ ਸਾਡਾ, ਧੁੰਦੇ ਨੂੰ ਸਾਡਾ ਚੈਲੰਜ ਆ ਵੀ ਇਹ ਗੱਲਾਂ ਇੱਕ ਵਾਰੀ ਨਾਂ ਲੈ ਕੇ ਕਹਿ ਦੇ ਸਟੇਜ ਤੋਂ, ਕਿਹਦੇ ਬਾਰੇ ਕਹਿਣਾ।
ਹਾਂਜੀ ਹਾਂਜੀ ਪਤਾ ਤਾਂ ਹੋਊਗਾ ਕਿਤੇ ਵਰਗੀ ਨਾ ਲੈ ਕੇ ਕਹੋ। ਸਭ ਤੋਂ ਬੜੀ ਗੱਲ ਤਾਂ ਹਾਂਜੀ, ਸਭ ਤੋਂ ਬੜੀ ਗੱਲ ਤਾਂ ਇਹ ਝੂਠ ਬੋਲਣਾ। ਝੂਠ ਆਪ ਖੁਦ ਕਿੰਨਾ ਝੂਠ ਹੀ ਬੋਲੀ ਜਾਂਦੇ, ਝੂਠ ਹੀ ਬੋਲੀ। ਝੂਠ ਤਾਂ ਹੀ ਆਪ ਇੱਕ ਝੂਠ ਨੂੰ ਬੋਲਣ ਲਈ ਹੋਰ 2 ਝੂਠ ਬੋਲਣੇ ਪੈਂਦੇ, ਤਾਂ ਸਿੱਧਾ ਤੁਸੀਂ 9 ਲੈ ਦੋ। ਨਹੀਂ ਬਸ ਉਹੀ ਕਮੀਣਗੀ ਨਹੀਂ ਛੱਡ ਰਹੇ ਨਾ। ਹਾਂਜੀ ਹਾਂਜੀ ਜੀ, ਬਿਲਕੁਲ ਜੀ, ਬਿਲਕੁਲ ਜੀ। ਹੁਣ ਉਹ ਬਾਬਾ ਜੀ ਦੀ ਜੇ ਕੋਈ ਗੱਲ ਸਹੀ ਆ ਤਾਂ ਹੀ ਉਹਨਾਂ ਨੂੰ 50,000 ਸੰਗਤ ਸੁਣਦੀ ਹੈ ਜੀ। ਇਹ ਲੁਧਿਆਣੇ ਦੇ ਨਹੀਂ, ਅਸੀਂ ਵੀ ਲੁਧਿਆਣੇ ਸ਼ਹਿਰ ਤੋਂ ਜੀ। ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੂੰ 20% ਲੋਕ ਨਹੀਂ ਜਾਣਦੇ ਹੋਣਗੇ। ਜੇ ਬਾਬਾ ਜੀ ਦੀ ਉਹਨਾਂ ਦੀ ਕੋਈ ਗੱਲ ਸਹੀ ਆ, ਉਹ ਕਿੱਥੋਂ ਜੀ ਆਪਣੇ ਪਰਮੇਸ਼ਵਰ ਦਵਾਰ ਇੱਥੋਂ ਪਟਿਆਲੇ ਤੋਂ ਲੁਧਿਆਣੇ ਤੋਂ ਸਾਡਾ ਹੈਗਾ ਜੀ 50 ਕਿਲੋਮੀਟਰ ਤੱਕ ਆਲੇ ਦੁਆਲੇ ਅੰਮ੍ਰਿਤਸਰ ਤੱਕ ਦੁਨੀਆ ਜਾਣਨ ਲੱਗ ਗਈ ਉਹਨਾਂ ਨੂੰ। ਠੀਕ ਹੈ ਜੀ। ਇਹਨਾਂ ਨੂੰ ਸ਼ਹਿਰ ਤੋਂ ਬਿਨਾਂ ਭਾਪੜਿਆਂ ਤੋਂ ਬਿਨਾਂ ਕੋਈ ਹੋਰ ਜਾਣਦਾ ਨਹੀਂ ਹੈਗਾ। ਚਲੋ ਗੁੱਸਾ ਨਾ ਕਰਨ, ਸਰੋਤੇ ਵਿੱਚ ਹੋਣਗੇ ਵੀ, ਸੌਰੀ ਜੀ। ਤੇ ਹਾਂਜੀ ਜੀ, ਮਤਲਬ ਪਿੰਡਾਂ 'ਚ ਤਾਂ ਕੋਈ ਜਾਣਦਾ ਨਹੀਂ ਹੈਗਾ। ਜੇ ਗੱਲ ਸਹੀ ਹੋਵੇ ਤੇ ਆਪੇ ਲੋਕ ਜਾਣਨ ਲੱਗ ਜਾਣ। ਬਸ ਉਹੀ ਜ਼ਹਿਰ ਉਹੀ ਉਗਲੀ ਜਾਂਦੇ ਨੇ ਵੀ ਇਹਨਾਂ ਨਾਲ ਸੰਗਤ ਇੰਨੀ ਜੁੜੀ ਹੋਈ ਆ, ਉਹ ਖਹਿੜਾ ਛੁੱਟ ਗਿਆ ਜੀ, ਇਹਨਾਂ ਨੇ ਤੁਹਾਡੇ ਖਿਲਾਫ ਸਟੇਟਮੈਂਟ ਨਹੀਂ ਦਿੱਤੀ ਹੈਗੀ। ਬਸ ਉਹੀ ਜ਼ਹਿਰ ਅੰਦਰ ਪੁਰੀ ਜਾਂਦਾ ਇਹਨਾਂ ਨੂੰ। ਇਹ ਤਾਂ ਨੂਣ ਖਾਣਾ ਚਾਹੀਦਾ, ਨਹੀਂ ਤਾਂ ਰੰਗ ਹਰੇ ਹੋ ਜਾਣੇ। ਨਾ ਆ ਤਾਂ ਮੂੰਹ 'ਚ ਪੈਣੀਆਂ ਗੱਲਾਂ ਇਹਨਾਂ ਦੇ। ਆ ਤਾਂ ਬਹੁਤ ਮਹਿੰਗੀਆਂ ਪੈਣੀਆਂ ਇਹਨਾਂ ਨੂੰ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ। ਏਦਾਂ ਛੁਟਕਾਰਾ ਥੋੜੀ ਹੋ ਜਾਣਾ। ਸੰਗਤ ਨੇ ਜਵਾਬ ਦੇਣਾ ਸ਼ੁਰੂ ਕਰ ਦੇਣਾ ਜੀ। ਕੋਈ ਨਹੀਂ ਸਭ ਕੁਛ ਹੋ। ਥੈਂਕ ਯੂ ਭਾਜੀ। ਸਭ ਕੁਛ ਹੋਊ ਜੀ, ਲੇਖਾ ਜੋਖਾ ਵੀ ਤੂੰ ਵੀ ਗਲੋਂ ਲੈ ਭਰਾਵਾ। ਵੀ ਜੇ ਪਹਿਲਿਆਂ ਤੋਂ ਬਾਅਦ ਮੇਲਾ ਨਹੀਂ ਹਟਿਆ ਤੇ ਤੇਰੇ ਬਿਨਾਂ ਕਿਹੜਾ ਮੇਲਾ ਸੁਣਨਾ ਹੋ ਚੱਲਿਆ। ਪਰ ਹੋਇਆ ਇੰਜ, ਹੋਇਆ ਲੰਬਾ ਟਾਈਮ ਇੰਜ ਹੋਇਆ। ਗੁਰਬਾਣੀ ਪੜੋਗੇ ਸਮਝ ਆਏਗੀ। ਧਾਰਨਾ ਪੜਿਆ ਸਮਝ ਨਹੀਂ ਆਉਣੀ ਵੀ ਤੇਰੇ ਅੰਦਰ ਹੱਟ ਖੋਲ ਕੇ ਬੈਠਾ ਰੱਬ। ਪੈ ਜਾਣੀਆਂ ਤੁਹਾਡੀ ਕਥਾ ਨਾ ਪੈ ਗਈ ਜਿੰਨਾ ਤੁਹਾਨੂੰ ਹਰੇਕ ਬੰਦੇ ਨੂੰ ਇਹ ਲੱਗਦਾ ਜਾਣੀ। ਠੀਕ ਹੈ, ਚਾਹੀਦਾ ਇਹ ਆ ਜਿਹੜੀ ਨਾ ਜਦੋਂ ਤੁਸੀਂ ਖੰਡਨ ਕਰਨਾ ਕਿਸੇ ਦਾ, ਜਦੋਂ ਕਿਸੇ ਨੂੰ ਗਲਤ ਕਹਿਣਾ ਆ, ਉਹਦੇ ਪਿੱਛੇ ਤੁਹਾਡਾ ਮੋਟਿਵ ਜਿਹੜਾ ਹੈ ਨਾ ਉਹ ਕੀ ਆ, ਉਹ ਬੜਾ ਜ਼ਰੂਰੀ ਆ। ਬਿਲਕੁਲ ਜੀ। ਠੀਕ ਹੈ। ਜੇ ਈਰਖਾ ਬਸ ਹੋ ਕੇ ਕਰਦੇ ਆ ਨਾ ਤੁਸੀਂ, ਫਿਰ ਮਤ ਜਾਣਿਓ ਜਾਣੀ ਕਿਹੜੇ ਬੰਦੇ ਨੇ ਧੁੰਦ। ਇਹਨਾਂ ਨੂੰ ਪੰਥਪ੍ਰੀਤ ਧੁੰਦੇ ਨੂੰ ਬੇਨਤੀ ਆ, ਇੱਕ ਵੀ ਬੰਦਾ ਜਿਹੜਾ ਹੁਣ ਤਾਈਂ ਇਨੀ ਗੁਰਮਤ ਤੇ ਖੜਾ ਕੀਤਾ ਆ, ਆਪ ਤਾਂ ਨਹੀਂ ਹੋਣਾ ਚਾਹੁੰਦੇ, ਇੱਕ ਵੀ ਬੰਦੇ ਦਾ ਨਾਂ ਲੈਣ, ਫਿਰ ਫਲਾਣੇ ਬੰਦੇ ਨਾਲ ਗੱਲ ਕਰਕੇ ਦਿਖਾ ਲਓ ਜੀ, ਅਸੀਂ ਲੈਨੇ ਉਹਨੂੰ ਔਨ 에ਅਰ। ਠੀਕ ਹੈ, ਪਤਾ ਲੱਗ ਜਾਓ ਕਿੱਥੇ ਖੜੇ ਆ। ਠੀਕ ਹੈ ਜੀ। ਠੀਕ ਹੈ ਭਈ। ਇੱਕ ਸਰੋਤੇ ਹੋ ਰਿਹਾ ਸਾਡੇ ਨਾਲ ਔਨ 에ਅਰ ਆ ਜੀ। ਅਸੀਂ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਫਤਿਹ ਜੀ। ਪ੍ਰੋਗਰਾਮ ਚੱਲਦਾ ਮੈਂ ਕਿਹਾ ਰੇਡੀਓ ਵਿਰਸਾ ਤੇ ਔਨ 에ਅਰ ਆ ਅਸੀਂ ਇਸ ਵੇਲੇ। ਹਾਂਜੀ, ਮੈਂ ਤਾਂ ਹੀ ਕੀਤਾ ਫੋਨ। ਅੱਛਾ, ਬੜਾ ਔਖਾ। ਇੱਕ ਤੇ ਮੈਂ ਔਨ 에ਅਰ ਗੱਲਾਂ ਕਰਨੀਆਂ ਬਹੁਤ ਔਖੀਆਂ ਆ। ਚਲੋ ਕੋਈ ਗੱਲ ਨਹੀਂ, ਕਰ ਲਓ। ਮੈਂ ਸੋਚ ਰਿਹਾ ਸੀ ਤੁਸੀਂ ਇੱਕ ਤੇ ਮੈਨੂੰ ਵਾਕਈ ਅੰਤਰਜਾਮੀ ਲੱਗੇ। ਜਿਹੜੇ 2 ਸਾਲ ਪਹਿਲਾਂ ਭਵਿੱਖਬਾਣੀ ਕੀਤੀ ਸੀ ਨਾ, ਉਹ 101% ਸੱਚ ਹੋਈ ਹੈ। ਤੁਰ ਪਏ ਉਸ ਰਾਹ ਤੇ। ਹਾਂ ਵੀ ਅੰਦਰੋਂ ਤੇ ਅੱਗ ਇਹਨਾਂ ਤੇ ਬਲਦੀ ਸੀ ਤੇ ਜਲਦੀ ਪ੍ਰਗਟ ਹੋ ਗਈ। ਇਹ ਵੀ ਵਧੀਆ ਗੱਲ ਹੈ ਵੈਸੇ। ਤੇ ਦੂਜੀ ਗੱਲ, ਮੈਂ ਉਹ ਜਿਹੜੀ ਗੱਲ ਹੁਣ ਪਹਿਲਾਂ ਪਿੱਛੇ ਹੋਈ ਸੀ, ਇਹ ਪਹਿਲਾਂ ਸਾਧਾ ਨੂੰ ਕਹਿੰਦਾ ਸੀ ਵੀ ਜ਼ਿਆਦਾ ਪੈਸੇ ਵੇਖ ਕੇ ਉਹ ਕਹਿੰਦਾ ਚਲੋ ਲੰਗਰ ਛਕ ਲੈਨੇ ਆ। ਤੇ ਸੇਮ ਉਹੀ ਗੱਲਾਂ ਤੇ ਨਹੀਂ ਢੁਕਦੇ ਵੀ ਜਦੋਂ ਪੈਸੇ ਦੇਣ ਲੋਕੀ ਉੱਠਦੇ ਨੇ, ਫੇਰ ਇਕਾਗਰਤਾ ਲੋਕਾਂ ਦੀ ਭੰਗ ਨਹੀਂ ਹੁੰਦੀ। ਹਾਂ। ਤੇ ਦੂਜੀ ਗੱਲ, ਮੈਨੂੰ ਲੱਗਦਾ ਨੀਅਤ ਵੀ ਬੰਦਿਆਂ ਦੀ ਨਾ ਸਾਫ਼ ਨਹੀਂ ਹੈਗੀ। ਇਹ ਕੁਝ ਕਰ ਨਹੀਂ ਸਕਦੇ, ਇਸ ਕਰਕੇ ਲਹਿਰ ਤੁਰੀ ਤੇ ਹੈ ਵੇ ਇਹ ਆਪਣੇ ਸ਼ਿਖਰ ਤੇ ਪਹੁੰਚਣ ਤੋਂ ਪਹਿਲਾਂ ਹੀ ਪੋਲਿਊਟਿਡ ਹੋ ਗਈ ਹੈ। ਬਿਲਕੁਲ। ਲਹਿਰ ਦੇ ਲਈ ਨਾ, ਲਹਿਰ ਖੜੀ ਹੋਣ ਦੇ ਲਈ ਤੁਹਾਡਾ ਨਿਰਸਵਾਰਥ ਹੋਣਾ, ਜਿਹੜੇ ਬੰਦੇ ਹੈਗੇ ਨਾ ਉੱਥੇ, ਜਿਹੜੇ ਕੁਝ ਦੇਣੇ ਵਾਲੇ ਉਹ ਹੋਣੇ ਜ਼ਰੂਰੀ ਆ। ਹਾਂਜੀ। ਹੁਣ ਜਿਸ ਬੰਦੇ ਦਾ ਸਵਾਰਥ ਹੈ ਜੁੜਿਆ ਆ, ਉਹ ਜਿਹੜੇ ਸਿਧਾਂਤ ਦੀ ਗੱਲ ਕਰੂਗਾ, ਉਹ ਸਿਧਾਂਤ ਉਹਦੇ ਆਪਣੇ ਨਿੱਜ ਦੀ ਪੂਰਤੀ ਕਰਦਾ ਹੋਊਗਾ, ਫੇਰੇ ਕਰੂਗਾ ਉਹ। ਹਾਂਜੀ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਸੀ ਨਾ, ਜਿਵੇਂ ਅੰਬੇਡਕਰ ਕਹਿੰਦੇ ਨੇ ਵੀ ਸਿੱਖ ਬਣ ਲੱਗਾ ਸੀ ਤੇ ਸਾਡੇ ਲੀਡਰਾਂ ਨੇ ਸੋਚਿਆ ਸੀ ਵੀ ਸਾਰੀ ਸਰਦਾਰੀ ਹੁਣ ਇੰਨੀ ਲੈ ਜਾਣੀ ਹੈ। ਤੇ ਸੇਮ ਹੁਣ ਕ੍ਰੈਡਿਟ ਇਹਨਾਂ ਨੂੰ ਲੱਗਦਾ ਵੀ ਰਣਜੀਤ ਸਿੰਘ ਜੀ ਨੇ ਲੈ ਜਾਣਾ ਸਾਰਾ। ਤੇ ਰੋਕ ਨਹੀਂ ਹੋਣਾ ਹੁਣ, ਨਹੀਂ ਰੋਕ ਹੋਣਾ ਇਹਨਾਂ ਤੋਂ, ਹਨਾ। ਹਾਂਜੀ। ਇਹ ਇਹਨਾਂ ਦੀ ਪ੍ਰਿੰਸੀਪਲ ਇੱਕ ਪ੍ਰੋਫੈਸਰ ਜੋਗਿੰਦਰ ਸਿੰਘ ਜੀ ਨੇ ਲੁਧਿਆਣੇ ਵਾਲੇ, ਮੈਂ ਤੁਹਾਨੂੰ ਨੰਬਰ ਵੀ ਦਿਆਂਗਾ। ਉਹ ਜਿਵੇਂ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਮੇਰੇ ਨਾਲ ਗੱਲ ਕਰਦੇ ਆ, ਉਹਨਾਂ ਨੇ ਇੱਕ ਵਾਰੀ ਗੱਲ ਕਹੀ ਸੀ ਵੀ ਗੁਰੂ ਦੇ ਆਸ਼ੇ ਤੋਂ ਉਲਟ ਸਾਨੂੰ ਇਹਦਾ ਅਰਥ ਕਰਨਾ ਪਏਗਾ ਵੀ ਜਿਹੜੀਆਂ ਗੱਲਾਂ ਨੇ, ਜਿਹੜੀਆਂ ਸਿਧਾਂਤ ਤੋਂ ਉਲਟ ਨੇ,
ਨਹੀਂ ਤੇ ਅਸੀਂ ਜੇ ਸਤਿਗੁਰੂ ਤੋਂ ਬਿਨਾਂ ਹੋਰ ਕੱਚੀ ਬਾਣੀ, ਫਿਰ ਜਿਹੜੀ 1-2 ਘੰਟੇ ਕਥਾ ਕਰਦੇ ਆ ਉਹ ਵੀ ਸਾਰੀ ਫਿਰ ਗੁਰੂ ਤੇ ਨਹੀਂ ਉਚਾਰਨ ਕਰ ਰਿਹਾ, ਉਹ ਤੁਹਾਡੀ ਗੱਲ ਠੀਕ ਹੈ ਬਿਲਕੁਲ, ਫਿਰ ਉਹਨੂੰ ਵੀ ਉਸੇ ਦਾਇਰੇ ਦੇ ਵਿੱਚ ਹੀ ਰੱਖਣਾ ਪਏਗਾ। ਫਿਰ ਕੇਵਲ ਅਖੰਡ ਕੀਰਤਨੀਆਂ ਵਾਲੀ ਥਾਂ ਤੇ ਟਿਕਣਾ ਪਏਗਾ ਵੀ ਬਾਣੀ ਗਾਈ ਜਾਓ ਤੇ ਉਹਦੇ ਅਰਥ ਕੁਝ ਨਾ ਕਰੋ। ਬਿਲਕੁਲ ਬਿਲਕੁਲ ਉੱਥੇ ਜਾਣਾ ਪੈਣਾ ਫਿਰ ਤਾਂ। ਹਾਂਜੀ, ਦੂਜੀ ਗੱਲ, ਅੱਜ ਆਮ ਕਈ ਗੀਤ ਵੀ ਇਹੋ ਜਿਹੇ ਹੈਗੇ ਨੇ ਜਿਹੜੇ ਬੜੇ ਸਮਾਜ ਨੂੰ ਸੁਧਾਰਨ ਵਾਲੇ ਤੇ ਚੰਗੇ ਲੈਵਲ ਦੀ ਉਹਦੇ 'ਚ ਗੱਲ ਕੀਤੀ ਗਈ ਹੁੰਦੀ, ਬੰਦਿਆਂ ਦੇ ਇਸ਼ੂ ਜਿਹੜੇ ਲੋਕਾਂ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਉਠਾਇਆ ਗਿਆ ਹੁੰਦਾ ਤੇ ਉਹਨਾਂ ਨੂੰ ਤੇ ਬੜੇ WhatsApp ਤੇ ਹਰ ਥਾਂ ਤੇ ਸ਼ੇਅਰ ਕਰਦੇ ਆ ਉਹਨਾਂ ਸ਼ਾਇਦ। ਤੇ ਇਹ ਜਿਹੜੇ ਸ਼ਬਦ ਨੇ ਸਾਰੇ ਗਾਣ ਵਾਲੇ ਨੇ ਜਿੰਨੇ ਵੀ ਗਾਉਂਦੇ ਨੇ ਸਾਰੇ ਵਰਲਡ ਦੇ ਵਿੱਚ, ਇਹ ਮੈਨੂੰ ਤੇ ਮੇਰਾ ਤੇ ਤਜਰਬਾ ਹੈ, ਇਹ 101% ਗੁਲਾਮ ਨੇ। ਹਰ ਗੁਰਦੁਆਰੇ ਦੇ ਵਿੱਚ ਜਿਵੇਂ ਦੀ ਕਮੇਟੀ ਹੁੰਦੀ ਨਾ, ਬਾਅਦ ਦੇ ਵਿੱਚ ਹਰ ਜਥਾ ਕਹਿ ਕੇ ਉੱਠਦਾ ਵੀ ਇੱਥੋਂ ਦੀ ਸੰਗਤ ਧਾਰਮਿਕ, ਬੜੀਆਂ ਥਾਵਾਂ ਤੇ ਵੇਖਿਆ ਦੂਜੀਆਂ ਹੈ ਨਹੀਂ ਧਾਰਮਿਕ ਹੈਗੀਆਂ, ਕਿਉਂਕਿ ਉਹ ਉਹਨਾਂ ਕੋਲੋਂ ਪੈਸੇ ਲੈਣੇ ਹੁੰਦੇ ਨੇ ਉਹਨਾਂ ਨੇ। ਨਹੀਂ ਸਾਰੇ ਪ੍ਰਚਾਰਕ ਇਸ ਤਰ੍ਹਾਂ ਕਹਿ ਕੇ ਉੱਠਦੇ ਨੇ ਤੇ ਇੱਥੋਂ ਦੇ ਪ੍ਰਬੰਧਕ ਤੇ ਠੀਕ ਨੇ ਸਾਧ ਸੰਗਤ ਜੀ, ਕਈ ਥਾਵਾਂ ਤੇ ਵੇਖਿਆ ਤੇ ਪ੍ਰਬੰਧਕ ਦੂਜੇ ਇਸ ਤਰ੍ਹਾਂ ਕਰਦੇ ਨੇ। ਉਹਦਾ ਕਾਰਨ ਹੁੰਦਾ ਜਿਹੜਾ ਸਾਹਮਣੇ ਬੈਠਾ ਨਾ ਉਹਦੇ ਛਿੱਤਰ ਦਾ ਡਰ ਹੁੰਦਾ ਸਾਰਿਆਂ ਨੂੰ। ਗਾਂ ਵੀ ਟਾਈਮ ਲੈਣਾ ਹੁੰਦਾ, ਵੀਕਾਂ ਲੈਣੀਆਂ ਹੁੰਦੀਆਂ। ਹਾਂ, ਤੇ ਹਰ ਪ੍ਰਚਾਰਕ ਦਾ ਤੇ ਹਰ ਰਾਗੀ ਗ੍ਰੰਥੀ ਦਾ ਇਹੀ ਹੈ, ਹਰ ਥਾਂ ਤੇ ਉਹਨਾਂ ਨੇ ਕਹਿਣਾ ਇੱਥੋਂ ਦੀ ਸੰਗਤ ਵਧੀਆ ਬ੍ਰਹਮ ਗਿਆਨੀ ਨੇ ਤੇ ਬਾਕੀ ਦੂਜੇ ਹੈ ਨਹੀਂ। ਨਹੀਂ ਉਹ ਦੁਕਾਨਦਾਰੀ ਆ ਜੀ, ਉਹਦੇ ਵਿੱਚੋਂ ਨਿਕਲਣਾ ਪੈਣਾ, ਸਟੈਂਡ ਲੈਣੇ ਪੈਣੇ ਇਹਨਾਂ ਨੂੰ। ਦੁਕਾਨਦਾਰੀ ਵੀ ਕਰਨ ਨਾ, ਜੇ ਯੂਰਪ ਦੇ ਵਿੱਚ ਵਿਚਰਦੇ ਨੇ ਤੇ ਸਹੀ ਤਰੀਕੇ ਨਾਲ ਮਾਲ ਵੇਚੀ ਜਾਣ ਤਾਂ ਵੀ ਠੀਕ ਹੈ। ਇਹ ਮਾਲ ਵੀ ਨਕਲੀ ਵੇਚਣ ਲੱਗ ਗਏ ਨੇ ਨਾ, ਗੱਲ ਆ ਹੋਵੇ ਸਾਰੀ। ਹਾਂ, ਮੰਨ ਲਓ ਦੁਕਾਨਦਾਰੀ ਹੈ, ਮੇਰੀ ਵੀ ਦੁਕਾਨਦਾਰੀ ਹੈ, ਮੈਂ ਘੱਟੋ ਘੱਟ ਗੁੰਮਰਾਹ ਨਾ ਕਰਾਂ ਲੋਕਾਂ ਨੂੰ। ਜਿਹੜੀਆਂ ਗੱਲਾਂ ਇੱਕ ਗੱਲ ਜਿਹੜੀ ਇਹਨਾਂ ਨੇ ਕੀਤੀ ਨਾ, ਉਹ ਸਾਰੀ ਇੱਕ ਗੱਲ ਇਹਨਾਂ ਦੇ ਖਿਲਾਫ ਜਾ ਰਹੀ ਹੈ। ਤੇ ਜਿੰਨੀਆਂ ਇਹਨਾਂ ਨੇ ਕਰਨੀਆਂ ਸੀ ਉਹ ਇਹਨਾਂ ਦੀ ਮਜਬੂਰੀ ਸੀ, ਕਿਉਂਕਿ ਹੁਣ ਲੋਕੀ ਉਂਝ ਹੀ ਸੁਚੇਤ ਹੋ ਗਏ ਸੀ ਮੀਡੀਆ WhatsApp ਦੇ ਨਾਲ, Facebook ਦੇ ਨਾਲ। ਹੁਣ ਇਹਨਾਂ ਨੂੰ ਉੱਥੇ ਅਪਡੇਟ ਪੁਜਾਰੀ ਬਣਨਾ ਹੀ ਪੈਣਾ ਸੀ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਬੁੱਧ ਨੂੰ ਖਤਮ ਕਰਨ ਲਈ ਨਾ ਬੁੱਧ ਦੇ ਲੈਵਲ ਤੇ ਪੁਜਾਰੀ ਨੂੰ ਆ ਕੇ ਉਹਨੂੰ ਡੈਮੇਜ ਕਰਨਾ ਪੈਣਾ ਸੀ। ਹੋਣਾ ਹੀ ਆ ਗੁਰੂ ਨਾਨਕ। ਹਾਂਜੀ, ਤੇ ਉਹ ਜਿਹੜੀ ਹਾਂਜੀ ਇਹ ਚਲੋ ਥੈਂਕ ਯੂ। ਓਕੇ, ਠੀਕ ਹੈ ਜੀ, ਠੀਕ ਹੈ। ਮੇਰਾ ਜੋ ਮਾਨਸਿਕ ਸੰਤੁਲਨ ਸੁਣਨ ਤੋਂ ਕੋਈ ਨਹੀਂ, ਬਸ ਹੁਣ ਆਵਾਜ਼ ਘੱਟ ਹੋ ਗਈ ਯਾਰ ਵਿੱਚ। ਆਵਾਜ਼ ਸਾਲਾਂ ਤੋਂ ਪ੍ਰਚਾਰ ਕਰ ਰਹੇ ਨੇ, ਉਹ ਵੀ ਵਿਰੁੱਧ ਉਹ ਵੀ ਫੈਲਦਾ ਹੈ। ਨਹੀਂ ਆਵਾਜ਼ ਤੁਹਾਡੀ ਘੱਟ ਹੁੰਦੀ ਹੈ। ਚਲੋ ਠੀਕ ਹੈ, ਕੋਈ ਨਹੀਂ, ਹੁਣ ਟਾਈਮ ਹੋ ਗਿਆ ਸਾਡਾ, ਫਿਰ ਥੋੜੀ ਕਰੋ। ਤੇ ਵੈਸੇ ਜੀ ਉਹ ਜਿਹੜੀ ਗੱਲ, ਹਾਂ ਇੱਧਰ ਮੈਸੇਜ ਆਇਆ ਸੀਗਾ ਵੀ ਇੰਨੀ ਗੱਲ ਕਹਿ ਤਾਂ ਦਿੱਤੀ ਵੀ ਬਾਹਰ ਬੋਰਡ ਲੱਗਾ ਹੁੰਦਾ ਗੁਰੂ ਮਾਨਿਓ ਗ੍ਰੰਥ। ਹਾਂਜੀ, ਤੇ ਹੁਣ ਕਿਹਨਾਂ ਦੇ ਸਮਾਗਮ ਦਾ ਹੁੰਦਾ ਆ? ਗੁਰੂ ਮਾਨਿਓ ਗ੍ਰੰਥ ਵਾਲਾ ਲੱਗਾ ਜੀ। ਹਾਂਜੀ ਠੀਕ ਹੈ। ਖੁਦਾ ਦੇ ਸ਼ਬਦ ਨੇ ਦੱਸਣਾ, ਤੇਰੇ ਅੰਦਰ ਦੁਕਾਨ ਖੋਲ ਕੇ ਬੈਠਾ ਹੈ, ਮਨ ਨੂੰ ਖੁਰਾਕ ਦੇਣ ਲਈ ਅੰਦਰ ਦੇ ਹੱਟ ਤੇ ਯਾਤਰਾ ਕਰ। ਬਾਣੀ ਨੇ ਸਮਝਾਉਣਾ, ਸੋ ਮੁੱਲਾ ਜਿਉ ਮਨ ਸਿਉ ਲੜੈ। ਮੁਸਲਮਾਨ ਤੇ ਉਹੀ ਹੈ ਜਿਹਨੂੰ ਮਨ ਨਾਲ ਲੜਾਈ ਕਰਨੀ, ਇਹਨਾਂ ਵਾਂਗ। ਜੋਗੀ ਤੇ ਉਹੀ ਹੈ ਜਿਹਨੂੰ ਆਖਿਆ ਮਨ ਜੀਤ ਹੈ। ਜਦੋਂ ਅਸੀਂ ਆਹ ਡੈਫੀਨੇਸ਼ਨ ਗੁਰਬਾਣੀ ਚੋਂ ਪੜਾਂਗੇ ਨਾ, ਗੁਰਬਾਣੀ ਦੀ ਵਿਚਾਰ ਬੜਾ ਵੱਡਾ ਸਾਗਰ ਹੈ ਸਾਡੇ ਕੋਲ। ਗੁਰਬਾਣੀ ਪਿਆਰਿਓ, ਇਹ ਸਮੁੰਦਰ ਹੈ। ਉਹ ਪੜਨ ਦੀ ਥੋੜੋ ਗੱਲ ਆ, ਪੜ ਤਾਂ ਜਿੱਥੋਂ ਮਰਜ਼ੀ ਲਓ, ਗੱਲ ਤਾਂ ਲਾਗੂ ਕਰਨ ਦੀ ਆ। ਹਾਂਜੀ, ਜੀਣਾ ਤਾਂ ਤੁਸੀਂ ਆ। ਬਿਲਕੁਲ ਜੀ, ਠੀਕ ਹੈ। ਹੁਣ ਜੇ ਜਾਂ ਤਾਂ ਇਹ ਹੋਵੇ ਨਾ, ਹੁਣ ਨਾਨਕ ਸਰੀ ਨੇ ਤਾਂ ਗੁਰਬਾਣੀ ਤੋਂ ਬਿਨਾਂ ਕੀਤੇ, ਜਿਹੜੇ ਸਹਿਜ ਪਾਠ ਕਰਦੇ ਆ, ਅਖੰਡ ਪਾਠ ਕਰਦੇ ਆ, ਉਹ ਕੁਛ ਹੋਰ ਕਰਦੇ ਆ ਨਾ ਜੀ। ਉੱਥੇ ਧਾਰਨਾ ਪੜਦੇ ਹੋਣਗੇ ਬੈਠ ਕੇ? ਨਹੀਂ ਜੀ, ਹੁਣ ਤਾਂ ਮੈਂ ਕਹਿੰਦਾ ਕੰਠ ਹੋਣਾ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਤਾਂ। ਹਾਂਜੀ ਹਾਂਜੀ, ਜਿਹੜੇ ਰੌਲਾ ਪੱਕੀਆਂ ਰੌਲਾ ਲਾਉਂਦੇ ਆ। ਹਾਂਜੀ, ਫੇਰ ਤਾਂ ਜਾਂ ਤਾਂ ਉੱਥੇ ਸਤਾਰ ਦਿਖਾ ਦਿਓ ਤੁਸੀਂ। ਦਾਸ ਨੇ ਆਖਿਆ, ਪਿਆਰਿਆ ਸਾਗਰ ਹੈ, ਇਹ ਜਿੰਨੀਆਂ ਚੁੱਭੀਆਂ ਮਾਰੀ ਜਾਏਗਾ ਉਹਨੇ ਹੀਰੇ ਜਵਾਹਰਾਤ ਤੇ ਮੋਤੀ ਤੈਨੂੰ ਮਿਲਦੇ ਜਾਣਗੇ। ਉਹ ਛੱਡੋ ਯਾਰ, ਕਿੱਥੋਂ ਯਾਰ, ਕਿਉਂ ਸਾਨੂੰ ਆਹ ਇਦਾਂ ਦੀਆਂ ਸਟੇਟਮੈਂਟਾਂ? ਠੀਕ ਆ, ਬਹੁਤ ਚਿਰ ਸੁਣਦੇ ਆਏ ਆ। ਹਾਂਜੀ, ਹਨਾ ਵੀ ਜਿੰਨਾ ਤੁਸੀਂ ਡੂੰਘਾ ਜਾਈ ਜਾਓਗੇ, ਏਦਾਂ ਕਰੀ ਜਾਓਗੇ। ਆ ਜਿਹੜਾ ਆ ਮੁਲਕ ਆ ਜਿਹੜੇ ਬਣੇ, ਇਹਨੀ ਕਿਹੜੇ ਗੁਰੂ ਗ੍ਰੰਥ ਸਾਹਿਬ ਚੁੱਭੀਆਂ ਲਾਈਆਂ? ਇਹ ਤਾਂ ਬਣੇ ਆ, ਇਹ ਜਿਹੜੀਆਂ ਬਿਲਡਿੰਗਾਂ ਖੜੀਆਂ ਸਾਡੇ ਸਾਹਮਣੇ, ਬਾਕੀ ਕੰਮਕਾਰ ਹੋ ਰਹੇ ਆ, ਜਿੰਨੀਆਂ ਹੋਰ ਕੱਢਣਾ ਨਿਕਲ ਰਹੀਆਂ ਆ, ਗੁਰੂ ਗ੍ਰੰਥ ਸਾਹਿਬ ਚੁੱਭੀਆਂ ਲਾ ਕੇ ਨਿਕਲੀਆਂ ਨਾ ਜੀ।
ਜਾਣੀ ਇੱਕ ਬੰਦਾ ਤਾਂ ਆਈਡੀਅਲ ਦਿਖਾ ਦਿਓ ਤੁਸੀਂ ਸਾਨੂੰ, ਤੇ ਇਹ ਬੰਦੇ ਨੇ ਚੁੱਭੀ ਲਾਈ, ਦੇਖੋ ਕਿੰਨਾ ਵਧੀਆ। ਅਸੀਂ ਤਾਂ ਗੱਲ ਕਰਨੀ ਚਾਹੁੰਦੇ ਉਹਦੇ ਨਾਲ ਭਾਈ, ਠੀਕ ਹੈ ਜੀ, ਸਾਨੂੰ ਪਤਾ ਤਾਂ ਲੱਗੇ ਜਾਨੀ ਕਿਤੇ ਕੌਣ ਕਿੱਥੇ ਖੜਾ ਹੈ। ਕੰਡੇ ਕੰਡੇ ਤੁਰਿਆ ਗੱਲ ਨਹੀਂ ਬਣਨੀ। ਇਹਦੇ ਵਿੱਚ ਜਿੰਨਾ ਗਹਿਰਾਈ 'ਚ ਤੁਰਿਆ ਜਾਏਗਾ ਬਹੁਤ ਕੁਝ ਇਹਦੇ ਵਿੱਚ ਰਤਨ ਲਾਲ ਜਾਂਕਾ ਕਛੂ ਨਾ ਮੋਲ ਭਰੇ ਭੰਡਾਰ। ਪੰਕਤੀਆਂ ਤਾਂ ਹੈਗੀਆਂ। ਮੈਂ ਦੇਖੋ ਜੀ, ਮੈਨੂੰ ਮੁੜ ਕੇ ਲੱਗੀ ਜਾਂਦਾ ਵੀ ਗੁਰਬਾਣੀ ਵਰਤਣ ਤੇ ਇਹਨਾਂ ਨੂੰ ਚਾਹੀਦਾ ਵੀ ਗੁਰਬਾਣੀ ਦੀ ਗੱਲ ਨਹੀਂ ਕਰਨੀ ਤੁਸੀਂ, ਗੁਰਬਾਣੀ ਤੋਂ ਬਿਨਾਂ ਆਪਣੀ ਗੱਲ ਕਹੋ ਤੇ ਲੋਕਾਂ ਨੂੰ ਸਿੱਧ ਕਰਕੇ ਦਿਖਾ ਲਓ। ਔਰ ਮੋਹਰੇ ਜਦੋਂ ਬੋਲਦੇ ਆ ਇਦਾਂ ਕੱਲਾ ਨਹੀਂ ਬੰਦਾ ਬੋਲਣਾ ਚਾਹੀਦਾ, ਮੋਹਰੇ ਸਵਾਲ ਕਰਨ ਦਾ ਹੱਕ ਚਾਹੀਦਾ ਲੋਕਾਂ ਨੂੰ। ਠੀਕ ਹੈ, ਨਾਲ ਦੀ ਨਾਲ ਕੱਲੀ ਗੱਲ ਤੇ ਅਗਲਾ ਹੱਥ ਖੜਾ ਕਰੇ ਇਹ ਦੱਸ ਇਹਦੇ ਉੱਤੇ ਮੇਰਾ ਸਵਾਲ ਆ। ਠੀਕ ਆ, ਤੇ ਗਾਹਾਂ ਤੋਂ ਕਰੀਏ ਕਲਚਰ ਇਹ ਇਦਾਂ ਚਾਹੀਦਾ ਆ। ਅਸੀਂ ਵੀ ਚਾਹੁੰਦੇ ਆ ਵੀ ਸਾਡੀ ਹਰੇਕ ਗੱਲ ਦੇ ਉੱਤੇ ਸਵਾਲ ਕਰੋ ਭਾਵੇਂ। ਠੀਕ ਹੈ, ਜਿੱਥੋਂ ਵੀ ਹੁਣ ਹੁਣ ਸਾਹਮਣੇ ਫੋਨ ਆ, ਅਸੀਂ ਕੋਈ ਇਦਾਂ ਥੋੜੀ ਵੀ ਫੋਨ ਚੱਕ ਨਹੀਂ ਰਹੇ ਜਾਂ ਕਿਸੇ ਦੇ ਕੱਟ ਰਹੇ ਆ। ਅਸੀਂ ਜਿੰਨੀਆਂ ਵੀ ਸਾਡੀਆਂ ਗੱਲਾਂ ਤੇ ਸਵਾਲ ਹੁੰਦੇ ਕਰੇ ਅਗਲਾ। ਹਾਂਜੀ, ਸਾਨੂੰ ਤਾਂ ਸਵਾਦ ਹੀ ਉਦੋਂ ਆਉਂਦਾ ਜਦੋਂ ਡਿਬੇਟ ਸ਼ੁਰੂ ਹੁੰਦੀ ਆ, ਜਦੋਂ ਸਵਾਲ ਜਵਾਬ ਹੁੰਦੇ ਆ ਸ਼ੁਰੂ, ਗੱਲਾਂ ਹੀ ਉਦੋਂ ਹੋਣ ਲੱਗਦੀ ਆ। ਇਕੱਲੇ ਤਾਂ ਇੱਥੇ ਬੈਠੇ ਹੋਰ ਤਰ੍ਹਾਂ ਲੱਗਦਾ ਹੁੰਦਾ ਗੱਲ ਕਰਨੀ, ਕਿੱਦਾਂ ਕਰੀ ਜਾਣੇ ਇੱਕ ਪਾਸੇ ਗੱਲ। ਹਾਂਜੀ ਹਾਂਜੀ, ਅਖੂਟ ਤੋਲ ਖਾਵੇਂ ਖਰਚੇ ਰਾਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਤੋ ਇਸ ਕਰਕੇ ਸਾਡਾ ਫਰਜ਼ ਬਣਦਾ ਸੀ ਸਤਿਗੁਰ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਤੇ ਗਾਵੀਏ। ਮੈਂ ਤਾਂ ਸਿੱਧਾ ਕਹਿਣਾ ਹੁੰਦਾ, ਜਿਹੜਾ ਪੜ੍ਹੇ ਉਹਦੇ ਗਾੜੀ ਦਾ ਹੱਥ ਜੋੜੋ। ਭਾਈ ਸਾਹਿਬ ਜੀ ਬਹੁਤ ਲੰਬੇ ਗੀਤ ਅਸੀਂ ਸੁਣ ਲਏ, ਕਵਿਤਾਵਾਂ ਤਾਂ ਕਵੀਸ਼ਰ ਵੀ ਗਾਉਂਦੇ ਆ, ਕਵਿਤਾਵਾਂ ਤੇ ਢਾਡੀ ਵੀ ਗਾਉਂਦੇ ਆ। ਉਹ ਪਹਿਲਾਂ ਕਹਿ ਦਿੰਦੇ ਆ, ਸੰਗਤ ਨੂੰ ਤਾਂ ਪਤਾ ਨਹੀਂ ਲੱਗਦਾ। ਕਈ ਵਾਰੀ ਕੌਮ ਦਾ ਮੰਨਿਆ ਪਰਮੰਨਿਆ ਰਾਗੀ ਸੀ ਜਿਹਨੇ ਸਵਾਸਾਂ ਦੀ ਮਾਲਾ ਪੜ੍ਹ ਕੇ ਲੋਕਾਂ ਨੂੰ ਅਜੇ ਤੱਕ ਇਹ ਨਾ ਪਤਾ ਲੱਗਾ ਵੀ ਇਹ ਸਵਾਸਾਂ ਦੀ ਮਾਲਾ ਬਾਣੀ 'ਚ ਲਿਖਿਆ ਕਿ ਬਾਹਰੋਂ ਪੜ੍ਹ ਕੇ ਸੁਣਦਾ ਰਿਹਾ। ਤੁਹਾਨੂੰ ਪਤਾ ਵੀ ਉਹ ਕਿਹਦੀ ਮੈਂ ਗੱਲ ਕਰ ਰਿਹਾ, ਸਵਾਸਾਂ ਦੀ ਮਾਲਾ। ਕਿਸੇ ਦਾ ਨਾਂ ਤਾਂ ਲੈ ਦਿਓ ਯਾਰ। ਨਾਲੇ ਹੁਣ ਧੁੰਦਾ ਜੀ ਨੇ ਆਹ ਤਾਂ ਗੱਲ ਕਹਿ ਦਿੱਤੀ ਵੀ ਜਿਹੜਾ ਕੋਈ ਕਵਿਤਾ ਪੜ੍ਹੇ ਉਹਨੂੰ ਕਹਿ ਦਿਓ ਵੀ ਬਹੁਤ ਸੁਣਨੀ ਆ, ਸਾਨੂੰ ਗੁਰਬਾਣੀ ਸੁਣਾਓ। ਹਾਂਜੀ, ਤੇ ਜੇ ਕਥਾ ਲਈ ਕਹੇ ਤਾਂ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਜਿਸ ਸੰਗਤ ਨੇ ਕਹਿਤਾ ਵੀ ਧੁੰਦਾ ਜੀ ਕਥਾ ਬਥੇਰੀ ਸੁਣ ਲੈ, ਹਾਂਜੀ ਸਾਨੂੰ ਗੁਰਬਾਣੀ ਸੁਣਾਓ, ਫਿਰ ਸਹਿਜ ਪਾਠ ਲੜੀਵਾਰ ਰੱਖ ਲਿਆ ਕਰਨਗੇ ਸਟੇਜ ਤੇ ਬੈਠ ਕੇ। ਇੱਕ ਓਂਕਾਰ ਤੋਂ ਸ਼ੁਰੂ ਕਰਕੇ ਹਨਾ ਜਪਜੀ ਕਰ ਲਿਆ ਕਰਨ ਸ਼ੁਰੂ। ਫਿਰ ਜਦੋਂ ਵਿਆਖਿਆ ਕਰਨ ਲੱਗੇ ਅਗਲਾ ਕਹਿੰਦੇ ਨਹੀਂ ਜੀ ਕਥਾ ਬਥੇਰੀ ਸੁਣ ਲਈ ਅਸੀਂ। ਹਾਂਜੀ, ਠੀਕ ਹੈ, ਗੁਰਬਾਣੀ ਸੁਣਾਓ ਸਾਨੂੰ। ਕੀਰਤਨ ਵਾਲੀ ਤਾਂ ਫਿਰ ਗੱਲ ਹੋਊਗੀ, ਢੱਡਰੀਆਂ ਵਾਲੀ ਤਾਂ ਫਿਰ ਏਦਾਂ ਜੇ ਉਹਨਾਂ ਨੂੰ ਮੰਨ ਲਓ ਕਹਿਣ, ਉਹ ਕਹਿਣ ਠੀਕ ਹੈ ਜੀ ਮੈਂ ਗਾ ਸਕਦਾ, ਸ਼ੁਰੂ ਕਰ ਦੇਣ ਉਹ ਗਾਣਾ। ਤੇ ਇਹ ਕੀ ਕਰਨਗੇ ਫਿਰ? ਇਹ ਤਾਂ ਪਾਠ ਹੀ ਕਰਨਗੇ ਜਿਹਦਾ ਨਾਨਕ ਸਰੀਏ ਕਰਦੇ ਹਨਾ। ਮੈਂ ਕਹਿੰਦਾ ਜੇ ਨਾ ਤੁਸੀਂ ਉਹਨਾਂ ਦਾ ਕੀਰਤਨ ਸੁਣ ਕੇ ਦੇਖੋ ਸ਼ੁਰੂ ਚ, ਜਦੋਂ ਕੀਰਤਨ ਹੁੰਦਾ, ਜਦੋਂ ਵਾਹਿਗੁਰੂ, ਈਵਨ ਜਦੋਂ ਮਿਊਜ਼ਿਕ ਵੱਜਦਾ ਮੋਹਰੇ, ਉਹੀ ਸੁਣ ਲਓ ਹਨਾ। ਜੇ ਨਾ ਸੰਗਤ ਨੂੰ ਇਦਾਂ ਉਹ ਕਹਿ ਦੇਣ, ਅਨਾਉਂਸ ਕਰ ਦੇਣ ਵੀ ਪੌਣਾ ਘੰਟਾ ਅਸੀਂ ਵਜਾਉਣੇ ਆ ਸਾਜ਼, ਤੇ ਪੌਣੇ ਘੰਟੇ ਦਾ ਸ਼ਬਦ ਪੜ੍ਹਨਾ ਆ, ਪੌਣਾ ਘੰਟਾ ਵਾਹਿਗੁਰੂ ਵਾਹਿਗੁਰੂ ਕਰਨਾ ਆ, ਸਵਾ 2 ਘੰਟੇ, ਪੌਣਾ ਘੰਟਾ ਅੰਗਰੇਜ਼ ਸਿੰਘ ਨੇ ਕਵਿਤਾ ਨਾਲ ਜਿਹੜੀਆਂ ਗੁਰਬਾਣੀ ਪੜ੍ਹਨੀ ਆ ਗਾ ਕੇ ਹਨਾ। ਪੌਣਾ ਜਾਨੀ 3 ਘੰਟੇ ਲਾਉਣੇ ਅਸੀਂ, ਤੇ 3 ਘੰਟੇ ਸੰਗਤ ਨੇ ਬਹਿ ਜਾਣਾ ਜੀ। ਬਿਲਕੁਲ, ਮਿਊਜ਼ਿਕ ਵੀ ਸੁਣਨੇ ਨੂੰ ਬਹਿ ਜਾਣਾ। ਜਿਹੜੇ ਦੀਵਾਨ ਲਾਈਵ ਸੁਣਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ, ਜਦੋਂ ਸ਼ੁਰੂ ਚ 10 ਮਿੰਟ ਲੱਗਦੇ ਆ, ਸੰਗਤ ਏਦਾਂ ਝੂਲਦੀ ਹੁੰਦੀ ਆ ਜਾਣੀ। ਬਿਲਕੁਲ, ਠੀਕ ਹੈ। ਪਰ ਜੇ ਤੁਸੀਂ ਕੀ ਕਰੋਗੇ, ਬਿਲਕੁਲ ਤੁਸੀਂ ਦੱਸੋ। ਹਾਂਜੀ ਹਾਂਜੀ, ਤੁਹਾਨੂੰ ਤੁਸੀਂ ਸਹਿਜ ਪਾਠ ਕਰਨ ਤੋਂ ਬਾਅਦ ਜਾਣੀ ਆਪ ਤੁਹਾਡਾ ਕੀ ਬਣੂ? ਸਿਮਰਾਂ ਮੈਂ ਸਭ ਤੋਂ ਵੱਧ ਮੇਰੇ ਖਿਆਲ ਚ ਟੀ ਸੀਰੀਜ਼ ਨੂੰ ਉਸੇ ਸੀਡੀ ਨੇ ਪੈਸਾ ਕਮਾ ਕੇ ਦਿੱਤਾ ਸੀ, ਤੇ ਕੌਮ ਨੂੰ ਇਹ ਨਾ ਪਤਾ ਲੱਗਾ ਵੀ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਆ ਕਿ ਬਾਬਾ ਜੀ ਨੇ ਬੋਲੋ ਆਪਣੀ ਬਣਾਈ ਹੋਈ ਹੈ। ਤੇ ਕਾਸ਼ ਕਿਤੇ ਗੁਰਬਾਣੀ ਸੁਣਾਈ ਹੁੰਦੀ, ਸਾਡੇ ਕੰਨਾਂ 'ਚ 2 ਤੁਕਾਂ ਗੁਰਬਾਣੀ ਦੀਆਂ ਪੈਂਦੀਆਂ, ਸਾਨੂੰ ਕੁਝ ਸਮਝ ਆ ਜਾਂਦੀ। ਅਜੇ ਵੀ ਕੁਝ ਨਹੀਂ ਵਿਗੜਿਆ, ਵਾਪਸ ਪਰਤੋ। ਉਹ ਯਾਰ ਕਿਉਂ ਤੁਸੀਂ ਸਾਡੇ ਮੂੰਹੋਂ ਭਾਟੜੇ ਸੁਣਦੇ ਆ? ਫਿਰ ਜਾਣੀ ਮਾੜਾ ਮੋਟਾ ਤਾਂ ਦੱਸੋ ਵੀ ਜਿਨ ਸੁਣ ਲਈਆਂ ਪੰਕਤੀਆਂ ਉਹਦਾ ਕੀ ਸੰਵਰ ਗਿਆ? ਆਹ ਸਟੇਟਮੈਂਟ ਦੇ ਕੋਈ ਅਰਥ ਹੈਗੇ ਆ? ਤੇ 2 ਤੁਕਾਂ ਸੁਣਨੇ ਨਾ ਜਾਣੀ ਮੈਨੂੰ ਆਉਂਦੀਆਂ 2 ਤੁਕਾਂ, ਮੈਨੂੰ ਕਬੂਲ ਕਰ ਲਓ ਫਿਰ ਤੁਸੀਂ। ਮੈਂ ਤਾਂ ਕਦੇ ਨਹੀਂ ਧਾਰਨਾ ਪੜੀ। ਹਾਂਜੀ, ਮੇਰੇ ਵਿਰੁੱਧ ਕਾਤੇ ਹੋਏ ਹੋ? ਰੇਡੀਓ ਵਿਰਸੇ ਤੋਂ ਕਿਹੜਾ ਬੰਦਾ ਜਿਨ ਧਾਰਨਾ ਪੜੀ ਆ? ਜੇ ਕਿਹਨੇ ਕਵਿਤਾ ਗਾਈ? ਅੰਗਰੇਜ਼ ਨੇ ਗਾਈ ਕਦੇ? ਨਾ ਜੀ। ਬਲਜਿੰਦਰ ਨੇ ਗਾਈ ਆ? ਨਾ ਜੀ। ਭਿੰਦੇ ਨੇ ਗਾਈ ਆ? ਨਹੀਂ ਜੀ। ਫਿਰ ਦੁਖੀ ਕਾਤੇ ਆ ਸਾਤੋਂ? ਨਾਨਕ ਸਰੀਏ ਤਾਂ ਸਾਰੇ ਸ਼ਬਦ ਗਾਉਂਦੇ ਆ, ਉਹਨਾਂ ਨੂੰ ਪਸੰਦ ਕਰ ਲਓ ਫਿਰ। ਗੁਰਬਾਣੀ ਦੀਆਂ ਪੋਥੀਆਂ ਘਰਾਂ 'ਚ ਰੱਖੋ, ਸਹਿਜ ਪਾਠ। ਬੱਲਾ ਤੁਹਾਡੇ। ਚਲੋ ਠੀਕ ਹੈ ਜੀ, ਮੁਬਾਰਕ ਇਹਨਾਂ ਨੂੰ। ਇਹਨਾਂ ਨੇ ਤੰਗ ਹੋਣਾ ਇਹਨਾਂ ਗੱਲਾਂ ਤੋਂ, ਕਥਾਕਾਰਾਂ ਨੇ, ਸਾਡੇ ਵਿਦਵਾਨਾਂ ਨੇ। ਬਹੁਤਾ ਜ਼ਿਆਦਾ ਟਾਈਮ ਨਹੀਂ ਲੰਘਣਾ, ਕਿਤੇ ਨਾ ਕਿਤੇ ਜਾ ਕੇ ਜ਼ਰੂਰ ਇਹਨਾਂ ਗੱਲਾਂ ਦੇ ਸਵਾਲ ਆ ਜਿਹੜੇ
ਉਹ ਲੋਕਾਂ ਦੇ ਮਨਾਂ 'ਚ ਉੱਠਣੇ ਵੀ ਆ ਤੇ ਸਾਹਮਣੇ ਵੀ ਆਉਣੇ ਆ, ਉਹਦੇ ਜਵਾਬ ਵੀ ਦੇਣੇ ਪੈਣੇ ਆ। ਬੇਨਤੀ ਆ ਭਾਈ ਸਾਵਧਾਨ, ਹਰ ਸਵਾਰੀ ਜਿਹੜੀ ਆ ਉਹ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਆ। ਜਿਹੜੀ ਈਰਖਾ ਤੁਹਾਡੀ, ਜਿਹੜਾ ਸਾੜਾ ਆ ਤੁਹਾਡਾ, ਜਿਹੜੀ ਬਦਲੇ ਦੀ ਭਾਵਨਾ ਆ, ਜੋ ਕੁਝ ਤੁਹਾਡੇ ਅੰਦਰ ਜਿਹੜਾ ਧੁਖ ਰਿਹਾ ਆ, ਉਹਨੂੰ ਜੇ ਤੁਸੀਂ ਇਦਾਂ ਚਾਹੁੰਦੇ ਆ ਵੀ ਇਦਾਂ ਇਸ਼ਾਰੇ ਕਰ ਕਰਕੇ, ਜਾਨੀ ਜਿੱਦਾਂ ਉਹ ਪੰਥਪ੍ਰੀਤ ਕਹਿੰਦਾ ਹੁੰਦਾ ਰਮਜਾਂ ਦੇ ਨਾਲ ਤੁਸੀਂ ਮਸਲਾ ਹੱਲ ਕਰ ਲੈਣਾ ਆ, ਕਦੇ ਨਹੀਂ ਹੋਣਾ। ਜ਼ਰੂਰ ਖਿਆਲ ਕਰਿਓ, ਕਿਤੇ ਨਾ ਕਿਤੇ ਜਾ ਕੇ ਜਵਾਬ ਸਾਨੂੰ ਆਪ ਜ਼ਿੰਮੇਵਾਰੀ ਜਿਹੜੀ ਹੈ ਇਹਦੀ ਉਹ ਲੈਣੀ ਪੈਣੀ ਆ। ਜਿੰਨਾ ਚਿਰ ਵੀ, ਜਿੰਨੀ ਜਲਦੀ ਅਸੀਂ ਇਹਦੇ ਉੱਤੇ ਕਰ ਸਕਦੇ ਹਾਂ ਵਿਚਾਰ, ਆਪ ਇਹਨੂੰ ਸਮਝਣ ਲਈ, ਪਰਖਣ ਲਈ ਉਨਾ ਕਰਿਓ। ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰੀਏ ਜੀ। ਕੱਲ ਨੂੰ ਪ੍ਰੋਗਰਾਮ ਚਿੱਟੀ ਸਿਉਂਕ ਸੁਣਨਾ ਨਾ ਭੁੱਲਣਾ, ਤੇ ਉਦੋਂ ਬਾਅਦ ਜਿਹੜੇ ਅਗਲੇ ਪ੍ਰੋਗਰਾਮ ਆ ਸ਼ਨੀਵਾਰ ਨੂੰ 10 ਮਿੰਟਾਂ ਦਾ ਸੱਚ, ਤੇ ਐਤਵਾਰ ਮਿਲਾਂਗੇ ਆਪਾਂ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।